ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਜੀਕੇ ਅਕੈਡਮੀ ਪੰਜਾਬ ਦੇ ਵਿੱਚ। ਅੱਜ ਆਪਾਂ ਤੁਹਾਡੇ ਲਈ ਆਪਣੇ ਪੀਪੀਐਸਸੀ ਦਾ ਸੀਨੀਅਰ ਅਸਿਸਟੈਂਟ ਦਾ ਐਗਜ਼ਾਮ ਆਪਾਂ ਜਿਹੜੇ ਆਪਣਾ 2019 ਦੇ ਵਿੱਚ ਕੰਡਕਟ ਹੋਇਆ ਸੀ। ਇਹ 2019 ਦੇ ਵਿੱਚ ਕੰਡਕਟ ਹੋ ਕੇ ਤੇ 2019 ਦੇ ਵਿੱਚ ਇਹਦੇ ਵਿੱਚ 40 ਕੁਐਸਚਨ ਆਏ ਸੀਗੇ ਟੋਟਲ ਜੀਕੇ ਤੇ ਪੂਰੀ ਓਵਰਆਲ ਕਰੰਟ ਅਫੇਅਰ ਜੀਕੇ ਤੇ ਪੰਜਾਬ ਜੀਕੇ ਨੂੰ ਮਿਲਾ ਕੇ। ਸੋ ਅੱਜ ਆਪਾਂ ਇਹ ਦੇਖਾਂਗੇ ਕਿ ਉਸ ਦੌਰਾਨ 2019 ਦੇ ਵਿੱਚ ਕਿਸ ਤਰ੍ਹਾਂ ਦੇ ਕੁਐਸਚਨ ਆਏ ਸੀ, ਕਿਹੜੇ ਸਬਜੈਕਟ ਦਾ ਵੇਟੇਜ ਜ਼ਿਆਦਾ ਸੀਗਾ ਤੇ ਅਜੇ ਤੱਕ ਆਪਾਂ ਜਿੰਨੇ ਵੀ ਸਬਜੈਕਟ ਕਰ ਚੁੱਕੇ ਆ, ਜੋ ਵੀ ਸਬਜੈਕਟ ਕੀਤਾ ਉਹਦੇ ਵਿੱਚੋਂ ਆਪਾਂ ਕਿੰਨੇ ਕੁਐਸਚਨ ਆਪਣੇ ਤੋਂ ਅਟੈਂਪਟ ਹੋ ਰਹੇ ਆ ਜਾਂ ਕਿੰਨੇ ਆਪਾਂ ਕਰ ਚੁੱਕੇ ਆ ਤੇ ਕਿੰਨਾ ਆਪਣਾ ਸਿਲੇਬਸ ਅਜੇ ਰਹਿੰਦਾ ਵਾ ਫॉर ਪੀਪੀਐਸਸੀ। ਇੱਕ ਚੀਜ਼ ਦਾ ਧਿਆਨ ਰੱਖਣਾ ਵਾ, ਜਿਹੜਾ ਇਹ ਵਾਲਾ ਪੇਪਰ ਹੋਏਗਾ ਇਹ ਸਪੈਸ਼ਲੀ ਪੀਪੀਐਸਸੀ ਲਈ ਹੀ ਹੋਏਗਾ। ਇਦਾਂ ਨਹੀਂ ਕਿ ਇਹਦੇ ਵਿੱਚੋਂ ਜਿਹੜੇ ਇਹ ਵਾਲੇ ਕੁਐਸਚਨ ਕਿਸੇ ਹੋਰ ਦੇ ਵਿੱਚ ਨਹੀਂ ਆ ਸਕਦੇ, ਪਰ ਇਹਦੇ ਵਿੱਚ ਕੁਝ ਕੁਐਸਚਨ ਇਦਾਂ ਦੇ ਹੋਣਗੇ ਜਿਹੜੇ ਕਿ ਤੁਹਾਨੂੰ ਦੇਖਣਗੇ ਕਿ PSSB ਦੇ ਪੇਪਰਾਂ ਦੇ ਵਿੱਚ ਉਹ ਕੁਐਸਚਨ ਨਹੀਂ ਆਉਂਦੇ ਨੇ। ਜਿੱਦਾਂ ਕਿ ਆਹ ਵਾਲਾ ਕੁਐਸਚਨ ਆ, ਇਹ ਤੁਹਾਨੂੰ PSSB ਦੇ ਵਿੱਚ ਵੀ ਆ ਸਕਦਾ, ਪਰ ਜੇਕਰ ਜਿੱਦਾਂ ਕਿ ਕੋਈ ਥੋੜਾ ਜਿਹਾ ਤੁਹਾਨੂੰ ਸਟੇਟਮੈਂਟ ਬੇਸਡ ਕੁਐਸਚਨ ਮਿਲੇਗਾ ਇਹਦੇ ਵਿੱਚ ਸੀਨੀਅਰ ਅਸਿਸਟੈਂਟ ਦੇ ਵਿੱਚ, ਉਹ ਸਿਰਫ ਪੀਪੀਐਸਸੀ ਹੀ ਪੁੱਛਦਾ ਵਾ। ਆਪਣੇ PSSB ਦੇ ਪੇਪਰ ਦੇ ਵਿੱਚ ਉਹ ਬਹੁਤ ਘੱਟ ਪੁੱਛਿਆ ਜਾਂਦਾ ਵਾ। ਮਤਲਬ ਅਗਰ 40 ਕੁਐਸਚਨ ਆ ਰਹੇ ਨੇ ਤਾਂ 1-2 ਕੁਐਸਚਨ ਹੀ ਸਟੇਟਮੈਂਟ ਬੇਸਡ ਆਪਣੇ PSSB ਦੇ ਵਿੱਚ ਪੁੱਛਿਆ ਜਾਂਦਾ ਵਾ। ਜ਼ਿਆਦਾਤਰ ਉਹ 'ਚ ਵਨ ਲਾਈਨਰ ਟਾਈਪ ਹੀ ਹੁੰਦੇ ਆ, ਠੀਕ ਆ। ਬਟ ਇਹਦੇ ਵਿੱਚ ਜਿਹੜਾ ਪੀਪੀਐਸਸੀ ਦੋਨੇ ਚੀਜ਼ਾਂ ਫੋਲੋ ਕਰਦਾ। ਇੱਕ ਤਾਂ ਇਹ ਸਟੇਟਮੈਂਟ ਬੇਸਡ ਵੀ ਪੁੱਛਦਾ ਵਾ ਤੇ ਇੱਕ ਤੁਹਾਨੂੰ ਵਨ ਲਾਈਨਰ ਟਾਈਪ ਵੀ ਇਹ ਪੁੱਛੇਗਾ, ਠੀਕ ਆ। ਸੋ ਥੋੜਾ ਜਿਹਾ ਲੈਵਲ ਵੱਧ ਹੋਏਗਾ, ਸੋ ਉਹਨੂੰ ਦੇਖ ਕੇ ਤੁਸੀਂ ਘਬਰਾਉਣਾ ਨਹੀਂਗਾ। ਸੋ ਜੋ ਕੁਐਸਚਨ ਸੌਖਾ ਹੋਏਗਾ, ਆਪਣਾ ਕੀਤਾ ਹੋਏਗਾ, ਵਧੀਆ ਹੋਏਗਾ, ਠੀਕ ਆ, ਉਹ ਤੁਹਾਡਾ ਆਰਾਮ ਨਾਲ ਹੋਏਗਾ, ਠੀਕ ਆ। ਸੋਲਵ ਕਰਦੇ ਹਾਂ ਜੀ ਹੁਣ ਆਪਾਂ ਸ਼ੁਰੂ। ਇਹਦੇ ਵਿੱਚ ਨਾ ਇੱਕ ਆਪਾਂ ਲਾਈਵ ਚੈਟ ਦੀ ਆਪਸ਼ਨ ਮੈਂ ਤੁਹਾਨੂੰ ਦੇ ਦਾਂਗਾ, ਠੀਕ ਹੈ। ਪ੍ਰੀਮੀਅਰ ਕਰ ਦਾਂਗਾ ਇਹਨੂੰ। ਕਲਾਸ ਇਹ ਪ੍ਰੀ ਰਿਕਾਰਡਡ ਆ, ਪਰ ਤੁਸੀਂ ਕੋਸ਼ਿਸ਼ ਕਰਨੀ ਆ ਕਿ ਜਿਹੜੇ ਮੈਂ ਤੁਹਾਨੂੰ 10 ਸੈਕਿੰਡ ਦਾ ਟਾਈਮ ਦੇਵਾਂਗਾ, ਸੋ 10 ਸੈਕਿੰਡ ਦੇ ਵਿੱਚ ਤੁਸੀਂ ਜਿਹੜੀ ਲਾਈਵ ਚੈਟ ਹੋ ਰਹੀ ਹੈ ਆਪਣੀ, ਠੀਕ ਹੈ, ਲਾਈਵ ਚੈਟ ਦੇ ਵਿੱਚ ਤੁਸੀਂ ਆਪਣੀ ਜਿੱਦਾਂ ਕਿ ਇਹਦੇ ABCD ਮੈਂ ਤੁਹਾਨੂੰ 10 ਸੈਕਿੰਡ ਦਾ ਟਾਈਮ ਦਿੱਤਾ, ਤਾਂ ਤੁਸੀਂ ਲਾਈਵ ਚੈਟ ਦੇ ਵਿੱਚ ਆਪਦੀ ਆਪਸ਼ਨ ਟਾਈਪ ਕਰਨੀ ਆ, ਠੀਕ ਆ। ਉਸ ਤੋਂ ਬਾਅਦ 10-15 ਸੈਕਿੰਡ ਬਾਅਦ ਮੈਂ ਤੁਹਾਨੂੰ ਆਨਸਰ ਦੱਸ ਕੇ ਨਾਲ ਉਹਨੂੰ ਐਕਸਪਲੇਨੇਸ਼ਨ ਦੇ ਦਾਂਗਾ, ਠੀਕ ਆ ਉਹਦੀ। ਸੋ ਉਹਦੇ ਵਿੱਚ ਜੋ ਵੀ ਇੰਪੋਰਟੈਂਟ ਪੇਪਰ ਦੇ ਪੁਆਇੰਟ ਆਫ ਵਿਊ ਨਾਲ ਹੋਏਗਾ, ਠੀਕ ਆ। ਸੋ ਸ਼ੁਰੂ ਕਰਦੇ ਹਾਂ ਜੀ ਆਪਾਂ ਆਪਣੇ ਅੱਜ ਦੀ ਕਲਾਸ। ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਇਹਦੇ ਵਿੱਚ 40 ਨੰਬਰ ਦੀ ਜੀਕੇ ਆਈ ਸੀ। ਜੋ ਹੁਣ ਸਿਲੇਬਸ ਆਇਆ ਵਾ ਉਹਦੇ ਵਿੱਚ 80 ਨੰਬਰ ਦੀ ਜੀਕੇ ਆ ਰਹੀ ਹੈ। ਇਹ ਧਿਆਨ ਰੱਖਣਾ, 80 ਨੰਬਰ ਦੀ ਰੀਜ਼ਨਿੰਗ ਆਈ ਸੀਗੀ ਉਸ ਟਾਈਮ ਦੇ ਉੱਤੇ, ਠੀਕ ਆ। ਉਸ ਟਾਈਮ ਦੇ ਉੱਤੇ 80 ਨੰਬਰ ਦੀ ਰੀਜ਼ਨਿੰਗ ਤੇ 40 ਨੰਬਰ ਦੀ ਜੀਕੇ ਆਈ ਸੀ 2019 ਚ, ਪਰ ਇਸ ਵਾਰ ਇਹਨਾਂ ਨੇ ਪੈਟਰਨ ਚੇਂਜ ਕਰਕੇ 80 ਨੰਬਰ ਦੀ ਤੁਹਾਡੀ GS ਆਊਗੀ, ਜੀਕੇ ਆਊਗੀ ਤੇ ਆਪਣਾ 40 ਨੰਬਰ ਦੀ ਰੀਜ਼ਨਿੰਗ ਪਲੱਸ ਮੈਥ ਆਏਗਾ, ਠੀਕ ਆ। ਸੋ ਇਹ ਚੀਜ਼ ਤੁਸੀਂ ਆਪਣੇ ਮਾਈਂਡ 'ਚ ਰੱਖਣੀ ਆ। ਸੋ ਇਸ ਵਾਰ ਜੀਕੇ ਆਪਾਂ ਨੂੰ ਜ਼ਿਆਦਾ ਕਰਨੀ ਪਏਗੀ ਕਿਉਂਕਿ ਪੀਪੀਐਸਸੀ ਇਹੀ ਪੈਟਰਨ ਫੋਲੋ ਕਰ ਰਿਹਾ। ਦੇਖੋ ਜੀ, ਪਹਿਲਾ ਕੁਐਸਚਨ, ਠੀਕ ਹੈ ਜੀ, 81 ਨੰਬਰ ਕੁਐਸਚਨ। ਹੁਣ ਉਹ ਕਹਿੰਦੇ ਜੀ ਮਨੀ ਬਿੱਲ ਕੈਨ ਬੀ ਇੰਟਰੋਡਿਊਸਡ ਇਨ ਦਾ ਸਟੇਟ ਲੈਜਿਸਲੇਚਰ ਵਿਦ ਦਾ ਪ੍ਰਾਇਰ ਕੰਸੈਂਟ ਆਫ, ਠੀਕ ਹੈ। ਮਨੀ ਬਿੱਲ ਉਹਨਾਂ ਨੇ ਪੁੱਛਿਆ ਕਿ ਸਟੇਟ ਲੈਜਿਸਲੇਚਰ ਦੇ ਵਿੱਚ ਕਿਹਦੀ ਪ੍ਰਾਇਰ ਕੰਸੈਂਟ ਤੋਂ ਇੰਟਰੋਡਿਊਸ ਕੀਤੇ ਨੇ ਜਾਂਦੇ ਨੇ, ਸਪੀਕਰ ਦੀ, ਚੀਫ ਮਿਨਿਸਟਰ ਤੋਂ, ਦਾ ਗਵਰਨਰ ਜਾਂ ਦਾ ਪ੍ਰੈਜ਼ੀਡੈਂਟ। ਸੋ ਇਹਨੂੰ ਤੁਸੀਂ ਇੰਗਲਿਸ਼ ਨੂੰ ਦੇਖ ਕੇ ਉਹ ਨਹੀਂ ਹੋਣਾਗਾ, ਨਾਲ ਦੀ ਨਾਲ ਮੈਂ ਤੁਹਾਨੂੰ ਪੰਜਾਬੀ ਦੇ ਵਿੱਚ ਐਕਸਪਲੇਨ ਕਰੀ ਜਾਵਾਂਗਾ, ਠੀਕ ਆ, ਜਿਹੜਾ ਥੋੜਾ ਜਿਹਾ ਔਖੇ ਵਰਡ ਹੋਣਗੇ। ਸੋ ਤੁਸੀਂ ਇਹਦਾ ਹੁਣ ਜਵਾਬ ਦੇਣਾ ਵਾ, ਇਹ ਆਪਣਾ ਕੀਤਾ ਹੋਇਆ। ਸੋ ਦੋਸਤੋ, ਤੁਸੀਂ ਇਹਦਾ ਆਨਸਰ ਦੇਣਾ ਵਾ ਆਪਣੇ ਲਾਈਵ ਚੈਟ ਜਾਂ ਕਮੈਂਟ ਲਾਈਵ ਚੈਟ ਦੇ ਵਿੱਚ ਆਨਸਰ ਦੇਣਾ ਵਾ ਤੁਸੀਂ ਕਿ ਮਨੀ ਬਿੱਲ ਕਿੱਥੇ ਇੰਟਰੋਡਿਊਸ ਹੁੰਦੇ ਨੇ, ਸਟੇਟ ਲੈਜਿਸਲੇਚਰ ਦੇ ਵਿੱਚ ਇੰਟਰੋਡਿਊਸ ਹੁੰਦੇ ਨੇ ਕਿਹਦੀ ਪ੍ਰਾਇਰ ਕੰਸੈਂਟ ਤੋਂ, ਠੀਕ ਆ ਜੀ। ਸੋ ਇਹਦਾ ਜੀ ਹੁਣ ਤੁਹਾਨੂੰ 10-15 ਸੈਕਿੰਡ ਮਿਲ ਗਏ ਨੇ। ਸੋ ਇਹਦਾ ਕਰੈਕਟ ਆਨਸਰ ਬਣਦਾ ਦਾ ਗਵਰਨਰ, ਠੀਕ ਆ। ਸੋ ਗਵਰਨਰ ਦੀ ਜਿਹੜੀ C ਆਨਸਰ ਇਹਦਾ ਸਹੀ ਬਣੇਗਾ ਕਿਉਂਕਿ ਗਵਰਨਰ ਜਿਹੜਾ ਹੁੰਦਾ ਸਟੇਟ ਲੈਜਿਸਲੇਚਰ ਦੇ ਵਿੱਚ ਜਦੋਂ ਮਨੀ ਬਿੱਲ ਇੰਟਰੋਡਿਊਸ ਹੋਣਾ ਵਾ ਉਹ ਗਵਰਨਰ ਦੀ ਪ੍ਰਾਇਰ ਕੰਸੈਂਟ ਦੇ ਉੱਤੇ ਹੁੰਦਾ। ਜੇਕਰ ਆਪਾਂ ਨੂੰ ਸੈਂਟਰ ਦੇ ਵਿੱਚ ਗੱਲ ਕਰੀਏ ਜਿੱਥੇ ਕਿ ਲੋਕ ਸਭਾ ਦੇ ਵਿੱਚ ਮਨੀ ਬਿੱਲ ਇੰਟਰੋਡਿਊਸ ਹੁੰਦਾ ਉੱਥੇ ਪ੍ਰੈਜ਼ੀਡੈਂਟ ਦੀ ਪ੍ਰਾਇਰ ਆਪਣੀ ਪਰਮਿਸ਼ਨ ਦੇ ਉੱਤੇ ਜੋ ਆਪਣਾ ਕੰਸੈਂਟ ਦੇ ਉੱਤੇ ਇੰਟਰੋਡਿਊਸ ਹੁੰਦਾ ਵਾ, ਠੀਕ ਆ। ਸੋ ਇਹ 'ਚ ਕਨਫਿਊਜ਼ ਨਹੀਂ ਹੋਣਾ, ਸਟੇਟ ਲੈਜਿਸਲੇਚਰ ਤੇ ਯੂਨੀਅਨ ਲੈਜਿਸਲੇਚਰ ਦੇ ਵਿੱਚ ਲੋਕ ਸਭਾ 'ਚ ਹੁੰਦਾ ਵਾ। ਸੋ ਇਹਦੇ ਵਿੱਚ ਤੁਸੀਂ ਬਿਲਕੁਲ ਵੀ ਕਨਫਿਊਜ਼ ਨਹੀਂ ਹੋਣਾ। ਇਹ ਕੁਐਸਚਨ ਆਪਾਂ ਬਹੁਤ ਚੰਗੀ ਤਰ੍ਹਾਂ ਪੋਲਿਟੀ ਦੇ ਵਿੱਚ ਵੀ ਕੀਤਾ ਹੋਇਆ ਤੇ MCQ ਫਾਰਮ 'ਚ ਵੀ ਬਹੁਤ ਵਾਰ ਕੁਐਸਚਨ ਕੀਤਾ ਹੋਇਆ ਆਪਣਾ, ਠੀਕ ਆ। ਸੋ ਤੁਸੀਂ ਗਵਰਨਰ ਟੌਪਿਕ ਦੇਖੋਗੇ ਆਪਣਾ 21 ਨੰਬਰ ਕਲਾਸ ਪੋਲਿਟੀ, ਉਹਦੇ ਵਿੱਚ ਵੀ ਇਹ ਕਵਰ ਹੋਇਆ ਹੋਏਗਾ, ਠੀਕ ਆ। ਸੋ ਜ਼ਿਆਦਾ ਔਖੇ ਕੁਐਸਚਨ ਨਹੀਂ ਆਪਾਂ ਕਹਿ ਸਕਦੇ ਇਹਨਾਂ ਨੂੰ, ਜਿਹੜੇ ਕੁਐਸਚਨ ਆਪਣੇ ਆਲਰੇਡੀ ਜਿਹੜਾ ਸਿਲੇਬਸ ਕੀਤਾ ਹੋਇਆ ਵਾ, ਠੀਕ ਆ। ਸੋ ਨੈਕਸਟ ਆ ਗਿਆ ਜੀ, ਹੁਣ ਫਿਰ ਤੁਹਾਨੂੰ 10 ਸੈਕਿੰਡ ਦਾ ਟਾਈਮ ਮਿਲੇਗਾ। ਦਾ ਜੱਜ ਆਫ ਦਾ ਹਾਈ ਕੋਰਟ ਕੈਨ ਬੀ ਰਿਮੂਵਡ ਫਰੋਮ ਦੇਅਰ ਆਫਿਸ, ਜਿਹੜੇ ਜੱਜ ਹੁੰਦੇ ਨੇ ਹਾਈ ਕੋਰਟ ਦੇ ਉਹ ਕਿਸ ਤਰ੍ਹਾਂ ਆਫਿਸ ਚੋਂ ਰਿਮੂਵ ਕੀਤੇ ਹੁੰਦੇ ਨੇ। ਉਹ ਕਹਿੰਦੇ ਜੀ ਦਾ ਗਵਰਨਰ, ਮਤਲਬ ਗਵਰਨਰ ਰਿਮੂਵ ਕਰ ਸਕਦਾ ਵਾ ਸਟੇਟ ਲੈਜਿਸਲੇਚਰ 'ਚ ਜੇਕਰ ਪਾਸ ਹੋਵੇ ਰੈਜ਼ੋਲੂਸ਼ਨ 2/3 ਮੇਜਰਟੀ ਨਾਲ, ਠੀਕ ਆ। ਦੂਸਰਾ ਆ ਗਿਆ ਦਾ ਚੀਫ ਜਸਟਿਸ, ਜਿਹੜਾ ਚੀਫ ਜਸਟਿਸ ਹੁੰਦਾ ਉਹ ਕਰਦਾ ਵਾ ਰਿਕਮੈਂਡੇਸ਼ਨ ਆਫ ਪਾਰਲੀਮੈਂਟ ਦੀ ਨਾਲ। ਸੋ ਤੀਸਰਾ ਆ ਗਿਆ ਪ੍ਰੈਜ਼ੀਡੈਂਟ ਕਰਦਾ ਵਾ ਕਿਹਦੇ ਨਾਲ ਕਿ 2/3 ਦੀ ਮੇਜਰਟੀ ਦੇ ਨਾਲ ਰੈਜ਼ੋਲੂਸ਼ਨ ਜੇ ਪਾਸ ਹੋਵੇ ਪਾਰਲੀਮੈਂਟ ਦੇ ਵਿੱਚ, ਠੀਕ ਆ, ਤਾਂ ਹੁੰਦਾ ਵਾ। ਜਦ ਦਾ ਚੀਫ ਜਸਟਿਸ ਔਨ ਦਾ ਐਡਵਾਈਸ ਆਫ ਦਾ ਪ੍ਰੈਜ਼ੀਡੈਂਟ, ਕਿ ਜਿਹੜਾ ਚੀਫ ਜਸਟਿਸ ਆ ਉਹ ਪ੍ਰੈਜ਼ੀਡੈਂਟ ਦੀ ਐਡਵਾਈਸ ਤੇ ਕਰਦਾ ਵਾ। ਦੱਸੋ ਜੀ, ਹੁਣ ਤੁਹਾਨੂੰ 10 ਸੈਕਿੰਡ ਦਾ ਟਾਈਮ ਮਿਲਿਆ ਵਾ, ਤੁਸੀਂ ਸੋਚੋ, ਦੇਖੋ, ਠੀਕ ਆ, ਆਪਣਾ ਯਾਦ ਕਰੋ ਤੇ ਲਾਈਵ ਚੈਟ ਦੇ ਵਿੱਚ ਤੁਸੀਂ ਆਪਦੀ ਆਪਸ਼ਨ ਟਿਕ ਕਰਨੀ ਆ ਬਸ।
ਸੋ ਬਿਲਕੁਲ ਸਹੀ ਜੀ। ਜੇਕਰ ਤੁਸੀਂ ਆਪਣੀ ਇਹ ਕਲਾਸ ਦੇਖੀ ਹੋਈ ਆ, ਚਾਹੇ ਸੁਪਰੀਮ ਕੋਰਟ ਹਾਈ ਕੋਰਟ ਦੀ ਕਲਾਸ ਆ, ਚਾਹੇ ਤੁਸੀਂ ਆਪਣੀ ਪ੍ਰੈਜ਼ੀਡੈਂਟ ਦੀ ਕਲਾਸ ਦੇਖੀ ਆ, ਚਾਹੇ ਤੁਸੀਂ ਪਾਰਲੀਮੈਂਟ ਦੀ ਕਲਾਸ ਦੇਖੀ ਆ, ਮੈਂ ਸਾਰਿਆਂ ਦੇ ਵਿੱਚ ਬਹੁਤ ਚੰਗੀ ਤਰ੍ਹਾਂ ਕਰਵਾਇਆ ਹੋਇਆ। ਪ੍ਰੈਜ਼ੀਡੈਂਟ ਰਿਮੂਵ ਕਰ ਸਕਦਾ ਹੁੰਦਾ ਜੱਜਸ ਆਫ ਦਾ ਹਾਈ ਕੋਰਟਸ ਨੂੰ, ਚਾਹੇ ਸੁਪਰੀਮ ਕੋਰਟਸ ਨੂੰ, ਚਾਹੇ ਸੁਪਰੀਮ ਕੋਰਟਸ ਵੀ ਲਿਖਿਆ ਆ ਜਾਵੇ, ਕਿਉਂਕਿ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਜਿਹੜੇ ਜੱਜ ਹੁੰਦੇ ਨੇ, ਇੱਕ ਚੀਜ਼ ਧਿਆਨ ਰੱਖਣੀ ਆ ਤੁਸੀਂ, ਠੀਕ ਆ, ਮੇਰਾ ਕਰਵਾਇਆ ਹੋਇਆ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਜਿਹੜੇ ਜੱਜਾਂ ਨੂੰ ਹਟਾਉਣ ਦਾ ਤਰੀਕਾ ਬਿਲਕੁਲ ਇੱਕੋ ਜਿਹਾ ਵਾ, ਠੀਕ ਆ। ਪ੍ਰੈਜ਼ੀਡੈਂਟ ਕਰ ਸਕਦਾ ਹੁੰਦਾ ਕਿਹਦੇ ਬੇਸਿਸ ਤੇ, ਜੇਕਰ ਪਾਰਲੀਮੈਂਟ ਦੇ ਵਿੱਚ, ਲੋਕ ਸਭਾ ਤੇ ਰਾਜ ਸਭਾ ਦੇ ਵਿੱਚ 2/3 ਮੇਜੋਰਟੀ ਦੇ ਨਾਲ ਮਤਲਬ ਰੈਜ਼ੋਲੂਸ਼ਨ ਪਾਸ ਹੋਵੇ, ਫਿਰ ਪ੍ਰੈਜ਼ੀਡੈਂਟ ਰਿਮੂਵ ਕਰ ਸਕਦਾ ਹੁੰਦਾ, ਠੀਕ ਆ, ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਜੱਜ ਨੂੰ। ਸੋ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਹਨਾਂ ਨੇ ਇਹ ਮੈਨੇਜ ਕੀਤਾ ਹੋਇਆ ਵਾ। ਅਗਰ ਆਪਾਂ ਗੱਲ ਕਰੀਏ, ਅਜੇ ਤੱਕ ਆਪਣੇ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਕਿਸੇ ਵੀ ਜੱਜ ਨੂੰ ਇਸ ਤਰ੍ਹਾਂ ਰੈਜ਼ੋਲੂਸ਼ਨ ਨਾਲ ਕਦੇ ਵੀ ਰਿਮੂਵ ਨਹੀਂ ਕੀਤਾ ਗਿਆ। ਸੋ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਵਧੀਆ ਤਰੀਕੇ ਦੇ ਨਾਲ ਇਹ ਚੀਜ਼ ਉਹਨਾਂ ਨੇ ਕੀਤੀ ਹੋ, ਇੰਨੀ ਸਿਕਿਉਰ ਕੀਤੀ ਹੋਈ ਆ ਜਿਹੜੇ ਆਪਣੇ ਜੱਜਸ ਹੁੰਦੇ ਨੇ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ, ਠੀਕ ਹੈ ਜੀ। ਸੋ ਇਹ ਹੋ ਗਿਆ ਜੀ ਆਪਣਾ। ਨੈਕਸਟ ਆ ਗਿਆ ਜੀ, ਦਾ ਵਿਚ ਵਨ ਆਫ ਦਾ ਫੋਲੋਇੰਗ ਇਜ਼ ਨਾਟ ਏ ਫੰਡਾਮੈਂਟਲ ਡਿਊਟੀ, ਕਿਹੜੀ ਨਹੀਂ। ਦੇਖ ਲਓ ਜੀ, ਹੁਣ ਇਹ ਵਾਲਾ ਆਪਾਂ ਫੰਡਾਮੈਂਟਲ ਡਿਊਟੀ ਵੀ ਮੈਂ ਬਹੁਤ ਚੰਗੀ ਤਰ੍ਹਾਂ ਤੁਹਾਨੂੰ ਕਰਵਾਇਆ ਹੋਇਆ ਵਾ। ਸੋ ਇਹ ਮੋਸਟ ਇੰਪੋਰਟੈਂਟ ਬਣਦੇ ਨੇ, ਚਾਹੇ ਤੁਸੀਂ PPSC 'ਚ ਬਹਿ ਜਾਓ, ਚਾਹੇ ਤੁਸੀਂ PSSB 'ਚ ਬਹਿ ਜਾਓ, ਚਾਹੇ ਤੁਸੀਂ ਪੰਜਾਬ ਪੁਲਿਸ, ਚਾਹੇ ਤੁਸੀਂ ਸੈਂਟਰ ਦੇ ਕਿਸੇ ਵੀ ਐਗਜ਼ਾਮ 'ਚ ਬੈਠੋਗੇ, ਤੁਹਾਨੂੰ ਇਹੋ ਜਿਹੇ ਕੁਐਸਚਨ ਹੀ ਦੇਖਣ ਨੂੰ ਮਿਲਣਗੇ। ਸੋ ਆਪਣਾ ਸਾਰਾ ਆਲਰੇਡੀ ਕਰਵਾਇਆ ਹੋਇਆ। ਅਜੇ ਆਪਣੀਆਂ ਸਿਰਫ 21 ਕਲਾਸਾਂ ਪੋਲਿਟੀ ਦੀਆਂ ਹੋਈਆਂ ਨੇ, ਇਸ ਤੋਂ ਬਾਅਦ ਆਪਣੀਆਂ ਅਜੇ ਵੀ 9 ਕਲਾਸਾਂ ਪੈਂਡਿੰਗ ਪਈਆਂ ਨੇ। ਸੋ 9 ਕਲਾਸਾਂ ਜਦੋਂ ਆਪਾਂ ਕਰ ਲਾਂਗੇ, ਫਿਰ ਤਾਂ ਕੋਈ ਵੀ ਕੁਐਸਚਨ ਆਪਾਂ ਨੂੰ ਮੇਰੇ ਅਕੋਰਡਿੰਗ ਬਾਹਰ ਨਹੀਂ ਜਾਣਾ ਚਾਹੀਦਾ ਗਾ, ਠੀਕ ਆ। ਸੋ ਇਹਦੇ ਵਿੱਚ ਫੰਡਾਮੈਂਟਲ ਡਿਊਟੀ ਕਿਹੜੀ ਨਹੀਂ, ਇਹ ਚੀਜ਼ ਦਾ ਧਿਆਨ ਰੱਖਣਾ। ਕਹਿੰਦੇ ਦਾ ਟੂ ਰਿਨਾਊਂਸ ਪ੍ਰੈਕਟਿਸ ਡੈਰੋਗੇਟਰੀ ਟੂ ਦਾ ਡਿਗਨਿਟੀ ਆਫ ਦਾ ਵੂਮਨ, ਟੂ ਸੇਫਗਾਰਡ ਪਬਲਿਕ ਪ੍ਰੋਪਰਟੀ, ਟੂ ਪ੍ਰੋਟੈਕਟ ਮੋਨੂਮੈਂਟ ਐਂਡ ਪਲੇਸਿਸ ਆਫ ਪਬਲਿਕ ਇੰਪੋਰਟੈਂਸ, ਟੂ ਸਟ੍ਰੀਵ ਟੂਵਾਰਡ ਐਕਸੀਲੈਂਸ ਇਨ ਆਲ ਸਫੇਅਰਸ ਆਫ ਇੰਡੀਵਿਜੂਅਲ ਐਂਡ ਕਲੈਕਟਿਵ ਐਕਟੀਵਿਟੀ। ਬਹੁਤ ਚੰਗੀ ਤਰ੍ਹਾਂ ਕੀਤਾ ਹੋਇਆ ਵਾ ਜੀ। ਆਨਸਰ ਦੇਣਾ ਵਾ ਜੀ ਤੁਸੀਂ ਇਹ ਕਿਹੜੀ ਨਹੀਂ ਗੀ, ਠੀਕ ਆ, ਨਹੀਂ ਪੁੱਛਿਆ। ਸੋ ਇਹਨਾਂ ਨੇ ਆਹ ਵਾ ਟੂ ਪ੍ਰੋਟੈਕਟ ਮੋਨੂਮੈਂਟ ਐਂਡ ਪਲੇਸਿਸ ਆਫ ਦਾ ਪਬਲਿਕ ਇੰਪੋਰਟੈਂਸ, ਠੀਕ ਆ ਜੀ। ਸੋ ਇਹ ਆਪਣਾ ਹੈਗੀ, ਇਹ ਆਪਣੀ ਫੰਡਾਮੈਂਟਲ ਡਿਊਟੀ ਨਹੀਂ, ਆਹ 3 ਹੈਗੀਆਂ ਨੇ। ਅਗਰ ਹੁਣ ਫੰਡਾਮੈਂਟਲ ਡਿਊਟੀ ਬਾਰੇ ਮੈਂ ਤੁਹਾਨੂੰ ਥੋੜਾ ਜਿਹਾ ਦੱਸਦਾ, ਵੈਸੇ ਮੇਰੀ ਕਰਵਾਈ ਹੋਈ ਆ ਬਹੁਤ ਚੰਗੀ ਤਰ੍ਹਾਂ, ਫਿਰ ਵੀ ਇੱਕ ਥੋੜਾ ਜਿਹਾ ਤੁਹਾਨੂੰ ਮੈਂ ਓਵਰਵਿਊ ਦੇ ਦੇਣਾ। ਸੰਵਿਧਾਨ ਦੇ ਪਾ ਕੇ ਹੋਰ ਕਿਹੜੇ ਕੁਐਸਚਨ ਇਹ ਚੋਂ ਬਣਦੇ ਆ। ਸੰਵਿਧਾਨ ਦੇ ਪਾਰਟ 4A ਦੇ ਵਿੱਚ ਫੰਡਾਮੈਂਟਲ ਡਿਊਟੀ ਦਰਜ ਆ, ਠੀਕ ਆ ਜੀ। 4A ਪਾਰਟ 'ਚ 51A ਆਰਟੀਕਲ ਦੇ ਵਿੱਚ ਦਰਜ ਆ। 2 ਚੀਜ਼ਾਂ ਤੁਹਾਡੀਆਂ ਇਹ ਕਵਰ ਹੋ ਗਈਆਂ। ਜਦੋਂ ਆਪਣੀ ਇਹ ਰੀਕਮੈਂਡ, ਜਦੋਂ ਆਪਣੀ ਇਹ ਸੰਵਿਧਾਨ ਦੇ ਵਿੱਚ ਐਡ ਹੋਈ ਸੀ, ਠੀਕ ਆ। ਸੋ ਇਹ 42ਵੀਂ ਅਮੈਂਡਮੈਂਟ ਸੀਗੀ। 42ਵੀਂ ਅਮੈਂਡਮੈਂਟ ਦੇ ਤਹਿਤ ਹੋਈਆਂ ਸੀ। 1976 ਦੇ ਵਿੱਚ ਐਡ ਕੀਤੀਆਂ ਗਈਆਂ ਸੀ। ਕਿਹੜੀ ਕਮੇਟੀ ਨੇ ਸੁਜੈਸਟ ਕੀਤਾ ਸੀ? ਇੱਕ ਚੀਜ਼ ਇਹ ਕੁਐਸਚਨ ਬਣਦਾ ਹੁੰਦਾ। ਸਵਾਰਨ ਸਿੰਘ ਕਮੇਟੀ ਨੇ ਇਹ ਰੀਕਮੈਂਡ ਕੀਤੀ ਸੀਗੀਆਂ ਆਪਾਂ ਨੂੰ ਕਿ ਇਹ ਫੰਡਾਮੈਂਟਲ ਡਿਊਟੀਜ਼ ਇਹਦੇ ਵਿੱਚ ਸੰਵਿਧਾਨ ਦੇ ਵਿੱਚ ਸਰਕਾਰ ਨੂੰ ਉਹ ਕੀਤੀਆਂ ਸੀ ਕਿ ਇਹਦੇ ਵਿੱਚ ਰੀਕਮੈਂਡ ਕੀਤੀਆਂ ਸੀ ਕਿ ਇਹ ਐਡ ਕੀਤੀਆਂ ਜਾਣ। ਹੁਣ ਜਦੋਂ ਇਹ ਉਸ ਟਾਈਮ ਦੇ ਉੱਤੇ 1976 ਦੇ ਵਿੱਚ ਐਡ ਹੋਈਆਂ ਸੀ, ਉਸ ਟਾਈਮ ਦੇ ਉੱਤੇ ਸਿਰਫ 10 ਫੰਡਾਮੈਂਟਲ ਡਿਊਟੀ ਸੀ, ਪਰ ਉਸ ਤੋਂ ਬਾਅਦ ਇੱਕ ਹੋਰ ਫੰਡਾਮੈਂਟਲ ਡਿਊਟੀ ਐਡ ਕੀਤੀ। ਕਿਹੜੀ ਅਮੈਂਡਮੈਂਟ? 86ਵੀਂ ਅਮੈਂਡਮੈਂਟ ਦੇ ਵਿੱਚ 2002 ਦੇ ਵਿੱਚ ਇਹ ਡਿਊਟੀ ਐਡ ਕੀਤੀ ਸੀ ਕਿ 2002 ਦੇ ਵਿੱਚ ਐਡ ਕਰਕੇ ਉਹਨਾਂ ਨੇ ਕੀ ਕਿਹਾ ਸੀਗਾ ਕਿ ਇਹਦੇ ਵਿੱਚ ਜਿਹੜੇ 6 ਤੋਂ 14 ਸਾਲ ਦੇ ਬੱਚੇ ਆ ਉਹਨਾਂ ਨੂੰ ਕੰਪਲਸਰੀ ਕੀਤਾ ਸੀਗਾ ਪੇਰੈਂਟਸ ਜਾਂ ਉਹਦੇ ਗਾਰਡੀਅਨ ਨੇ, ਠੀਕ ਆ, ਜਾਂ ਉਹਨਾਂ ਦੀ ਇੱਕ ਡਿਊਟੀ ਬਣਦੀ ਆ ਕਿ ਉਹਨਾਂ ਨੂੰ ਐਜੂਕੇਸ਼ਨ ਪ੍ਰੋਵਾਈਡ ਕਰਨੀ ਚਾਹੀਦੀ ਆ। ਇੱਕ ਚੀਜ਼ ਹੋਰ ਧਿਆਨ ਰੱਖਣਾ, ਜਿਹੜੀ ਫੰਡਾਮੈਂਟਲ ਡਿਊਟੀ ਆ ਇਹ ਨਾਨ ਜਸਟੀਫਾਈਏਬਲ ਆ, ਠੀਕ ਆ ਜੀ, ਨਾਨ ਜਸਟੀਫਾਈਏਬਲ ਆ। ਜੇਕਰ ਇਹਨੂੰ ਕੋਈ ਵੀ ਵਿਅਕਤੀ ਆਪਣਾ, ਸੋ ਇਹ ਜਸਟ ਡਿਊਟੀ ਆ, ਆਪਣੇ ਨਾਮ ਤੋਂ ਹੀ ਪਤਾ ਲੱਗ ਗਿਆ। ਜੇਕਰ ਇਸ ਨੂੰ ਕੋਈ ਫੋਲੋ ਨਹੀਂ ਕਰਦਾ ਤਾਂ ਆਪਾਂ ਉਹਨੂੰ ਕੋਰਟ ਨਹੀਂ ਲਿਜਾ ਸਕਦੇ ਉਸ ਚੀਜ਼ ਲਈ। ਬਟ ਜਿੱਦਾਂ ਕਿ ਫੰਡਾਮੈਂਟਲ ਰਾਈਟਸ ਹੋ ਗਏ, ਇਹਦੇ ਵਿੱਚ ਅਗਰ ਆਪਣਾ ਕੋਈ ਵਾਇਲੇਟ ਹੁੰਦਾ ਵਾ ਤਾਂ ਆਪਾਂ ਜਾ ਸਕਦੇ ਹਾਂ, ਠੀਕ ਆ, ਕੋਰਟ। ਸੋ ਇਹ ਸਾਰਾ ਆਪਾਂ ਪੋਲਿਟੀ ਦੇ ਵਿੱਚ ਬਹੁਤ ਚੰਗੀ ਤਰ੍ਹਾਂ ਕੀਤਾ ਹੋਇਆ। ਇਹੀ ਕੁਐਸਚਨ ਬਣਨਗੇ ਇਹਦੇ ਵਿੱਚੋਂ, ਇਸ ਤੋਂ ਬਾਅਦ ਹੋਰ ਕੋਈ ਕੁਐਸਚਨ ਨਹੀਂ ਬਣੇਗਾ, ਠੀਕ ਆ ਜੀ। ਸੋ ਇਹ ਤੁਸੀਂ ਚੰਗੀ ਤਰ੍ਹਾਂ, ਵੈਸੇ ਜਦੋਂ ਫੰਡਾਮੈਂਟਲ ਡਿਊਟੀਜ਼ ਦੀ ਆਪਣੀ ਕਲਾਸ ਜਿਹਨੇ ਕੀਤੀ ਹੋਊਗੀ ਉਹਦੇ ਲਈ ਤਾਂ ਇਹ ਬਹੁਤ ਇੰਪੋਰਟੈਂਟ, ਬਹੁਤ ਸੌਖੇ ਤਰੀਕੇ ਨਾਲ ਕੀਤਾ ਹੋਇਆ ਹੋਏਗਾ, ਠੀਕ ਆ। ਦਾ ਪਾਰਲੀਮੈਂਟ, ਦਾ ਇੰਡੀਅਨ ਪਾਰਲੀਮੈਂਟ ਕੰਸਿਸਟ ਆਫ, ਇੰਡੀਆ ਦੀ ਜਿਹੜੀ ਪਾਰਲੀਮੈਂਟ ਆ ਉਹਦੇ 'ਚ ਕੀ ਕੀ ਹੁੰਦਾ? ਦੇਖੋ ਜੀ, ਲੋਕ ਸਭਾ ਤੇ ਰਾਜ ਸਭਾ, ਲੋਕ ਸਭਾ, ਰਾਜ ਸਭਾ ਤੇ ਪ੍ਰਾਈਮ ਮਿਨਿਸਟਰ, ਸਪੀਕਰ ਆਫ ਦਾ ਲੋਕ ਸਭਾ ਜਾਂ ਪ੍ਰੈਜ਼ੀਡੈਂਟ ਐਂਡ ਦਾ ਬੋਥ ਦਾ ਹਾਊਸਸ। ਦੱਸੋ ਜੀ। ਸੋ ਬੋਥ ਦਾ ਹਾਊਸ ਦਾ ਮਤਲਬ ਹੋ ਗਿਆ ਲੋਕ ਸਭਾ ਤੇ ਰਾਜ ਸਭਾ, ਠੀਕ ਆ। ਸੋ ਤੁਸੀਂ ਦੇਖਣਾ ਵਾ ਕਿ ਇਹਦੇ ਵਿੱਚੋਂ ਕਿਹੜੀ ਆਪਸ਼ਨ ਸਹੀ ਬਣਦੀ ਆ। ਸੋ ਇਹ ਬਹੁਤ ਚੰਗੀ ਤਰ੍ਹਾਂ ਆਪਣਾ ਕਰਵਾਇਆ ਹੋਇਆ ਵਾ। ਇਹ ਵੀ ਕੁਐਸਚਨ ਵਿਦ ਐਕਸਪਲੇਨੇਸ਼ਨ, ਪੋਲਿਟੀ ਦੀ ਕਲਾਸ ਦੇਖੋ, ਤੁਹਾਡੇ ਸਾਰੇ ਕੁਐਸਚਨ ਕਵਰ ਹੁੰਦੇ ਦਿਖਣਗੇ ਤੁਹਾਨੂੰ, ਜਿਹੜਾ ਵੀ ਸਿਲੇਬਸ ਆਪਾਂ ਕੀਤਾ। ਦੇਖੋ ਜੀ, ਇਹਦੇ ਵਿੱਚ ਆਪਣਾ ਆਨਸਰ ਬਣਦਾ ਵਾ ਜੀ ਇਹਦਾ 84 ਨੰਬਰ ਦਾ, ਪ੍ਰੈਜ਼ੀਡੈਂਟ ਐਂਡ ਦਾ ਬੋਥ ਦਾ ਹਾਊਸ, ਠੀਕ ਆ। ਪ੍ਰੈਜ਼ੀਡੈਂਟ ਹੁੰਦਾ, ਠੀਕ ਆ, ਲੋਕ ਸਭਾ ਹੁੰਦਾ ਤੇ ਰਾਜ ਸਭਾ ਹੁੰਦਾ, ਉਹਨੂੰ ਆਪਾਂ ਇੰਡੀਅਨ ਪਾਰਲੀਮੈਂਟ ਕਹਿ ਦਿੰਦੇ ਆ, ਠੀਕ ਆ। ਸੋ ਇਹ ਸਾਰਾ ਕੁਝ ਤਾਂ ਅਸੀਂ ਕੀਤਾ ਹੀ ਹੋਏਗਾ। ਹੁਣ ਇਹਦੇ ਵਿੱਚ ਇੱਕ ਹੋਰ ਚੀਜ਼ ਬਣਦੀ ਆ। ਦੇਖੋ ਜੀ, ਪ੍ਰੈਜ਼ੀਡੈਂਟ ਲਈ ਕਿੰਨੇ ਨੰਬਰ ਆਰਟੀਕਲ ਆ ਕਿ ਆਪਣੇ ਭਾਰਤ ਦਾ ਇੱਕ ਪ੍ਰੈਜ਼ੀਡੈਂਟ ਹੋਊਗਾ। ਸੋ 52 ਨੰਬਰ ਆਰਟੀਕਲ ਕਹਿੰਦਾ ਵਾ ਆਪਣੇ ਸੰਵਿਧਾਨ 'ਚ ਕਿ ਇੱਕ ਪ੍ਰੈਜ਼ੀਡੈਂਟ ਹੋਏਗਾ। ਹੁਣ ਜੀ ਲੋਕ ਸਭਾ ਲਈ ਕਿਹੜਾ ਆਰਟੀਕਲ ਆ? ਜੇਕਰ ਆਪਾਂ ਨੂੰ ਲੋਕ ਸਭਾ, ਸਭ ਤੋਂ ਪਹਿਲਾਂ ਪਾਰਲੀਮੈਂਟ ਲਈ ਦੇਖ ਲੈਂਦੇ ਹਾਂ ਆਪਾਂ। ਪਾਰਲੀਮੈਂਟ ਲਈ ਕਿੰਨਾ ਨੰਬਰ ਆਰਟੀਕਲ ਆ? 79 ਨੰਬਰ ਆਰਟੀਕਲ ਪਾਰਲੀਮੈਂਟ ਬਾਰੇ ਦਰਸਾਉਂਦਾ ਵਾ। 80 ਨੰਬਰ ਆਰਟੀਕਲ ਕਿਹਦੇ ਬਾਰੇ ਦਰਸਾਉਂਦਾ? ਰਾਜ ਸਭਾ ਲਈ, ਠੀਕ ਆ।
ਰਾਜ ਸਭਾ ਲਈ 80 ਨੰਬਰ ਆਰਟੀਕਲ ਦਰਸਾਉਂਦਾ ਤੇ ਲੋਕ ਸਭਾ ਲਈ ਕਿਹੜਾ ਨੰਬਰ ਆਰਟੀਕਲ ਦਰਸਾਉਂਦਾ 81 ਨੰਬਰ ਆਰਟੀਕਲ, ਜਿਹਨੂੰ ਆਪਾਂ ਕਿ ਲੋਕ ਸਭਾ ਨੂੰ ਹਾਊਸ ਆਫ ਪੀਪਲ ਵੀ ਕਹਿ ਦਿੰਦੇ ਹਾਂ, ਠੀਕ ਆ। 80 ਨੰਬਰ ਆਰਟੀਕਲ ਰਾਜ ਸਭਾ ਨੂੰ ਆਪਾਂ ਕੌਂਸਲ ਆਫ ਸਟੇਟਸ ਵੀ ਕਹਿ ਦਿੰਦੇ ਹਾਂ, ਠੀਕ ਆ। ਸੋ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਆਪਾਂ ਬਹੁਤ ਚੰਗੀ ਤਰ੍ਹਾਂ ਇੰਡੀਅਨ ਪਾਰਲੀਮੈਂਟ ਦੇ ਵਿੱਚ ਕੀਤੀਆਂ ਹੋਈਆਂ। ਸੋ ਅਜੇ ਤੱਕ ਜਿਹੜੇ 4 ਕੁਐਸਚਨ ਆਪਾਂ ਕੀਤੇ ਨੇ, ਮੇਰੇ ਅਕੋਰਡਿੰਗ ਇਸ ਤੋਂ ਸੌਖੇ ਕੁਐਸਚਨ ਪੋਲਿਟੀ ਦੇ ਵਿੱਚ ਨਹੀਂ ਬਣ ਸਕਦੇ, ਠੀਕ ਆ। ਸੋ ਇਦਾਂ ਦੇ ਕੁਐਸਚਨ ਵੀ ਪੇਪਰ ਦੇ ਵਿੱਚ ਆਉਂਦੇ ਨੇ, ਠੀਕ ਆ, ਜ਼ਿਆਦਾਤਰ। ਨੈਕਸਟ ਕਰਦੇ ਹਾਂ ਜੀ 85 ਨੰਬਰ ਕੁਐਸਚਨ। ਹਾਂਜੀ 85 ਨੰਬਰ ਕੁਐਸਚਨ ਦੇ ਵਿੱਚ ਇਹ ਥੋੜਾ ਜਿਹਾ ਸਮਝਣ ਵਾਲਾ ਕੁਐਸਚਨ ਆ। ਜੇਕਰ ਤੁਹਾਨੂੰ ਪਹਿਲਾਂ ਜਿਹਨੇ ਇਕਨੋਮਿਕਸ ਪੜ੍ਹੀ ਹੋਊਗੀ, ਠੀਕ ਆ, ਉਹਨੂੰ ਤਾਂ ਇਹ ਚੀਜ਼ ਸਮਝ ਆ ਜਾਏਗੀ। ਜਿਹਨੇ ਨਹੀਂ ਕੀਤੀ ਹੋਏਗੀ ਕੋਈ ਗੱਲ ਨਹੀਂ, ਆਪਾਂ ਇਕਨੋਮਿਕਸ ਦੀ ਕਲਾਸ ਕਰ ਲਾਂਗੇ। ਸੋ ਉਹਦੇ ਵਿੱਚ ਤੁਹਾਨੂੰ ਇਹ ਬਹੁਤ ਚੰਗੀ ਤਰ੍ਹਾਂ ਪਤਾ ਲੱਗਿਆ। 85 ਨੰਬਰ ਕੁਐਸਚਨ 'ਚ ਉਹ ਕਹਿੰਦਾ ਕਿ ਇੰਡੀਆ ਦੇ ਵਿੱਚ ਜਿਹੜੀ ਮੋਨੀਟਾਈਜੇਸ਼ਨ ਹੁੰਦੀ ਆ ਉਹ ਫਿਜ਼ੀਕਲ ਡੈਫੀਸਿਟ ਇਜ਼ ਅਚੀਵਡ ਥਰੂ, ਠੀਕ ਆ। ਫਿਜ਼ੀਕਲ ਡੈਫੀਸਿਟ ਕੀ ਹੁੰਦਾ? ਵਿੱਤੀ ਘਾਟਾ ਪੈ ਜਾਵੇ ਮੰਨ ਲਓ, ਠੀਕ ਆ। ਹੁਣ ਉਹ ਪੁੱਛ ਰਹੇ ਆ ਕਿ ਜਿਹੜਾ ਵਿੱਤੀ ਘਾਟਾ ਪੈ ਜਾਵੇ ਤਾਂ ਉਹਦੀ ਮੋਨੀਟਾਈਜੇਸ਼ਨ ਕਿੱਦਾਂ ਪੂਰੀ ਕਰੂਗੀ, ਠੀਕ ਆ, ਇੰਡੀਆ ਦੇ ਵਿੱਚ ਸਰਕਾਰ, ਠੀਕ ਆ। ਸੋ ਉਹਦੇ ਵਿੱਚ ਉਹ ਕਹਿੰਦੇ ਕਿ ਰਿਡਿਊਸ ਕਰੂਗੀ ਪਬਲਿਕ ਐਕਸਪੈਂਡੀਚਰ, ਪ੍ਰਿੰਟ ਕਰੂਗੀ ਨਿਊ ਕਰੰਸੀ ਨੋਟਸ, ਜਾਂ ਇਨਕਰੀਜ਼ਿੰਗ ਇੰਟਰਸਟ ਰੇਟ ਕਰੂਗੀ, ਜਾਂ ਬੋਰਿੰਗ ਬਾਏ ਦਾ ਗੌਰਮੈਂਟ ਕਰੂਗੀ। ਸੋ ਅਗਰ ਤੁਸੀਂ ਇਹਦੀ ਇਕਨੋਮਿਕ ਦੇ ਜਿਹਨੇ ਵੀ ਕੈਂਡੀਡੇਟ ਨੇ ਪਹਿਲਾਂ ਇਕਨੋਮਿਕਸ ਪੜ੍ਹੀ ਹੋਊਗੀ ਉਹਨੂੰ ਤਾਂ ਇਹ ਪਤਾ ਲੱਗ ਗਿਆ ਹੋਏਗਾ, ਠੀਕ ਆ। ਸੋ ਇਹਦੇ ਲਈ ਹੁੰਦਾ ਵਾ ਜੀ, ਇਹਦਾ ਕਰੈਕਟ ਆਨਸਰ ਬਣੇਗਾ, ਤੁਹਾਨੂੰ ਮੈਂ ਦੱਸ ਦਿੰਦਾ ਵਾਂ। ਸੋ ਇਹਦਾ ਪ੍ਰਿੰਟਿੰਗ ਨਿਊ ਕਰੰਸੀ ਨੋਟਸ, ਠੀਕ ਆ। ਸੋ ਦੇਖੋ ਇਹਨੂੰ ਥੋੜਾ ਜਿਹਾ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗਾ, ਮੈਂ ਜ਼ਿਆਦਾ ਨਹੀਂ ਇਹਨੂੰ ਡਿਟੇਲ ਦੇ ਵਿੱਚ ਕਰਾਂਗਾ, ਠੀਕ ਆ। ਥੋੜਾ ਜਿਹਾ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼। ਇਹਦਾ ਮਤਲਬ ਹੁੰਦਾ ਜੀ ਫਿਜ਼ੀਕਲ ਡੈਫੀਸਿਟ, ਮੈਂ ਤੁਹਾਨੂੰ ਦੱਸਦਾ ਕਿ ਵਿੱਤੀ ਘਾਟਾ ਹੁੰਦਾ। ਮੰਨ ਲਓ ਸਰਕਾਰ ਨੂੰ ਕਿਸੇ ਵੀ ਤਰੀਕੇ ਦੇ ਨਾਲ ਘਾਟਾ ਪੈ ਗਿਆ, ਠੀਕ ਆ। ਮੈਂ ਘਾਟਾ ਮਤਲਬ ਕੋਈ ਸਿਚੁਏਸ਼ਨ ਇਦਾਂ ਦੀ ਆ ਗਈ ਆਪਣੇ ਇੰਡੀਆ ਦੇ ਵਿੱਚ, ਮੰਨ ਲਓ ਕੋਈ ਨੈਸ਼ਨਲ ਸਿਕਿਉਰਿਟੀ ਦਾ ਮਾਮਲਾ ਹੋ ਗਿਆ, ਐਕਟ ਆਫ ਵਾਰ ਹੋ ਗਿਆ, ਮਤਲਬ ਕਿ ਹੁਣ ਜਿੱਦਾਂ ਕਿ ਕੋਵਿਡ ਵੀ ਆਇਆ ਸੀ, ਕੋਵਿਡ ਦੇ ਵਿੱਚ ਵੀ ਤੁਸੀਂ ਨਿਊਜ਼ ਦੇ ਵਿੱਚ ਸੁਣੀਆਂ ਹੋਣਗੀਆਂ ਕਿ ਜਿਹੜੀ ਮਤਲਬ ਕਿ ਮੰਨ ਲਓ ਫਿਜ਼ੀਕਲ ਡੈਫੀਸਿਟ ਵਰਡ ਬਾਰ-ਬਾਰ ਤੁਸੀਂ ਨਿਊਜ਼ਪੇਪਰ ਦੇ ਵਿੱਚ ਵੀ ਦੇਖਿਆ ਹੋਏਗਾ, ਠੀਕ ਆ। ਸੋ ਇਹਦਾ ਮਤਲਬ ਉਹ ਹੈ ਕਿ ਵਿੱਤੀ ਘਾਟਾ ਪੈ ਰਿਹਾ ਗੌਰਮੈਂਟ ਨੂੰ। ਉਹਦੇ ਲਈ ਉਹ ਕੀ ਕਰੂਗੀ, ਉਹਦੇ ਵਿੱਚ ਕੀ ਹੁੰਦਾ ਵਾ ਜੀ, ਸਭ ਤੋਂ ਇਸ ਤੋਂ ਪਹਿਲਾਂ ਨਾ 1997 ਦੇ ਵਿੱਚ ਕੀ ਹੁੰਦਾ ਸੀ ਕਿ ਜਿਹੜੇ ਗੌਰਮੈਂਟ ਹੁੰਦੀ ਸੀ, ਗੌਰਮੈਂਟ ਐਡ ਹੌਕ ਬਿੱਲ ਹੁੰਦੇ ਨੇ, ਜਿਹੜੇ ਐਡ ਹੌਕ ਬਿੱਲ ਜਿਹੜੇ ਸੀ ਟ੍ਰੈਜਰੀ ਬਿੱਲ ਸੀ, ਠੀਕ ਆ, ਉਹ ਸੇਲ ਕਰ ਦਿੰਦੀ ਹੁੰਦੀ ਸੀ ਆਰਬੀਆਈ ਨੂੰ 3 ਮਹੀਨਿਆਂ ਲਈ, ਠੀਕ ਆ। ਫਿਰ ਉਸ ਤੋਂ ਬਾਅਦ 2003 ਦੇ ਵਿੱਚ ਨਾ ਇੱਕ ਐਕਟ ਆਇਆ ਸੀ, 2003 ਦੇ ਵਿੱਚ FRMB ਐਕਟ ਆਇਆ ਸੀ, ਉਹਦੇ ਵਿੱਚ ਇਹ ਚੀਜ਼ ਬੰਦ ਹੋ ਗਈ ਸੀ, ਠੀਕ ਆ। ਸੋ ਜਦੋਂ ਉਸ ਤੋਂ ਬਾਅਦ ਇਹ ਚੀਜ਼ ਬੰਦ ਹੋ ਗਈ, ਕਿਉਂਕਿ ਆਰਬੀਆਈ ਦੇ ਮਤਲਬ ਇੱਕ ਚੀਜ਼ ਇਦਾਂ ਵੀ ਸੀ ਕਿ ਉਸ ਤੋਂ ਬਾਅਦ ਜਿਹੜੀ ਮਤਲਬ ਕਿ ਕਰੰਸੀ ਨੋਟਸ, ਪ੍ਰਿੰਟਿੰਗ ਨਿਊ ਕਰੰਸੀ ਨੋਟ, ਸੋ ਗੌਰਮੈਂਟ ਜਿਹੜੀ ਹੁੰਦੀ ਸੀ, ਹੁਣ ਮੈਂ ਤੁਹਾਨੂੰ ਸਮਝਾਉਣਾ ਕਿ ਕਿਸ ਤਰ੍ਹਾਂ ਹੁੰਦੀ ਹੈ। ਇੱਕ ਤਾਂ ਹੁੰਦੀ ਆ ਮਤਲਬ ਨੋਰਮਲੀ ਜੇਕਰ ਆਪਾਂ ਗੱਲ ਕਰੀਏ, ਨੋਰਮਲੀ ਗੌਰਮੈਂਟ ਕੀ ਕਰਦੀ ਹੁੰਦੀ ਆ ਕਿ ਗੌਰਮੈਂਟ ਕੀ ਕਰਦੀ ਹੁੰਦੀ ਆ, ਜੇ ਕੋਈ ਨੋਰਮਲ ਕੰਡੀਸ਼ਨ ਆ ਗਈ, ਠੀਕ ਆ, ਸੋ ਗੌਰਮੈਂਟ ਬੋਰੋ ਕਰਦੀ ਹੁੰਦੀ ਆ ਫਰੋਮ ਮਾਰਕੀਟ ਤੋਂ ਬੋਰੋ ਕਰਦੀ ਆ, ਠੀਕ ਆ। ਸੈਲਿੰਗ ਬੌਂਡ, ਜਿਹੜੇ ਆਪਦੇ ਬੌਂਡ ਹੁੰਦੇ ਆ ਉਹ ਵੇਚ ਕੇ ਮਾਰਕੀਟ ਤੋਂ ਬੋਰੋ ਕਰਦੀ ਆ, ਠੀਕ ਆ। ਜੇਕਰ ਆਪਾਂ ਗੱਲ ਕਰੀਏ ਉਸ ਤੋਂ ਬਾਅਦ ਕੀ ਹੁੰਦਾ ਵਾ ਜੀ, ਜਿਹੜੇ ਹੁਣ ਮੈਂ ਫਾਈਨੈਂਸ਼ੀਅਲ ਡੈਫੀਸਿਟ ਹੋ ਗਿਆ, ਜਿੱਦਾਂ ਕਿ ਫਿਜ਼ੀਕਲ ਡੈਫੀਸਿਟ ਹੋ ਗਿਆ, ਜਿੱਦਾਂ ਕਿ ਉਹਦੇ ਉੱਤੇ ਕੋਈ ਉਹ ਆ ਜਾਵੇ। ਸੋ ਜਿਹੜਾ FRMB ਐਕਟ ਸੀ ਨਾ, ਉਹਦੇ ਵਿੱਚ ਇਹ ਚੀਜ਼ ਮੈਂਸ਼ਨ ਸੀਗੀ, ਠੀਕ ਆ। FRMB ਐਕਟ ਦੇ ਵਿੱਚ ਇਹ ਚੀਜ਼ ਮੈਂਸ਼ਨ ਆ ਕਿ ਜੇਕਰ ਕੋਈ ਇੱਦਾਂ ਦੀ ਕੰਡੀਸ਼ਨ ਬਣਦੀ ਆ ਕਿ ਸਿਕਿਉਰਿਟੀ ਐਕਟ ਆਫ ਵਾਰ ਹੋ ਗਿਆ, ਕਲਾਈਮੈਟਿਕ ਕਲੈਪਸ ਹੋ ਗਿਆ ਤੁਹਾਡਾ, ਜਿੱਦਾਂ ਹੁਣ ਕੋਵਿਡ ਆਇਆ ਸੀਗਾ, ਠੀਕ ਆ। ਸੋ ਉਸ ਦੌਰਾਨ ਉਹ ਕੀ ਕਹਿੰਦੇ ਸੀ, ਕਿਉਂਕਿ ਵੈਸੇ ਤਾਂ ਅਗਰ ਆਪਾਂ ਪ੍ਰਿੰਟਿੰਗ ਨਿਊ ਕਰੰਸੀ 'ਚ ਸਰਕਾਰ ਵੈਸੇ ਹੀ ਪ੍ਰਿੰਟਿੰਗ ਕਰਵਾ ਕੇ ਰੱਖ ਲੂਗੀ ਵਾਧੂ ਉਹਦੀ, ਠੀਕ ਆ, ਮਨੀ ਦੀ। ਸੋ ਇਹ ਚੀਜ਼ ਨੂੰ ਰੋਕਥਾਮ ਲਗਾਉਣ ਲਈ 2003 ਵਾਲਾ ਐਕਟ ਆਇਆ ਸੀ। ਹੁਣ ਦੇਖੋ ਜੀ, ਹੁਣ ਇਹਦੇ ਵਿੱਚ ਉਹਨਾਂ ਨੇ ਕੀ ਕੀਤਾ ਜੀ, ਜਿਹੜੀ ਆਰਬੀਆਈ ਸੀਗਾ ਇਹ ਕਰਦੀ ਆ ਗੌਰਮੈਂਟ, ਇਹਨੂੰ ਉਹ ਕਰਨ ਲਈ ਆਰਬੀਆਈ ਜਿਹੜੀ ਗੌਰਮੈਂਟ ਆਫ ਇੰਡੀਆ ਨਾ, ਇਹ ਆਰਬੀਆਈ ਨੂੰ ਨਿਰਦੇਸ਼ ਦਿੰਦੀ ਆ ਕਿ ਤੁਸੀਂ ਪ੍ਰਿੰਟ ਕਰੋ ਨਿਊ ਕਰੰਸੀ ਨੋਟਸ, ਠੀਕ ਆ ਜੀ। ਸੋ ਆਰਬੀਆਈ ਜਦੋਂ ਪ੍ਰਿੰਟ ਕਰੂਗੀ ਨਿਊ ਕਰੰਸੀ ਰੇਟ, ਸੋ ਉਸ ਦੇ ਨਾਲ ਇੱਕ ਨੁਕਸਾਨ ਵੀ ਆ। ਸੋ ਇਹਦੇ ਨਾਲ ਵੈਸੇ ਤਾਂ ਚਲੋ ਫਿਜ਼ੀਕਲ ਡੈਫੀਸਿਟ ਤਾਂ ਮੋਨੀਟਾਈਜ਼ ਹੋ ਜੂਗੀ, ਠੀਕ ਆ। ਸੋ ਵਿੱਤੀ ਘਾਟਾ ਤਾਂ ਪੂਰਾ ਹੋ ਜੂਗਾ ਜਦੋਂ ਆਰਬੀਆਈ ਨਵੇਂ ਮੰਨ ਲਓ ਨੋਟ ਆਪਣੀ ਕਰੂਗੀ, ਠੀਕ ਆ, ਪ੍ਰਿੰਟ ਕਰੂਗੀ। ਪਰ ਉਹਦੇ ਨਾਲ 2 ਚੀਜ਼ਾਂ ਵੱਧਦੀਆਂ ਹੁੰਦੀਆਂ ਨੇ, ਇੱਕ ਤਾਂ ਡੀਵੈਲੂਏਸ਼ਨ ਹੋਊਗੀ, ਠੀਕ ਆ। ਸੋ ਜਦੋਂ ਆਪਾਂ ਨਾ ਇਹਦੀ ਇਕਨੋਮਿਕਸ ਕਰਾਂਗੇ ਉਹਦੇ ਵਿੱਚ ਆਪਾਂ ਬਹੁਤ ਚੰਗੀ ਤਰ੍ਹਾਂ ਨਾਲ ਇਹ ਸਾਰੇ ਵਰਡ ਕਰਾਂਗੇ। ਡੀਵੈਲੂਏਸ਼ਨ ਹੋਊਗੀ, ਇੱਕ ਇਨਫਲੇਸ਼ਨ ਵੀ ਵਧੂਗੀ ਇਹਦੇ ਨਾਲ, ਠੀਕ ਆ। ਸੋ ਇਹ ਵਾਲੀਆਂ ਚੀਜ਼ਾਂ, ਕਿਉਂਕਿ ਲੋਕਾਂ ਕੋਲ ਪੈਸਾ ਉਹਦੇ ਕੋਲ ਐਕਸੈਸ ਆ ਜਾਊਗਾ। ਸੋ ਇਹ ਚੀਜ਼ ਹੁੰਦੀ ਆ। ਬਾਕੀ ਜਿਹੜਾ ਜਿੰਨਾ ਵੀ ਆਪਣਾ ਇਹਦਾ ਹੋਏਗਾ, ਠੀਕ ਆ, ਆਪਾਂ ਬਹੁਤ ਚੰਗੀ ਤਰ੍ਹਾਂ ਦੇ ਨਾਲ ਕਰਾਂਗੇ। ਫਿਲਹਾਲ ਮੈਂ ਤੁਹਾਨੂੰ ਥੋੜਾ ਜਿਹਾ ਓਵਰਵਿਊ ਦਿੱਤਾ ਕਿ ਫਿਜ਼ੀਕਲ ਡੈਫੀਸਿਟ ਨੂੰ ਜੇਕਰ ਮੋਨੀਟਾਈਜ਼ ਕਰਨਾ ਤਾਂ ਜਿਹੜੀ ਗੌਰਮੈਂਟ ਆ ਇੰਡੀਆ ਦੇ ਵਿੱਚ, ਉਹ ਆਰਬੀਆਈ ਨੂੰ ਕਹਿ ਸਕਦੀ ਆ ਕਿ ਹਾਂ ਕਿਸੇ ਵਿਸ਼ੇਸ਼ ਕੰਡੀਸ਼ਨ ਦੇ ਵਿੱਚ ਕਿ ਪ੍ਰਿੰਟ ਕਰੋ ਨਿਊ ਕਰੰਸੀ ਨੋਟਸ, ਠੀਕ ਆ। ਹੋਰ ਵੀ ਬਹੁਤ ਤਰੀਕੇ ਨੇ, ਬਾਕੀ ਮੈਂ ਤੁਹਾਨੂੰ ਜਦੋਂ ਵੀ ਆਪਾਂ ਇਕਨੋਮਿਕਸ ਸ਼ੁਰੂ ਕਰਾਂਗੇ ਉਹਦੇ ਵਿੱਚ ਆਪਾਂ ਬਹੁਤ ਚੰਗੀ ਤਰ੍ਹਾਂ ਕਰਾਂਗੇ, ਠੀਕ ਆ। ਸੋ ਨੈਕਸਟ ਕੁਐਸਚਨ ਕਰਦੇ ਹਾਂ। ਹੁਣ ਉਹ ਕਹਿੰਦੇ ਜੀ ਜਿਹੜੀ ਬਾਲ ਹੁੰਦੀ ਆ ਉਹ ਵੀਰਿੰਗ ਕਰਦੀ ਆ ਬਾਈਸਾਈਕਲ, ਜਿਹੜੀ ਬਾਲ ਵੀਰਿੰਗ ਹੁੰਦੀ ਆ ਉਹ ਬਾਈਸਾਈਕਲ ਦੇ ਵਿੱਚ ਯੂਜ਼ ਹੁੰਦੀ ਆ ਤੇ ਕਾਰਾਂ ਦੇ ਵਿੱਚ ਯੂਜ਼ ਹੁੰਦੀ ਆ। ਕਿਉਂ ਯੂਜ਼ ਹੁੰਦੀ ਆ? ਕਿਉਂਕਿ the actual area of the contact between wheel and axle is increased, the effective area of contact between wheel and axle is increased, the effective area of the contact between wheel and axle is reduced, ਠੀਕ ਹੈ। ਇੱਥੇ ਨਾ reduce ਲਿਖਤਾ, ਇੱਥੇ increase ਲਿਖਤਾ, ਇੱਥੇ contact ਲਿਖਤਾ actual area, ਠੀਕ ਹੈ, ਇੱਥੇ effective area ਲਿਖਤਾ। ਸੋ ਇਹ ਥੋੜਾ ਜਿਹਾ ਤੁਹਾਨੂੰ ਥੋੜਾ ਜਿਹਾ ਇਹ ਲੱਗੇਗਾ ਕਿ ਹਾਂ ਥੋੜਾ ਜਿਹਾ ਔਖੇ ਲੈਵਲ ਦਾ ਕੁਐਸਚਨ ਆਪਾਂ ਕਹਿ ਸਕਦੇ ਹਾਂ ਜਿਹਨੇ ਨਹੀਂ ਪੜ੍ਹਿਆ ਗਾ ਇਹ ਪਹਿਲਾਂ।
ਸੋ ਇਹਦਾ ਸੀ ਐਕਸ਼ਨ ਸਹੀ ਚਲਿਆ ਜਾਏਗਾ, ਠੀਕ ਆ। ਸੋ ਇਹਦਾ ਮਤਲਬ ਹੈ ਕਿ ਇਫੈਕਟਿਵ ਏਰੀਆ ਜਿਹੜਾ ਕੰਟੈਕਟ ਵਿੱਚ ਬਣਾਉਂਦਾ ਵੀਲ ਹੁੰਦਾ ਪਹੀਆ, ਠੀਕ ਆ। ਐਕਸਲ ਦੇ ਵਿੱਚ ਜਦੋਂ ਮਤਲਬ ਇਹਦੇ ਵਿੱਚ ਖੇਤਰ ਜਦੋਂ ਰਿਡਿਊਸ ਹੁੰਦਾ ਵਾ, ਠੀਕ ਆ, ਤਾਂ ਕਰਕੇ ਬਾਲ ਬੀਅਰਿੰਗ ਦਾ ਯੂਜ਼ ਕੀਤਾ ਜਾਂਦਾ ਬਾਈਸਾਈਕਲ ਤੇ ਕਾਰਸ ਦੇ ਵਿੱਚ, ਠੀਕ ਆ। ਸੋ ਨੈਕਸਟ ਕਰਦੇ ਹਾਂ ਜੀ ਆਪਾਂ ਆਪਣਾ ਕੁਐਸਚਨ। ਸੋ ਨੈਕਸਟ ਕੁਐਸਚਨ ਆ ਗਿਆ। ਹੁਣ ਥੋੜਾ ਜਿਹਾ ਕੁਐਸਚਨ ਤੁਹਾਨੂੰ ਕੁਛ ਇਹੋ ਜਿਹੇ ਦੇਖਣਗੇ ਜਿਹੜੇ ਕਿ ਤੁਸੀਂ ਸ਼ਾਇਦ ਆਪਣੀਆਂ ਕਲਾਸਾਂ ਦੇ ਵਿੱਚ ਫਿਲਹਾਲ ਨਹੀਂ ਕੀਤੇ ਹੋਣਗੇ, ਕਿਉਂਕਿ ਇਹ ਸਬਜੈਕਟ ਆਪਾਂ ਸ਼ੁਰੂ ਹੀ ਨਹੀਂ ਕੀਤੇ ਗਏ ਅਜੇ ਤੱਕ, ਠੀਕ ਆ। ਸੋ ਵਨ ਆਫ ਦਾ ਫੋਲੋਇੰਗ ਇਜ਼ ਇਨਵੋਲਵ ਫॉर ਦਾ ਡੀਸੈਲੀਨੇਸ਼ਨ ਆਫ ਦਾ ਸੀ ਵਾਟਰ, ਠੀਕ ਆ। ਡੀਸੈਲੀਨੇਸ਼ਨ ਦਾ ਕੀ ਮਤਲਬ ਹੁੰਦਾ? ਇਹਦਾ ਮਤਲਬ ਹੁੰਦਾ ਸਮੁੰਦਰ ਦੇ ਵਿੱਚ ਜਦੋਂ ਖਾਰਾ ਪਾਣੀ ਹੁੰਦਾ, ਠੀਕ ਆ, ਜੋ ਸਮੁੰਦਰ ਦੇ ਵਿੱਚ ਖਾਰਾ ਪਾਣੀ ਹੁੰਦਾ ਉਹਦੇ ਲਈ ਕੀ ਚੀਜ਼ ਇਨਵੋਲਵ ਹੁੰਦੀ ਆ? ਰਿਵਰਸ ਆਸਮੋਸਿਸ, ਸਿੰਪਲ ਆਸਮੋਸਿਸ, ਯੂਜ਼ ਆਫ ਸੋਡੀਅਮ, ਐਲੂਮੀਨੀਅਮ ਸਿਲੀਟਾਈਡ ਔਰ ਜ਼ਿਓਲਾਈਟ, ਯੂਜ਼ ਆਫ ਆਇਨ ਸਿਲੈਕਟਿਵ ਆਪਣਾ ਇਲੈਕਟ੍ਰੋਲਾਈਟਸ, ਠੀਕ ਹੈ ਜੀ। ਦੇਖੋ ਜੀ ਹੁਣ, ਸੋ ਸਮੁੰਦਰ ਦੇ ਵਿੱਚ ਖਾਰੇ ਪਾਣੀ ਲਈ ਰਿਵਰਸ ਆਸਮੋਸਿਸ ਇੰਪੋਰਟੈਂਟ ਹੁੰਦਾ ਵਾ, ਠੀਕ ਹੈ। ਜਦੋਂ ਆਪਾਂ ਇਹ ਕਰਾਂਗੇ ਉਹਦੇ ਵਿੱਚ ਆਪਾਂ ਡਿਟੇਲ 'ਚ ਕਰ ਲਾਂਗੇ, ਇੱਦਾਂ ਆਪਣੀ ਨਹੀਂ ਵੀਡੀਓ ਬਹੁਤ ਲੰਬੀ ਹੋ ਜਾਏਗੀ। ਸੋ ਆਪਾਂ ਉਹੀ ਕੁਐਸਚਨ ਆਪਾਂ ਕਰਾਂਗੇ, ਠੀਕ ਆ, ਜਿਹੜੇ ਕਿ ਆਪਾਂ ਨੂੰ ਲੱਗਦੇ ਆ ਕਿ ਹਾਂ ਐਕਸਪਲੇਨ ਕਰਨੇ ਚਾਹੀਦੇ ਨੇ। ਇਹ ਫੈਨ ਪ੍ਰੋਡਿਊਸਡ ਏ ਫੀਲਿੰਗ ਆਫ ਕੰਫਰਟੇਬਲ ਡਿਊਰਿੰਗ ਹੌਟ ਵੈਦਰ। ਇੱਕ ਫੈਨ ਆ ਜਿਹੜਾ, ਮਤਲਬ ਸਾਰਿਆਂ ਨੂੰ ਹੁਣ ਮੈਂ ਤੁਹਾਨੂੰ ਪੰਜਾਬੀ 'ਚ ਦੱਸਾਂ ਕਿ ਪੱਖਾ ਜਿਹੜਾ ਹੁੰਦਾ ਵਾ, ਪੱਖਾ ਆਪਾਂ ਨੂੰ ਆਰਾਮ ਦਿੰਦਾ ਹੁੰਦਾ ਨਾ ਗਰਮੀ 'ਚ, ਕਿਉਂ ਦਿੰਦਾ ਵਾ ਉਹ ਪੁੱਛਿਆ ਉਹਨਾਂ ਨੇ। ਕਿਉਂਕਿ ਆਵਰ ਬੋਡੀ ਰੇਡੀਏਟ ਮੋਰ ਹੀਟ ਇਨ ਏਅਰ, ਫੈਨ ਸਪਲਾਈ ਕੂਲ ਏਅਰ, ਕੰਡਕਟਿਵਿਟੀ ਆਫ ਦਾ ਏਅਰ ਇਨਕਰੀਜ਼, ਆਵਰ ਪ੍ਰੈਸਪੀਰੇਸ਼ਨ ਇਵਾਪੋਰੇਟ ਰੈਪਿਡਲੀ। ਦੇਖੋ ਜੀ, ਸੋ ਇਹ ਜ਼ਿਆਦਾ ਔਖਾ ਕੁਐਸਚਨ ਨਹੀਂ ਬਣੇਗਾ, ਠੀਕ ਆ ਜੀ। ਸੋ ਅਗਰ ਤੁਸੀਂ ਪਹਿਲਾਂ ਤੋਂ ਕੀਤਾ ਹੋਇਆ ਵਾ, ਪੜ੍ਹਿਆ ਹੋਇਆ ਵਾ, ਸੋ ਇਹ ਤੁਹਾਨੂੰ ਪਤਾ ਲੱਗ ਜਾਏਗਾ, ਠੀਕ ਆ। ਸੋ ਇਹਦਾ ਮਤਲਬ ਹੁੰਦਾ, ਇੱਕ ਚੀਜ਼ ਮੈਂ ਤੁਹਾਨੂੰ ਦੱਸ ਦਿੰਦਾ, ਚਲੋ ਮੈਂ ਪਹਿਲਾਂ ਆਨਸਰ ਦੱਸਦਾ ਤੁਹਾਨੂੰ ਅਗਰ ਨਹੀਂ ਪਤਾ। ਡੀ ਆਨਸਰ ਆਪਣਾ ਪ੍ਰੈਸਪੀਰੇਸ਼ਨ ਦਾ ਮਤਲਬ ਹੁੰਦਾ ਵਾ, ਇਹਨੂੰ ਆਪਾਂ ਸਵੀਟਨ ਵੀ ਕਹਿ ਦਿੰਦਾ, ਮਤਲਬ ਗਰਮੀ ਵੀ ਕਹਿ ਦਿੰਦੇ ਹਾਂ, ਪਸੀਨਾ ਕਹਿ ਦਿੰਦੇ ਹਾਂ, ਠੀਕ ਆ। ਹੁਣ ਇਹਦਾ ਮਤਲਬ ਕੀ ਹੁੰਦਾ ਵਾ ਕਿ ਜਦੋਂ ਮੰਨ ਲਓ ਫੈਨ ਸਾਨੂੰ ਪ੍ਰੋਡਿਊਸ ਕਰਦਾ ਵਾ ਹੀਟ, ਠੀਕ ਆ ਜੀ, ਪ੍ਰੋਡਿਊਸ ਜਿਹੜਾ ਕੰਫਰਟ ਕਰਦਾ ਹੌਟ ਵੈਦਰ ਦੇ ਵਿੱਚ, ਕਿਉਂਕਿ ਪਤਾ ਕੀ ਹੁੰਦਾ ਵਾ, ਕਿਉਂਕਿ ਜਿਹੜਾ ਆਪਣਾ ਪਸੀਨਾ ਹੁੰਦਾ ਵਾ, ਠੀਕ ਆ, ਪਸੀਨਾ ਹੁੰਦਾ ਵਾ, ਉਹ ਭਾਫ ਬਣ ਕੇ ਬਹੁਤ ਤੇਜ਼ੀ ਨਾਲ ਉੱਡ ਜਾਂਦਾ ਵਾ, ਠੀਕ ਆ। ਭਾਫ ਬਣ ਜਾਂਦਾ, ਸਾਡਾ ਪਸੀਨਾ ਭਾਫ ਬਣ ਜਾਂਦਾ ਬਹੁਤ ਤੇਜ਼ੀ ਦੇ ਨਾਲ, ਠੀਕ ਆ। ਸੋ ਉਹਦੇ ਕਰਕੇ ਇਹ ਚੀਜ਼ ਹੁੰਦੀ ਆ। ਸੋ ਜਦੋਂ ਆਪਾਂ ਇਹ ਵਾਲਾ ਟੌਪਿਕ ਕਰਾਂਗੇ ਤਾਂ ਉਹਦੇ ਵਿੱਚ ਆਪਾਂ ਬਹੁਤ ਡਿਟੇਲ 'ਚ ਕਰਾਂਗੇ, ਠੀਕ ਆ। ਫਿਲਹਾਲ ਤੁਸੀਂ ਇਹ ਚੀਜ਼ ਸਮਝ ਲਓ, ਮੈਂ ਤੁਹਾਨੂੰ ਪੰਜਾਬੀ ਦੇ ਵਿੱਚ ਸਮਝਾ ਦਿੱਤੀ ਹੈ, ਠੀਕ ਹੈ ਜੀ। ਨੈਕਸਟ ਆ ਗਿਆ ਹੁਣ, ਇਹਨਾਂ ਦੇ ਵਿੱਚੋਂ ਕਿਹੜੀ ਐਕਟੀਵਿਟੀ ਰਿਕੁਆਇਰ ਹੁੰਦੀ ਆ ਜਿਹੜੀ ਕਿ ਕੰਟਰੋਲ ਕਰਦੀ ਆ ਏਡਸ ਨੂੰ, ਠੀਕ ਆ। ਸੋ ਇਮਿਊਨੀਸੇਨੇਸ਼ਨ ਦਾ ਮਤਲਬ ਕੀ ਹੁੰਦਾ? ਟੀਕਾ ਕਰਨਾ, ਠੀਕ ਆ। ਸਰਵੇਲਿੰਗ ਆਫ ਦਾ ਪੇਸ਼ੈਂਟ ਹੋ ਗਿਆ, ਸੇਫਟੀ ਇਨ ਦਾ ਬਲੱਡ ਟ੍ਰਾਂਸਫਰ, ਹੈਲਥ ਐਜੂਕੇਸ਼ਨ ਐਂਡ ਪਬਲਿਕ ਅਵੇਅਰਨੈਸ, ਠੀਕ ਹੈ ਜੀ। ਸੋ ਇਹ ਦੱਸਣਾ ਵੀ ਇਹਦੇ ਲਈ ਤੁਹਾਡਾ ਕੀ ਕੀ ਸੀ। ਸੋ ਸਰਵੀਲੈਂਸ ਆਫ ਪੇਸ਼ੈਂਟ ਦਾ ਮਤਲਬ ਕੀ ਹੁੰਦਾ? ਇਹਦਾ ਮਤਲਬ ਹੁੰਦਾ ਮਰੀਜ਼ ਜਿਹੜੇ ਹੁੰਦੇ ਨੇ ਉਹਦੀ ਮਤਲਬ ਨਿਗਰਾਨੀ ਵਗੈਰਾ ਕਰਨਾ, ਮਤਲਬ ਧਿਆਨ ਵਗੈਰਾ ਰੱਖਣਾ। ਸੇਫਟੀ ਇਨ ਬਲੱਡ ਟ੍ਰਾਂਸਫਿਊਸ਼ਨ ਦਾ ਮਤਲਬ ਕੀ ਹੁੰਦਾ? ਮਤਲਬ ਕਿ ਇਹਦਾ ਮਤਲਬ ਹੁੰਦਾ ਖੂਨ ਚੜਾਉਣ 'ਚ ਸੁਰੱਖਿਆ ਵਰਤਣੀ, ਠੀਕ ਆ। ਹੈਲਥ ਐਜੂਕੇਸ਼ਨ ਐਂਡ ਪਬਲਿਕ ਅਵੇਅਰਨੈਸ ਦਾ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਏਗਾ ਕਿ ਮਤਲਬ ਇਹਦੇ ਵਿੱਚ ਸਿਹਤ ਸਿੱਖਿਆ ਦੇ ਪ੍ਰਤੀ ਜਨਤਕ ਵੀ ਮਤਲਬ ਜਨਤਕ ਜਾਗਰੂਕਤਾ ਹੋਣੀ ਚਾਹੀਦੀ ਆ ਤੁਹਾਡੇ 'ਚ, ਪਬਲਿਕ ਅਵੇਅਰਨੈਸ ਹੋਣੀ ਚਾਹੀਦੀ ਆ। ਸੋ ਏਡਸ ਨੂੰ ਕੰਟਰੋਲ ਲਈ ਉਹਨਾਂ ਨੇ ਪੁੱਛਿਆ ਵੀ ਕਿਹੜੀ ਚੀਜ਼ ਇਹਦੇ ਵਿੱਚ ਇੰਪੋਰਟੈਂਟ ਆ। ਸੋ ਇਹਦੇ ਵਿੱਚ ਨਾਲ ਦੇਖੋ ਆਪਸ਼ਨਸ ਦਿੱਤੀਆਂ ਹੋਈਆਂ ਨੇ, ਇੱਦਾਂ ਨਹੀਂ ਕਿ ਤੁਸੀਂ ਇੱਕ ਚੀਜ਼ ਚੁਣਨੀ ਆ। ਦੇਖੋ ਜੀ, ਆਪਸ਼ਨ ਦਿੱਤੀਆਂ ਹੋਈਆਂ ਨੇ ਕਿ ਕੀ ਇਹ 1 2 ਸਹੀ ਜਾਊਗਾ, 3 4 ਸਹੀ ਜਾਊਗਾ, 1 3 ਐਂਡ 4 ਸਹੀ ਜਾਊਗਾ, ਜਾਂ 2 3 ਤੇ 4 ਸਹੀ ਜਾਊਗਾ, ਦੱਸੋ ਜੀ। ਸੋ ਬਿਲਕੁਲ ਸਹੀ ਜੀ, ਇਹਦਾ 2 3 ਤੇ 4 ਸਹੀ ਜਾਊਗਾ। ਆਹ ਵਾਲਾ ਯੂਜ਼ ਨਹੀਂ ਹੋਊਗਾ, ਟੀਕਾਕਰਨ ਯੂਜ਼ ਨਹੀਂ ਹੋਊਗਾ। ਇਹਦੇ ਲਈ ਤੁਹਾਨੂੰ ਇਹ ਵਾਲੀਆਂ 3 ਆਪਸ਼ਨ ਸਹੀ ਜਾਣਗੀਆਂ, ਠੀਕ ਹੈ ਜੀ। ਨੈਕਸਟ ਕਰਦੇ ਹਾਂ ਜੀ। ਹੁਣ 89 ਕੁਐਸਚਨ ਆਪਣਾ ਹੋ ਗਿਆ। ਦੈਨ 90 ਨੰਬਰ ਕੁਐਸਚਨ ਕਰਨ ਜਾ ਰਹੇ ਹਾਂ ਜੀ। ਹੁਣ ਇਹਨਾਂ ਨੇ ਪੁੱਛਿਆ ਜੀ ਕਿੱਥੇ ਆ ਹੈੱਡਕੁਆਟਰ ਆ ਜਿਹੜਾ ਵਰਲਡ ਬੈਂਕ ਦਾ ਹੈੱਡਕੁਆਟਰ ਕਿੱਥੇ ਆ ਜੀ? ਜਿਹੜਾ ਵਰਲਡ ਬੈਂਕ ਦਾ ਹੈੱਡਕੁਆਟਰ ਆ ਉਹ ਹੈਗਾ ਜੀ ਆਪਣਾ ਵਾਸ਼ਿੰਗਟਨ DC ਦੇ ਵਿੱਚ, ਠੀਕ ਆ। ਇਹ ਇੰਪੋਰਟੈਂਟ ਕੁਐਸਚਨ ਬਣਦਾ ਵਾ, ਬਹੁਤ ਵਾਰ ਪੇਪਰ ਦੇ ਵਿੱਚ ਰਿਪੀਟ ਹੋਇਆ ਵਾ, ਠੀਕ ਆ। ਸੋ ਇਹ ਵਾਲਾ ਕੁਐਸਚਨ ਵੈਸੇ ਤੁਹਾਨੂੰ ਪਤਾ ਵੀ ਹੋਏਗਾ, ਬਾਕੀ ਜਦੋਂ ਆਪਾਂ ਸਟੈਟਿਕ ਜੀਕੇ ਕਰ ਰਹੇ ਹਾਂ, ਸੋ ਵੈਸੇ ਮੇਰਾ ਇਹ ਕੁਐਸਚਨ ਤੁਹਾਨੂੰ ਕਰਵਾਇਆ ਹੋਇਆ ਵਾ। ਇਹ ਕੁਐਸਚਨ ਆਪਾਂ PPSC ਦੇ PYQ ਜਦੋਂ 200 ਸੀਰੀਜ਼ ਕੀਤੀ ਸੀ ਉਹਦੇ ਵਿੱਚ ਇਹ ਕੁਐਸਚਨ ਮੇਰਾ ਤੁਹਾਨੂੰ ਕਰਵਾਇਆ ਹੋਇਆ। ਮੈਂ ਤੁਹਾਨੂੰ ਕਿਹਾ ਸੀ ਕਿ ਇਹ ਕੁਐਸਚਨ ਇੰਪੋਰਟੈਂਟ ਆ। PPSC ਦੇ ਵਿੱਚ ਹੀ 2015 ਤੋਂ ਲੈ ਕੇ 22 ਤੱਕ ਇਹ 3 ਵਾਰੀ ਰਿਪੀਟ ਹੋ ਚੁੱਕਿਆ ਵਾ ਕੁਐਸਚਨ, ਠੀਕ ਆ। ਸੋ ਤਾਂ ਹੀ ਮੈਂ ਇਹ ਚੀਜ਼ ਕਰਵਾਉਂਦਾ ਵਾਂ ਕਿ ਜਿਹੜਾ ਇੰਪੋਰਟੈਂਟ ਆ ਉਹ ਚੀਜ਼ ਤੁਸੀਂ ਜ਼ਰੂਰ ਉਹ ਕਰਨੀ ਆ, ਠੀਕ ਆ ਜੀ। ਹੁਣ ਜਿਹੜੀ ਵਰਲਡ ਬੈਂਕ ਹੁੰਦੀ ਆ, ਵਰਲਡ ਬੈਂਕ ਬਾਰੇ ਮੈਂ ਤੁਹਾਨੂੰ ਥੋੜੀ ਜਿਹੀ ਡਿਟੇਲ ਦੱਸ ਦਵਾਂ, ਠੀਕ ਆ। ਤਾਂ ਵਰਲਡ ਬੈਂਕ ਕਿਹੜੀ ਹੁੰਦੀ ਆ? ਵਰਲਡ ਬੈਂਕ ਨਾ 1944 ਦੇ ਵਿੱਚ ਇਹਦੀ ਸਥਾਪਨਾ ਹੋਈ ਸੀ, ਜਦੋਂ ਨਾ ਵਰਲਡ ਵਾਰ 2 ਚੱਲ ਰਹੀ ਸੀ। ਉਹਦੇ ਵਿੱਚ ਨਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਸੀ, ਆਰਥਿਕ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਸੀ, ਨੁਕਸਾਨ ਹੋਣ ਲੱਗ ਗਿਆ ਸੀ। ਪਤਾ ਹੈ ਕਿ ਜਦੋਂ ਯੁੱਧ ਹੋਊਗਾ ਆਰਥਿਕ ਨੁਕਸਾਨ ਤਾਂ ਦੇਸ਼ਾਂ ਨੂੰ ਹੋਊਗਾ, ਠੀਕ ਆ। ਉਹਦੇ ਵਿੱਚ ਇਹਨਾਂ ਨੇ ਕੀ ਕੀਤਾ ਸੀ, ਇਹ ਵਿੱਤੀ ਸੰਸਥਾ ਬਣੀ, ਮਤਲਬ ਫਾਈਨੈਂਸ਼ੀਅਲ ਇੰਸਟੀਟਿਊਟ ਬਣਿਆ ਇਹ, ਕਿ ਜਿਹੜਾ ਕਿ ਮਤਲਬ ਸਪੋਜ਼ ਕਰ ਲਓ ਕਿ ਕਿਸੇ ਵੀ ਦੇਸ਼ ਦੇ ਵਿੱਚ ਕੋਈ ਵੀ ਮਤਲਬ ਸਰਕਾਰ ਨੂੰ, ਦੇਸ਼ਾਂ ਦੀਆਂ ਸਰਕਾਰਾਂ ਨੂੰ ਇਹ ਕਰਜ਼ਾ ਦਿੰਦੀ ਆ, ਠੀਕ ਆ। ਮਤਲਬ ਜੇ ਕੋਈ ਪੂੰਜੀ ਪ੍ਰੋਜੈਕਟ ਲਈ ਕੋਈ ਵੀ ਪ੍ਰੋਜੈਕਟ ਚਲਾਉਣਾ ਉਹਦੇ ਲਈ ਲੋਨ ਵਗੈਰਾ ਦਿੰਦੀ ਆ, ਠੀਕ ਆ। ਸੋ ਇਹ ਤੁਸੀਂ ਹੁਣ ਯਾਦ ਕਰ ਲੈਣਾ ਵਾ। ਬਾਕੀ ਜਦੋਂ ਆਪਾਂ ਵਰਲਡ ਬੈਂਕ ਨੂੰ ਡਿਟੇਲ ਦੇ ਵਿੱਚ ਵੀ ਪੜ੍ਹ ਲਾਂਗੇ, ਇੱਕ ਤੁਹਾਨੂੰ ਮੈਂ ਸਿੰਪਲ ਓਵਰਵਿਊ ਦਿੱਤਾ ਕਿ ਇਹਦੇ ਵਿੱਚ ਇਹ 2 ਕੁਐਸਚਨ ਬਣ ਸਕਦੇ ਨੇ। ਸੋ ਇਹਦੇ ਵਿੱਚ ਇਹ ਵਾਲੀਆਂ 3 ਚੀਜ਼ਾਂ ਤੁਹਾਨੂੰ ਪੱਕੀਆਂ ਯਾਦ ਹੋਣੀਆਂ ਚਾਹੀਦੀਆਂ ਨੇ ਹੁਣੇ ਆਪਣੀ ਕਲਾਸ ਤੋਂ ਬਾਅਦ, ਠੀਕ ਆ ਜੀ। ਹੁਣ 91 ਨੰਬਰ ਆ ਗਿਆ ਜੀ।
91 ਨੰਬਰ ਕੁਐਸਚਨ ਦੇ ਵਿੱਚ ਦੇਖੋ ਜੀ ਕੰਪਿਊਟਰ ਦਾ ਕੁਐਸਚਨ ਆਇਆ ਹੋਇਆ, ਉਹਨਾਂ ਨੇ ਮੈਚ ਦੀ ਕਾਲਮ 'ਚ ਕਹਿਤਾ ਕਿ ਕਿਲੋਬਾਈਟ, ਬਾਈਟ, ਮੈਗਾਬਾਈਟ ਤੇ ਗੀਗਾਬਾਈਟਸ ਦੇ ਲਈ ਮੈਚ ਕਾਲਮ ਦੱਸਣਾ ਕਿ ਅਪਰੋਕਸੀਮੇਟ ਸਾਈਜ਼ ਕਿਹਾ ਵਾ। ਠੀਕ ਆ, ਇਹ ਚੀਜ਼ ਯਾਦ ਰੱਖਣੀ ਆ, ਅਪਰੋਕਸੀਮੇਟ ਸਾਈਜ਼ ਕਿਹਾ ਵਾ ਉਹਨਾਂ ਨੇ। ਦੇਖੋ ਜੀ ਇਹਦਾ ਕੀ ਵਾਲਾ ਸਹੀ ਬਣੇਗਾ। ਸੋ ਇਹਦੀ ਸਿਸਟੇਮੈਟਿਕ ਵਾਈਜ਼ ਤੁਸੀਂ ਮਿਲਾਉਣਾ ਕਿ ਜਿੱਦਾਂ ਤੁਹਾਨੂੰ ਮੈਂ ਸਮਝਾਉਣਾ, ਇੱਕ ਮਿੰਟ ਦੇਖੋ ਜੀ, ਜਿੱਦਾਂ ਕਿ ਤੁਸੀਂ ਦੱਸਣਾ ਮੈਂ ਕਿ ਕਿਲੋਬਾਈਟ ਦੇ ਵਿੱਚ ਕਿੰਨੇ ਉਹ ਹੁੰਦੇ ਨੇ, ਇਹਨੂੰ ਜਾਣੀ ਕਿ ਮੈਚ ਦੀ ਕਾਲਮ ਕਰਨਾ ਮੈਂ। ਠੀਕ ਆ, ਸੋ ਦੇਖੋ ਹੁਣ ਤੁਸੀਂ, ਤੁਹਾਨੂੰ ਮੈਂ ਟਾਈਮ ਦੇ ਰਿਹਾ ਮੈਂ ਇਹਦੇ ਲਈ, ਤੋਂ ਥੋੜਾ ਜਿਹਾ ਲੈਂਥੀ ਕੁਐਸਚਨ ਆ, ਸੋ ਮੈਂ ਤੁਹਾਨੂੰ 15 ਸੈਕਿੰਡ ਦੇਵਾਂਗਾ। ਠੀਕ ਆ ਜੀ, ਸੋ ਦੇਖੋ ਜੀ ਹੁਣ ਤੁਸੀਂ ਸੋਚ ਲਿਆ ਹੋਊਗਾ। ਸੋ ਸਭ ਤੋਂ ਪਹਿਲਾਂ ਕਿਲੋਬਾਈਟ ਆ ਜਿਹੜਾ, ਠੀਕ ਆ, ਕਿਲੋਬਾਈਟ ਦੇ ਵਿੱਚ 1000 ਬਾਈਟਸ ਹੁੰਦੇ ਨੇ। ਠੀਕ ਆ, 1000 ਬਾਈਟਸ ਹੁੰਦੇ ਨੇ। ਸੋ ਅਪਰੋਕਸੀਮੇਟ ਲਿਖਿਆ, ਵੈਸੇ ਤਾਂ ਆਪਾਂ ਨੂੰ ਪਤਾ ਕਿ 1024 ਬਾਈਟਸ ਹੁੰਦੇ ਨੇ। ਠੀਕ ਆ, ਸੋ ਇਹ ਕੰਪਿਊਟਰ ਦਾ ਕੁਐਸਚਨ ਆ। ਸੋ 1000 ਦਾ, ਸੋ ਬਾਕੀ ਵੀ ਤੁਹਾਨੂੰ ਸਾਰਾ, ਅਗਰ ਆਪਾਂ ਦੂਸਰਾ ਗੱਲ ਕਰੀਏ ਤਾਂ ਇਹਦਾ ਆਪਣਾ ਬਣ ਜਾਏਗਾ ਬਾਈਟਸ ਦੇ ਵਿੱਚ ਕਿੰਨਾ, 8 ਬਿਟਸ ਦਾ ਬਣ ਕੇ 1 ਬਾਈਟ ਬਣਦਾ ਹੁੰਦਾ। ਇਹ ਵੀ ਸਾਨੂੰ ਪਤਾ ਲੱਗ ਗਿਆ। ਠੀਕ ਆ, ਹੁਣ ਦੇਖੋ ਇਹਦੇ ਵਿੱਚ ਤੁਹਾਨੂੰ ਥੋੜਾ ਜਿਹੀ ਸਮਾਰਟ ਗੇਮ ਖੇਡਣੀ ਪੈਂਦੀ ਹੁੰਦੀ ਆ। ਹੁਣ ਇੱਥੇ ਤੁਹਾਨੂੰ ਪਤਾ ਲੱਗ ਗਿਆ ਨਾ ਵੀ ਇਹ ਚੀਜ਼ ਇਸ ਤਰ੍ਹਾਂ ਹੋ ਸਕਦੀ ਆ। ਦੇਖੋ ਤੁਹਾਨੂੰ ਪਤਾ ਵਾ ਕਿ ਏ ਦਾ ਆ ਗਿਆ ਤੀਜਾ, ਠੀਕ ਆ, ਤੇ ਬੀ ਦਾ ਆ ਗਿਆ ਚੌਥਾ। ਠੀਕ ਆ, ਸੋ ਜਦੋਂ ਵੀ ਇਸ ਤਰ੍ਹਾਂ ਦੀ ਕੁਐਸਚਨ ਆਵੇ ਕਿ ਆ ਦੇਖੋ ਜੀ, ਹੁਣ ਇਹਦੇ ਵਿੱਚ ਤੁਹਾਡਾ ਸਿੱਧਾ ਹੀ ਐਲੀਮੀਨੇਟ ਹੋ ਕੇ ਕੁਐਸਚਨ ਹੋ ਰਿਹਾ। ਆ ਵੀ ਕੁਐਸਚਨ ਗਲਤ ਹੋ ਗਿਆ ਤੁਹਾਡਾ, ਆ ਵੀ ਆਪਸ਼ਨ ਤੁਹਾਡੀ ਗਲਤ ਹੋ ਗਈ, ਆ ਵੀ ਕੁਐਸਚਨ ਤੁਹਾਡੀ ਗਲਤ ਹੋ ਗਈ। ਤੁਹਾਨੂੰ ਪਤਾ ਕਿ ਇੱਕ ਹੀ ਆਪਸ਼ਨ ਦਿਖ ਰਹੀ ਆ ਜਿਹਦੇ ਵਿੱਚ ਕਿ ਏ ਦਾ ਦਿਖ ਰਿਹਾ ਵਾ ਆਪਾਂ ਨੂੰ 3 ਤੇ ਬੀ ਦਾ ਦਿਖ ਰਿਹਾ ਆਪਾਂ ਨੂੰ 4। ਤੁਹਾਨੂੰ ਅਗਲੇ ਕਰਨ ਦੀ ਜ਼ਰੂਰਤ ਹੀ ਨਹੀਂ, ਕਿਉਂਕਿ ਤੁਹਾਨੂੰ ਪਤਾ ਵੀ ਇੱਕ ਆਪਸ਼ਨ ਦੇ ਵਿੱਚ ਹੀ ਸਾਰਾ ਕਵਰ ਹੋ ਗਿਆ। ਹੁਣ ਦੇਖੋ ਵੈਸੇ ਆਪਾਂ ਕਰ ਲੈਂਦੇ ਹਾਂ। ਠੀਕ ਆ, ਸੀ ਦਾ ਵੈਸੇ ਅਗਰ ਆਪਾਂ ਗੱਲ ਕਰੀਏ ਮੈਗਾਬਾਈਟ ਦੇ ਵਿੱਚ ਬਿਲੀਅਨਸ ਦੇ ਵਿੱਚ ਪੁੱਛਿਆ ਹੋਇਆ ਸੀ, ਹੋ ਸਕਦਾ ਤੁਹਾਨੂੰ ਇਹ ਚੀਜ਼ ਨਾ ਆਉਂਦੀ ਹੋਵੇ। 1 ਮਿਲੀਅਨ ਬਾਈਟਸ ਮਿਲ ਕੇ ਗੀਗਾਬਾਈਟ ਆਪਣੇ ਮੈਗਾਬਾਈਟ ਬਣਾਉਂਦੇ ਆ, ਤੇ 1 ਬਿਲੀਅਨ ਬਾਈਟਸ ਮਿਲ ਕੇ 1 ਗੀਗਾਬਾਈਟ ਬਣਾਉਂਦੇ ਆ। ਤੁਹਾਨੂੰ ਬਿਲੀਅਨਸ ਦੇ ਵਿੱਚ ਨਹੀਂ ਯਾਦ ਹੋਏਗਾ। ਠੀਕ ਆ, ਸੋ ਉਸ ਤਰ੍ਹਾਂ ਦੀ ਆਪਸ਼ਨ ਤੁਹਾਨੂੰ ਐਲੀਮੀਨੇਟ ਕਰਨੀ ਆਉਣੀ ਚਾਹੀਦੀ ਆ ਕਿ ਪੇਪਰ ਦੇ ਵਿੱਚ ਤੁਸੀਂ ਪਹਿਲਾਂ ਉਹ ਦੇਖਣਾ ਕਿ ਹਾਂ ਮੈਨੂੰ ਇਹ ਚੀਜ਼ ਦਾ ਪਤਾ ਕਿ ਇਹ ਚੀਜ਼ ਦੀ ਇਹੀ ਆਪਸ਼ਨ 100% ਬਣਦੀ ਆ। ਇਦਾਂ ਦੇ ਕੁਐਸਚਨ ਕਰਨ ਦਾ ਇਹੀ ਤਰੀਕਾ ਵਾ। ਸੋ ਇਹਦੀ ਸੀ ਆਪਸ਼ਨ ਤੁਹਾਨੂੰ ਦੋ ਚੀਜ਼ਾਂ ਦਾ ਤੁਹਾਨੂੰ ਪਤਾ ਸੀ, ਨਾਲ ਹੀ ਤੁਹਾਨੂੰ ਹੋ ਗਈ। ਠੀਕ ਆ, ਸੋ ਇਸ ਤਰ੍ਹਾਂ ਤਰੀਕਾ ਹੁੰਦਾ ਵਾ ਕਰਨ ਦਾ। ਨੈਕਸਟ ਕੁਐਸਚਨ ਕਰਦੇ ਹਾਂ ਜੀ ਆਪਾਂ 92 ਨੰਬਰ ਕੁਐਸਚਨ ਤੇ ਆ ਗਏ ਜੀ। ਹੁਣ ਆਪਾਂ ਇਹਦੇ ਵਿੱਚ ਇਹਨਾਂ ਨੇ ਪੁੱਛਿਆ ਕਿ ਇਹਨਾਂ ਦੇ ਵਿੱਚੋਂ ਦੱਸੋ ਜੀ ਇਨਕਰੀਜ਼ਿੰਗ ਆਰਡਰ ਆਫ ਪ੍ਰੋਡਕਟਿਵਿਟੀ। ਠੀਕ ਆ, ਸੋ ਇਹ ਆਪਾਂ ਕਰਨਾ ਵਾ। ਸੋ ਇਕੋ ਸਿਸਟਮ ਦੇ ਵਿੱਚੋਂ ਇਹ ਕੁਐਸਚਨ ਆਇਆ ਹੋਇਆ ਵਾ। ਸੋ ਪ੍ਰੋਡਕਟਿਵਿਟੀ ਦਾ ਗ੍ਰਾਸਲੈਂਡ, ਮੈਨਗ੍ਰੋਵਸ, ਓਸ਼ਨ ਜਾਂ ਟ੍ਰੋਪੀਕਲ ਰੇਨਫੋਰਸ। ਸੋ ਅਗਰ ਤੁਸੀਂ ਕਿਸੇ ਨੇ ਇਕੋ ਸਿਸਟਮ ਵਗੈਰਾ ਕੀਤਾ ਹੋਇਆ ਵਾ ਤਾਂ ਤੁਹਾਨੂੰ ਇਹ ਚੀਜ਼ ਪਤਾ ਹੋਏਗਾ। ਜਦੋਂ ਆਪਾਂ ਇਕੋ ਸਿਸਟਮ ਕਰਾਂਗੇ ਉਦੋਂ ਤਾਂ ਆਪਾਂ ਘਰ ਹੀ ਲੈਣਾ ਵਾ ਇਹ। ਠੀਕ ਆ ਜੀ, ਸੋ ਅਜੇ ਆਪਾਂ ਆਪਣਾ ਇਕੋ ਸਿਸਟਮ ਵਗੈਰਾ ਨਹੀਂ ਕੀਤਾ, ਵਾਤਾਵਰਨ ਵਗੈਰਾ ਨਹੀਂ ਕੀਤਾ ਹੋਇਆਗਾ ਆਪਣਾ। ਠੀਕ ਆ, ਸੋ ਇਹ PPSC ਜ਼ਿਆਦਾ ਕੁਐਸਚਨ ਇਹਦੇ ਵਿੱਚੋਂ ਕਈ ਵਾਰ ਪੁੱਛਦੇ, ਹੁਣ ਪੁੱਛਣ ਲੱਗੀ ਆ ਥੋੜੇ ਕੁ ਟਾਈਮ ਦੀ, ਇਸ ਤੋਂ ਪਹਿਲਾਂ ਘੱਟ ਪੁੱਛਦੀ ਹੁੰਦੀ ਸੀ। ਹੁਣ ਤੁਹਾਨੂੰ 2-3 ਕੁਐਸਚਨ ਇਕੋ ਸਿਸਟਮ ਜਾਂ ਆਪਣਾ ਵਾਤਾਵਰਨ ਦੇ ਵਿੱਚੋਂ, এনवायरमेंट ਦੇ ਵਿੱਚੋਂ ਦੇਖਣ ਨੂੰ ਮਿਲਦੇ ਨੇ ਇਹਦੇ ਵਿੱਚੋਂ ਵੀ। ਠੀਕ ਆ, ਸੋ ਇਹਦੇ ਲਈ ਫਿਰ ਵੀ ਤੁਹਾਨੂੰ ਕੋਈ ਟੌਪਿਕ ਤਾਂ ਪੂਰਾ ਹੀ ਕਰਨਾ ਪਏਗਾ ਨਾ। ਸੋ ਇਹਦਾ ਕੁਐਸਚਨ ਸਹੀ ਬਣਦਾ ਵਾ ਜੀ ਆਪਣਾ, ਇਹਦਾ ਆਪਣਾ ਬੀ ਆਪਸ਼ਨ ਬਿਲਕੁਲ ਸਹੀ ਬਣ ਰਹੀ ਆ। ਓਸ਼ਨ ਜਿਹੜਾ ਵਾ, ਠੀਕ ਆ, ਓਸ਼ਨ ਪਹਿਲੇ ਨੰਬਰ ਦੇ ਉੱਤੇ ਆ ਜਾਏਗਾ। ਠੀਕ ਆ ਤੁਹਾਡਾ, ਤੇ ਗ੍ਰਾਸਲੈਂਡ ਤੁਹਾਡਾ ਆ ਜਾਏਗਾ ਦੂਸਰੇ ਨੰਬਰ ਤੇ। ਠੀਕ ਆ ਜੀ, ਸੋ ਨੈਕਸਟ ਆ ਜਾਏਗਾ ਸਾਡਾ ਟ੍ਰੋਪੀਕਲ ਰੇਨਫੋਰਸ ਆ ਜਾਊਗਾ ਤੁਹਾਡਾ ਤੀਸਰੇ ਨੰਬਰ ਤੇ, ਤੇ ਮੈਨਗ੍ਰੋਵਸ ਆ ਜਾਂਦਾ ਚੌਥੇ ਨੰਬਰ ਤੇ। ਹੁਣ ਇਹਨੂੰ ਮੈਂ ਤੁਹਾਨੂੰ ਪੰਜਾਬੀ ਦੇ ਵਿੱਚ ਥੋੜਾ ਜਿਹਾ ਦੱਸਦਾ। ਠੀਕ ਆ, ਓਸ਼ਨ ਦਾ ਮਤਲਬ ਹੁੰਦਾ ਸਾਗਰ, ਇੱਧਰ ਹੀ ਲਿਖ ਦਿੰਦਾ। ਠੀਕ ਆ, ਓਸ਼ਨ ਦਾ ਮਤਲਬ ਹੁੰਦਾ ਜੀ ਸਾਗਰ। ਤੇ ਨੈਕਸਟ ਆਪਣਾ 2 ਨੰਬਰ ਸੀਗਾ ਗ੍ਰਾਸਲੈਂਡ। ਗ੍ਰਾਸਲੈਂਡ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਘਾਹ ਦੇ ਮੈਦਾਨ ਹੁੰਦੇ ਨੇ। ਠੀਕ ਆ, ਘਾਹ ਦੇ ਮੈਦਾਨ ਹੁੰਦੇ ਨੇ। ਨੈਕਸਟ ਆ ਗਿਆ ਜੀ ਸਾਡਾ 3 ਨੰਬਰ ਕਿਹੜਾ ਸੀ, ਟ੍ਰੋਪੀਕਲ ਰੇਨਫੋਰਸ। ਟ੍ਰੋਪੀਕਲ ਰੇਨਫੋਰਸ ਹੁੰਦਾ ਗਰਮ ਖੰਡੀ ਬਰਸਾਤੀ ਜੰਗਲ। ਚਲੋ ਬਰਸਾਤੀ ਜੰਗਲ ਯਾਦ ਕਰ ਲਓ। ਠੀਕ ਆ, ਬਰਸਾਤੀ ਜੰਗਲ ਹੋ ਗਏ। ਠੀਕ ਆ, ਜੇ ਮੈਨਗ੍ਰੋਵਸ ਕੀ ਹੁੰਦਾ, ਮੈਨਗ੍ਰੋਵਸ ਇੱਕ ਹੁੰਦਾ ਵਾ ਮਤਲਬ ਟਰੀ ਟਾਈਪ ਹੁੰਦਾ ਵਾ, ਜਿਹੜਾ ਕਿ ਆਪਣੇ ਰੀਵਰ ਜਿਹੜੇ ਮਤਲਬ ਕਿ ਰੀਵਰਸ ਦੇ ਕੰਢੇ ਦੇ ਉੱਤੇ ਇਹ ਹੁੰਦਾ। ਠੀਕ ਆ, ਸੋ ਇਹ ਆ। ਸੋ ਜਦੋਂ ਆਪਾਂ ਇਹ ਕਰਾਂਗੇ ਉਹਦੇ ਵਿੱਚ ਆਪਾਂ ਕਰ ਲਵਾਂਗੇ ਬਹੁਤ ਚੰਗੀ ਤਰ੍ਹਾਂ। ਠੀਕ ਆ, ਨੈਕਸਟ ਕਰਦੇ ਹਾਂ ਆਪਾਂ। The Comptroller and Auditor General of India is responsible to which of the following। ਸੋ ਇਹ ਵਾਲਾ ਟੌਪਿਕ ਹੈ ਜੀ ਆਪਣਾ ਪੋਲਿਟੀ ਦਾ ਰਹਿੰਦਾ, ਬਟ ਮੈਂ ਫਿਰ ਵੀ ਇਹ ਵਾਲਾ ਕੁਐਸਚਨ ਤੁਹਾਨੂੰ PPSC ਦਾ ਤੁਸੀਂ ਆਪਣਾ PYQ ਸੀਰੀਜ਼ ਚੈੱਕ ਕਰੋ। PYQ ਸੀਰੀਜ਼ ਦੇ ਵਿੱਚ ਮੇਰਾ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਕਰਵਾਇਆ ਹੋਇਆ ਵਾ ਕਿ ਇਹਦੇ ਵਿੱਚ ਕੀ ਬਣਦਾ ਵਾ। ਠੀਕ ਆ, ਸੋ 93 ਨੰਬਰ ਕੁਐਸਚਨ ਆ, ਕਿਹਦੇ ਲਈ ਰਿਸਪੌਂਸੀਬਲ ਹੁੰਦਾ, CCAG ਕਹਿ ਦਿੰਦੇ ਆ। ਠੀਕ ਆ, ਇਹਨੂੰ ਆਪਾਂ ਪਾਰਲੀਮੈਂਟ ਪ੍ਰੈਜ਼ੀਡੈਂਟ ਲਈ ਹੁੰਦਾ, ਮਿਨਿਸਟਰੀ ਆਫ ਫਾਈਨੈਂਸ ਲਈ ਹੁੰਦਾ, ਜਾਂ ਦਾ ਪਾਰਲੀਮੈਂਟ ਲਈ ਹੁੰਦਾ। ਹੁਣ ਓਨਲੀ ਦੀ ਆਪਸ਼ਨ ਆ ਗਈ, ਕਹਿੰਦੇ ਸਿਰਫ 1, ਸਿਰਫ 2, ਸਿਰਫ 3 ਜਾਂ ਸਿਰਫ 1 ਤੇ 3 ਦੋਨੇ। ਠੀਕ ਆ, ਸੋ ਇਹ ਦੱਸਣਾ ਮੈਂ ਤੁਸੀਂ। ਸੋ ਤੁਹਾਨੂੰ 10 ਸੈਕਿੰਡ ਦਾ ਆਪਾਂ ਟਾਈਮ ਦੇ ਰਹੇ ਹਾਂ, ਤੁਸੀਂ ਲਾਈਵ ਚੈਟ ਦੇ ਵਿੱਚ ਆਪਣਾ ਆਪਸ਼ਨ ਕਮੈਂਟ ਕਰ ਸਕਦੇ ਹੋ। ਠੀਕ ਆ, ਸੋ ਬਿਲਕੁਲ ਸਹੀ। ਜਿਹੜਾ ਕੰਟਰੋਲਰ ਐਂਡ ਆਡੀਟਰ ਜਨਰਲ ਰਿਸਪੌਂਸੀਬਲ ਸਿਰਫ ਪਾਰਲੀਮੈਂਟ ਦੇ ਲਈ ਹੁੰਦਾ ਵਾ। ਸੋ C ਆਪਸ਼ਨ ਆਪਣੀ ਸਹੀ ਚਲੇ ਜਾਂਦੀ ਆ। ਠੀਕ ਆ, ਸੋ ਇਹਦੇ ਵਿੱਚ ਆਪਾਂ ਨੂੰ ਇੱਕ ਨਾ ਪੇਪਰ ਦੇ ਵਿੱਚ ਕੁਐਸਚਨ ਆਉਂਦਾ ਹੁੰਦਾ 1 ਲਾਈਨਰ ਟਾਈਪ, ਬਹੁਤ ਵਾਰ ਪੇਪਰ 'ਚ ਰਿਪੀਟ ਹੋਇਆ। ਕੈਗ ਲਈ ਕਿਹੜਾ ਆਰਟੀਕਲ ਆ, 148 ਨੰਬਰ ਆਰਟੀਕਲ ਆ। ਠੀਕ ਆ, ਬਸ ਤੁਸੀਂ ਇੰਨਾ ਯਾਦ ਕਰ ਲਓ, ਬਾਕੀ ਆਪਾਂ ਜਦੋਂ ਕੈਗ ਦਾ ਟੌਪਿਕ ਕਰਾਂਗੇ ਉਹਦੇ ਵਿੱਚ ਹੋ ਜਾਏਗਾ। ਠੀਕ ਆ, ਪੋਲਿਟੀ ਦੇ ਵਿੱਚ।
ਨੈਕਸਟ ਆ ਗਿਆ ਹੁਣ ਇਹਨਾਂ ਦੇ ਵਿੱਚੋਂ ਬਾਇਓਸਫੇਅਰ ਜਿਹੜੀ ਰਿਜ਼ਰਵ ਆ, ਮਤਲਬ ਇਹਨਾਂ ਦੇ ਵਿੱਚ ਉਹਨਾਂ ਨੇ ਪੁੱਛਿਆ ਨਾਟ ਕਰੈਕਟਲੀ ਮੈਚ ਵੀ ਕਿਹੜੀ ਸਹੀ ਨਹੀਂ ਗੀ, ਠੀਕ ਆ। ਸੋ ਇਹਦੇ ਚੋਂ 3 ਤੁਹਾਡਾ ਸਹੀ ਹੋਣਗੀਆਂ, ਮਤਲਬ ਏ ਦੇ ਨਾਲ 1 ਤੁਹਾਡੀ ਇਹਦੇ ਵਿੱਚ ਗਲਤ ਹੋਏਗੀ, ਠੀਕ ਆ। ਸੋ ਇਹ ਸਟੈਟਿਕ ਜੀਕੇ ਦਾ ਕੁਐਸਚਨ ਆ ਗਿਆ, ਠੀਕ ਆ। ਸਟੈਟਿਕ ਜੀਕੇ ਆਪਾਂ ਸ਼ੁਰੂ ਕੀਤੀ ਹੋਈ ਆ, ਕੋਈ ਗੱਲ ਨਹੀਂ, ਆਪਾਂ ਇਹਦੇ ਵਿੱਚ ਨਿਬੇੜ ਲਵਾਂਗੇ, ਠੀਕ ਆ। ਸਟੈਟਿਕ ਜੀਕੇ ਲਗਾ ਲਓ, ਤੁਸੀਂ ਜੀਓਗ੍ਰਾਫੀ ਲਾ ਲਓ, ਉਹਦੇ ਵਿੱਚ ਹੀ ਇਹ ਆਉਂਦਾ ਵਾ, ਠੀਕ ਆ ਕੁਐਸਚਨ। ਸੋ ਦੱਸਣਾ ਜੀ ਉਹਦੇ ਵਿੱਚੋਂ ਤੁਸੀਂ ਕਿਹੜੀ ਗਲਤ ਆ ਇਹਦੇ ਵਿੱਚ। ਸੋ ਦਿਹਾਂਗ ਦਬਾਂਗ ਆ ਜਿਹੜੀ, ਠੀਕ ਆ, ਅਰੁਣਾਚਲ ਪ੍ਰਦੇਸ਼, ਇਹ ਬਿਲਕੁਲ ਸਹੀ ਆ ਜੀ। ਜਿਹੜੀ ਕਨਗਚਡਾਂਡਾ ਵਾ ਇਹ ਆਪਣੀ ਸਿੱਕਮ, ਬਿਲਕੁਲ ਸਹੀ ਆ ਜੀ। ਨੌਕਰੈਕ ਕਿੱਥੇ ਆ ਜੀ, ਆਪਣੀ ਮੇਘਾਲਿਆ 'ਚ, ਇਹ ਵੀ ਸਹੀ ਆ, ਬਟ ਇਹ ਗਲਤ ਆ ਜੀ। ਕੋਲਡ ਡੈਜ਼ਰਟ ਦਾ ਰਾਜਸਥਾਨ ਗਲਤ ਆ ਜੀ। ਰਾਜਸਥਾਨ ਦੇ ਵਿੱਚ ਥਾਰ ਡੈਜ਼ਰਟ ਆ, ਠੀਕ ਆ। ਰਾਜਸਥਾਨ ਦੇ ਵਿੱਚ ਥਾਰ ਡੈਜ਼ਰਟ ਆ, ਕੋਲਡ ਡੈਜ਼ਰਟ ਨਹੀਂ। ਕੋਲਡ ਡੈਜ਼ਰਟ ਦਾ ਤੁਹਾਨੂੰ ਦੇਖ ਕੇ ਪਤਾ ਲੱਗਦਾ ਜੇ ਕੋਲਡ ਡੈਜ਼ਰਟ ਹੁੰਦਾ ਮਾਰੂਥਲ, ਡੈਜ਼ਰਟ ਦਾ ਮਤਲਬ ਹੁੰਦਾ ਮਾਰੂਥਲ। ਹੁਣ ਠੰਡਾ ਮਾਰੂਥਲ ਥੋੜੀ ਆ ਨਾ ਰਾਜਸਥਾਨ ਦੇ ਵਿੱਚ, ਦਾ ਥਾਰ ਡੈਜ਼ਰਟ ਆ, ਠੀਕ ਆ ਉਹਦੇ ਵਿੱਚ। ਸੋ ਇਹ ਚੀਜ਼ ਤੁਹਾਨੂੰ ਇਸੇ ਤਰ੍ਹਾਂ ਨਾਲ ਦੇਖ ਕੇ ਤੁਹਾਡਾ ਆਰਾਮ ਨਾਲ ਐਲੀਮੀਨੇਟ ਹੋ ਕੇ ਵੀ ਤੁਸੀਂ ਇਹ ਕੁਐਸਚਨ ਕਰ ਸਕਦੇ ਸੀ। ਉਹ ਇਹਦੇ ਵਿੱਚ ਕੁਝ ਖਾਸ ਕੁਐਸਚਨ ਹੈ ਨਹੀਂ ਸੀ, ਠੀਕ ਆ। ਸੋ ਜਿਹੜੀ ਆਪਣੀ ਕੋਲਡ ਡੈਜ਼ਰਟ ਹੁੰਦੀ ਆ ਨਾ, ਜੋ ਹਿਮਾਲਿਆ ਹੁੰਦੀ ਆ, ਹਿਮਾਲਿਆ ਦੇ ਕੁਛ ਪਾਰਟ ਨੇ ਉੱਥੇ ਆ, ਹਿਮਾਚਲ ਪ੍ਰਦੇਸ਼ ਦੇ ਵਿੱਚ ਕੁਛ ਪਾਰਟ ਨੇ ਉੱਥੇ ਆ, ਜੰਮੂ ਐਂਡ ਕਸ਼ਮੀਰ 'ਚ ਕੁਛ ਪਾਰਟ ਨੇ, ਲੱਦਾਖ ਦੇ ਵਿੱਚ ਕੁਛ ਪਾਰਟ ਨੇ। ਸੋ ਇਹ ਚੀਜ਼ਾਂ ਹੁੰਦੀਆਂ ਨੇ। ਸੋ ਜਦੋਂ ਆਪਾਂ ਕਰਾਂਗੇ ਤਾਂ ਉਹਦੇ ਵਿੱਚ ਹੋ ਜਾਏਗਾ, ਠੀਕ ਆ। ਸੋ ਨੈਕਸਟ ਕਰਦੇ ਹਾਂ ਜੀ ਆਪਣਾ 95 ਨੰਬਰ ਕੁਐਸਚਨ। ਵਾਟ ਇਜ਼ ਨਾਟ ਟਰੂ ਅਬਾਊਟ ਦਾ ਪ੍ਰੋਸੀਜਰ ਆਫ ਦਾ ਅਮੈਂਡਮੈਂਟ ਇਨ ਦਾ ਕੌਨਸਟੀਟਿਊਸ਼ਨ, ਠੀਕ ਆ। ਕੌਨਸਟੀਟਿਊਸ਼ਨ ਦੀ ਅਮੈਂਡਮੈਂਟ ਦਾ ਪ੍ਰੋਸੀਜਰ ਕਿਹੜਾ ਨਹੀਂ, ਠੀਕ ਆ। ਅਮੈਂਡਮੈਂਟ ਲਈ ਕਿੰਨੇ ਨੰਬਰ ਆਰਟੀਕਲ ਆ, 368 ਨੰਬਰ ਆਰਟੀਕਲ ਆ, ਠੀਕ ਆ, ਮੇਰਾ ਕਰਵਾਇਆ ਹੋਇਆ। ਵੈਸੇ ਅਮੈਂਡਮੈਂਟ ਟੌਪਿਕ ਆਪਣਾ ਰਹਿੰਦਾ ਵਾ, ਠੀਕ ਆ। ਅਮੈਂਡਮੈਂਟ ਟੌਪਿਕ ਆਪਣਾ ਪੋਲਿਟੀ ਦੇ ਵਿੱਚ ਕਵਰ ਹੋਏਗਾ। ਸੋ ਵੈਸੇ ਮੇਰਾ ਤੁਹਾਨੂੰ ਇਹ ਵਾਲਾ ਜਿਹੜਾ ਕੁਐਸਚਨ ਆ, ਇਹ ਕੁਐਸਚਨ ਵੀ ਮੇਰਾ ਤੁਹਾਨੂੰ ਉਹਦੇ ਵਿੱਚ ਕਰਵਾਇਆ ਹੋਇਆ PPSC ਦੇ ਬੈਸਟ 200 ਕੁਐਸਚਨ ਦੇ ਵਿੱਚ। ਇਹ ਕੁਐਸਚਨ ਵੀ 2-3 ਵਾਰੀ ਰਿਪੀਟ ਹੋ ਚੁੱਕਿਆ। ਇਹਨਾਂ ਦੇ ਵਿੱਚੋਂ ਕਿਹੜਾ ਟਰੂ ਨਹੀਂ ਗਾ, ਠੀਕ ਆ। ਅਮੈਂਡਮੈਂਟ ਦੇ ਵਿੱਚ ਕੌਨਸਟੀਟਿਊਸ਼ਨਲ ਅਮੈਂਡਮੈਂਟ ਬਿੱਲ ਕੈਨ ਬੀ ਇੰਟਰੋਡਿਊਸ ਓਨਲੀ ਬਾਈ ਏ ਮਿਨਿਸਟਰ, ਕਹਿੰਦਾ ਜੀ ਸਿਰਫ ਮਿਨਿਸਟਰ ਬਿੱਲ ਇੰਟਰੋਡਿਊਸ ਕਰ ਸਕਦਾ ਕੌਨਸਟੀਟਿਊਸ਼ਨ ਅਮੈਂਡਮੈਂਟ ਬਿੱਲ। ਇਟ ਡਜ਼ ਨਾਟ ਰਿਕੁਆਇਰ ਪ੍ਰਾਇਰ ਪਰਮਿਸ਼ਨ ਆਫ ਦਾ ਪ੍ਰੈਜ਼ੀਡੈਂਟ, ਪ੍ਰੈਜ਼ੀਡੈਂਟ ਦੀ ਪਰਮਿਸ਼ਨ ਦੀ ਲੋੜ ਨਹੀਂ ਹੁੰਦੀ ਇਹਨੂੰ, ਠੀਕ ਆ। ਦਾ ਬਿੱਲ ਸ਼ੁੱਡ ਬੀ ਪਾਸਡ ਬਾਈ ਈਚ ਹਾਊਸ ਆਫ ਦਾ ਸਪੈਸ਼ਲ ਮੇਜੋਰਿਟੀ, ਠੀਕ ਆ। ਸੋ ਇਹ ਵੀ ਠੀਕ ਆ। ਦੇਅਰ ਇਜ਼ ਨੋ ਪ੍ਰੋਵੀਜ਼ਨ ਫॉर ਦਾ ਜੁਆਇੰਟ ਸਿਟਿੰਗ, ਮਤਲਬ ਜੁਆਇੰਟ ਸਿਟਿੰਗ ਨਹੀਂ ਹੁੰਦੀ ਗੀ ਇਹਦੇ ਲਈ। ਇਹ ਕੌਨਸਟੀਟਿਊਸ਼ਨ ਅਮੈਂਡਮੈਂਟ ਬਿੱਲ ਦੀ ਗੱਲ ਹੋ ਰਹੀ ਆ, ਠੀਕ ਆ। ਸੋ ਵੈਸੇ ਇਹ ਆਪਾਂ ਪੂਰਾ ਡਿਟੇਲ ਦੇ ਵਿੱਚ, ਵੈਸੇ ਮੇਰਾ ਤੁਹਾਨੂੰ ਇਹ ਸਮਝਾਇਆ ਹੋਇਆ ਵਾ 200 MCQ ਜਦੋਂ ਆਪਾਂ ਕੀਤੇ ਸੀ। ਫਿਰ ਵੀ ਆਪਣਾ ਅਮੈਂਡਮੈਂਟ ਟੌਪਿਕ ਦੇ ਵਿੱਚ ਤਾਂ ਤੁਹਾਨੂੰ ਕੋਈ 1% ਵੀ ਇਹਦੇ ਵਿੱਚ ਜਦੋਂ ਆਪਾਂ ਕਰ ਲਿਆ ਤਾਂ ਡਾਊਟ ਰਹੇਗਾ ਹੀ ਨਹੀਂ। ਸੋ ਤੁਸੀਂ ਸੋਚ ਲਿਆ ਹੋਊਗਾ ਇਹਦਾ ਆਪਣਾ ਆਹ ਵਾਲੀ ਚੀਜ਼ ਗਲਤ ਹੋ ਜੂਗੀ, ਆ ਤਿੰਨੇ ਆਪਸ਼ਨਾਂ ਸਹੀ ਨੇ, ਠੀਕ ਆ। ਸੋ ਇਹ ਤਿੰਨੇ ਆਪਸ਼ਨਾਂ ਸਹੀ ਨੇ, ਆਹ ਚੀਜ਼ ਗਲਤ ਹੋ ਜੂਗੀ। ਸੋ ਆਪਾਂ ਬਾਹਲਾ ਡਿਟੇਲ ਦੇ ਵਿੱਚ ਨਹੀਂ ਜਾਵਾਂਗੇ, ਠੀਕ ਆ। ਨੈਕਸਟ ਕਰਦੇ ਹਾਂ, ਠੀਕ ਆ। ਸੋ ਕੌਨਸਟੀਟਿਊਸ਼ਨ ਅਮੈਂਡਮੈਂਟ ਬਿੱਲ ਜਿਹੜਾ ਇੰਟਰੋਡਿਊਸ ਓਨਲੀ, ਸਿਰਫ ਇੱਕ ਮਿਨਿਸਟਰ, ਇਦਾਂ ਨਹੀਂ ਕਿ ਸਿਰਫ ਇੱਕ ਮਿਨਿਸਟਰ ਹੀ ਇੰਟਰੋਡਿਊਸ ਕਰ ਸਕਦਾ ਵਾ, ਠੀਕ ਆ। ਸੋ ਇਹ ਆਪਣਾ ਗਲਤ ਹੋ ਗਿਆ। ਨੈਕਸਟ ਆ ਗਿਆ ਹੁਣ ਦੇਖੋ ਜੀ, ਆਹ ਵਾਲਾ ਕੁਐਸਚਨ ਆ ਗਿਆ। ਇਹ ਵਾਲਾ ਕੁਐਸਚਨ ਵੀ ਤੁਹਾਨੂੰ ਬਹੁਤ ਹੀ ਸੌਖਾ ਕੁਐਸਚਨ ਆਇਆ ਹੋਇਆ ਵਾ। ਜੇਕਰ ਤੁਸੀਂ ਥੋੜਾ ਬਹੁਤ ਵੀ ਕਰੰਟ ਅਫੇਅਰ ਨਾਲ ਜੁੜੇ ਹੋਵੋਗੇ ਤਾਂ ਤੁਹਾਨੂੰ ਇਹ ਕੁਐਸਚਨ ਆਉਂਦਾ ਹੋਵੇਗਾ। ਸੋ ਇਹਨਾਂ ਨੇ ਕਿਹਾ ਕਿ ਮੈਚ ਦੀ ਲਿਸਟ ਉਹੀ ਮਨੂ ਬਾਕਰ, ਪ੍ਰਿਥਵੀ ਸ਼ਾ, PV ਸੰਧੂ ਜਾਂ ਦੀਪਾ ਕਰਮਾਕਾਰ। ਦੱਸੋ ਜੀ ਆਨਸਰ ਦੱਸਣਾ ਤੁਸੀਂ। A ਦਾ ਕੀ ਬਣੂਗਾ, B ਦਾ ਕੀ ਬਣੂ, C ਦਾ ਕੀ ਬਣੂ ਤੇ D ਦਾ ਕੀ ਬਣੂਗਾ ਜੀ। ਸੋ ਦੇਖੋ ਜੀ ਹੁਣ ਇਹਦੇ ਵਿੱਚ ਧਿਆਨ ਦੇਣ ਚੀਜ਼ ਕੀ ਹੁੰਦੀ ਆ ਤੁਹਾਨੂੰ, ਜੇਕਰ ਤੁਸੀਂ ਥੋੜਾ ਜਿਹਾ ਕ੍ਰਿਕਟ ਨਾਲ ਮੰਨ ਲਓ ਜੁੜੇ ਹੋਏ ਹੋ, ਠੀਕ ਆ। ਜੇਕਰ ਤੁਸੀਂ ਕ੍ਰਿਕਟ ਦੇ ਨਾਲ ਵੀ ਜੁੜੇ ਹੋਏ ਹੋ, ਤੁਸੀਂ ਉਹਦੇ ਵਿੱਚ ਵੀ ਇਹਨੂੰ ਥੋੜਾ ਜਿਹਾ ਤਰੀਕੇ ਨਾਲ ਟੈਕਲ ਕਰ ਸਕਦੇ ਹੋ, ਠੀਕ ਆ। ਦੇਖੋ ਤੁਹਾਨੂੰ ਪਤਾ ਕਿ ਜਿਹੜਾ ਪ੍ਰਿਥਵੀ ਸ਼ਾ ਵਾ, ਪ੍ਰਿਥਵੀ ਸ਼ਾ ਕ੍ਰਿਕਟ ਦੇ ਨਾਲ ਜੁੜੇ ਹੋਇਆ, ਚਾਹੇ ਤੁਸੀਂ ਕਿਸੇ ਦੇ ਨਾਲ ਵੀ ਜੁੜੇ ਹੋ, ਕਿਸੇ ਵੀ ਗੇਮ ਬਾਰੇ ਤੁਹਾਨੂੰ ਥੋੜੀ ਜਿਹੀ ਵੀ ਨੌਲੇਜ ਆ, ਤੁਸੀਂ ਪਹਿਲਾਂ ਇੱਕ ਦੇਖੋ ਕਿ ਮੈਨੂੰ ਇਹਦਾ ਪਤਾ ਬਈ ਹਾਂ ਇਹਦਾ ਇਹਦੇ ਨਾਲ ਜੁੜਿਆ ਹੋਇਆ। ਤੁਹਾਨੂੰ ਪਤਾ ਪ੍ਰਿਥਵੀ ਸ਼ਾ ਇਹਦੇ ਨਾਲ ਜੁੜਿਆ, ਤੁਹਾਨੂੰ ਪਤਾ ਵੀ B ਦਾ ਤਾਂ 101% 1 ਹੀ ਬਣਨਾ। ਦੇਖ ਲਓ B ਦਾ ਕਿਹਦੇ ਵਿੱਚ ਇੱਕ, C ਦੇ ਵਿੱਚ B ਦਾ 1 ਬਣ ਰਿਹਾ ਨਾ। ਤੁਹਾਨੂੰ ਆਹ ਚੀਜ਼ਾਂ ਦੇਖਣ ਦੀ ਲੋੜ ਹੀ ਨਹੀਂ ਪੈਣੀਗੀ ਬਾਅਦ 'ਚੋਂ। ਇੱਕ ਚੀਜ਼ ਬਟ ਤੁਹਾਨੂੰ 100% ਕਨਫਰਮ ਹੋਣੀ ਚਾਹੀਦੀ ਆ, ਅਤੇ ਉਹਦੇ ਵਿੱਚ ਜੇਕਰ ਤੁਹਾਨੂੰ 2 ਚੀਜ਼ਾਂ ਕਨਫਰਮ ਹੋ ਗਈਆਂ 100% ਤਾਂ ਤੁਹਾਡਾ ਕੁਐਸਚਨ ਇੱਦਾਂ ਦਾ ਸਟੇਟਮੈਂਟ ਵੇਸਟ ਇੱਦਾਂ ਹੀ ਨਿਕਲ ਜਾਂਦਾ। ਹੁਣ ਦੇਖ ਲਓ ਤੁਸੀਂ ਅੱਗੇ ਤੁਹਾਨੂੰ ਮਿਲਾਉਣ ਦੀ ਜ਼ਰੂਰਤ ਹੀ ਨਹੀਂ ਪਈ। ਪ੍ਰਿਥਵੀ ਸ਼ਾ ਇਹਦੇ ਨਾਲ ਤਾਲੁਕਾਤ ਰੱਖਦੇ ਨੇ, ਅਤੇ ਆਪਣਾ A ਦਾ ਆ ਗਿਆ ਮਨੂ ਬਾਕਰ ਕਿਹਦੇ ਨਾਲ ਤਾਲੁਕਾਤ ਰੱਖਦੇ ਨੇ, ਇਹ ਸ਼ੂਟਿੰਗ ਦੇ ਨਾਲ ਰੱਖਦੇ ਨੇ। ਸੋ PV ਸੰਧੂ ਕਿਹਦੇ ਨਾਲ ਤਾਲੁਕ, PV ਸੰਧੂ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ PV ਸੰਧੂ ਬੈਡਮਿੰਟਨ ਖੇਡਦੇ ਨੇ। ਸੋ C ਦਾ ਤਾਂ ਸਿੱਧਾ ਹੀ 3 ਆ ਗਿਆ। ਦੀਪਾ ਕਰਮਕਾਰ ਕੀ ਆ, ਜਿਮਨਾਸਟਿਕ ਦੇ। ਜੇਕਰ ਤੁਹਾਨੂੰ ਨਹੀਂ ਵੀ ਪਤਾ ਸੀ, ਇੱਕ ਕੁਐਸਚਨ ਵੀ ਜੇਕਰ ਤੁਹਾਨੂੰ ਆਉਂਦਾ ਹੁੰਦਾ ਨਾ, ਇੱਕ ਕੁਐਸਚਨ ਵੀ ਤੁਹਾਨੂੰ ਪਤਾ ਹੁੰਦਾ, ਤੁਸੀਂ ਤਾਂ ਵੀ ਇਹ ਟੈਕਲ ਕਰਦਾ। ਹੁਣ ਜਿੱਦਾਂ ਤੁਹਾਨੂੰ PV ਸੰਧੂ ਸਾਰਿਆਂ ਨੂੰ ਪਤਾ ਹੋਊਗਾ, ਠੀਕ ਆ। ਸੋ PV ਸੰਧੂ ਦਾ ਵੀ 3 ਆਪਸ਼ਨ ਬਣਦਾ ਪਿਆ ਸੀ। ਦੇਖੋ ਹੁਣ ਤਰੀਕਾ ਹੁੰਦਾ ਜੀ ਇਹ ਕਰਨ ਦਾ ਨਾ, ਸਟੇਟਮੈਂਟ ਬੇਸਡ ਕੁਐਸਚਨ ਤਾਂ ਕਈ ਵਾਰ ਬਹੁਤ ਸੌਖੇ ਹੋ ਜਾਂਦੇ ਨੇ। PV ਸੰਧੂ ਦੇਖੋ ਤੁਹਾਨੂੰ ਪਤਾ ਕਿ ਬੈਡਮਿੰਟਨ ਦਾ, ਮੰਨ ਲਓ ਤੁਹਾਨੂੰ ਕ੍ਰਿਕਟ ਦੇ ਨਾਲ ਨਹੀਂ ਵੀ ਜੁੜੇ ਹੋਏ, ਕਰੰਟ ਅਫੇਅਰ ਨਾਲ ਤਾਂ ਜੁੜੇ ਹੋਏ ਹੋ ਨਾ, PV ਸੰਧੂ ਬੈਡਮਿੰਟਨ ਦੇ ਨਾਲ ਬਣ ਰਿਹਾ ਵਾ। ਇੱਥੇ ਦੇਖ ਲਓ C ਦਾ ਤੀਜਾ ਕਿਹਦੇ 'ਚ, ਇੱਕ ਜੀ ਦਿਖ ਰਿਹਾ ਨਾ C ਦਾ, ਆਹ ਤਾਂ ਆਪਸ਼ਨਸ ਐਲੀਮੀਨੇਟ ਹੀ ਹੋ ਗਈਆਂ।
ਸੋ ਆਰਾਮ ਨਾਲ ਤੁਹਾਡਾ ਆਹ ਵਾਲਾ ਕੁਐਸਚਨ ਸਹੀ ਹੁੰਦਾ ਵਾ, ਠੀਕ ਆ। ਸੋ ਇਸ ਤਰ੍ਹਾਂ ਦੇ ਨਾਲ ਤਰੀਕੇ ਦੇ ਨਾਲ ਤੁਸੀਂ ਚਾਹੇ ਔਖਾ ਕੁਐਸਚਨ ਵੀ ਆਏਗਾ ਪੇਪਰ ਦੇ ਵਿੱਚ, ਸਟੇਟਮੈਂਟ ਬੇਸ ਵੀ ਆਏਗਾ, ਪਰ ਜੇ ਤੁਸੀਂ ਪੜ੍ਹੇ ਹੋਏ ਹੋ, ਥੋੜ੍ਹਾ ਬਹੁਤ ਵਧੀਆ ਤਰੀਕੇ ਦੇ ਨਾਲ ਪੜ੍ਹੇ ਹੋਏ ਹੋ, ਸੋ ਤਾਂ ਹੀ ਕਹਿੰਦੇ ਹੁੰਦੇ ਨਾ, ਚਾਹੇ ਘੱਟ ਪੜ੍ਹੋ ਪਰ ਉਹਨੂੰ ਚੰਗੀ ਤਰ੍ਹਾਂ ਪੜ੍ਹੋ। ਘੱਟ ਸਿਲੇਬਸ ਕਰ ਲਓ, ਕੋਈ ਗੱਲ ਨਹੀਂ, ਤੁਸੀਂ ਘੱਟ ਕਰ ਰਹੇ ਹੋ, ਹੌਲੀ ਕਰ ਲਓ, ਘੱਟ ਕਰ ਲਓ, ਪਰ ਉਹਨੂੰ ਚੰਗੀ ਤਰ੍ਹਾਂ ਕਰਨਾ ਵਾ, ਠੀਕ ਆ। ਇਹਦਾ ਮਤਲਬ ਇਹ ਨਹੀਂ ਤੁਸੀਂ ਸਾਰਾ ਸਿਲੇਬਸ ਇੱਕ ਵਾਰੀ ਪੜ੍ਹਨਾ, ਜ਼ਿਆਦਾ ਤੁਹਾਨੂੰ ਕੁਛ ਵੀ ਨਹੀਂ ਗਾ, ਠੀਕ ਆ। ਸੋ ਰੈੱਡ ਪਲੱਸ ਪਲੱਸ ਕੀ ਹੁੰਦਾ? ਰੈੱਡ ਪਲੱਸ ਪਲੱਸ ਕਿਹੜੀ ਸੰਸਥਾ ਵਾ ਉਹਨਾਂ ਨੇ ਪੁੱਛਿਆ। ਇਹ ਲਿਸਟ ਆਫ ਮੋਸਟ ਵਾਂਟਡ ਟੈਰਰਿਸਟ, ਜਿਹੜੇ ਟੈਰਰਿਸਟ ਹੁੰਦੇ ਨੇ ਉਹ ਇਸ਼ੂ ਕਰਦੀ ਹੈ ਇੰਟਰਪੋਲ, ਉਹ ਵਾ। ਇੱਕ ਗਲੋਬਲ NGO ਆ ਜਿਹੜੀ ਕਿ HIV ਪੋਜ਼ਿਟਿਵ ਵਰਕਰਸਾਂ ਲਈ ਕੰਮ ਕਰਦੀ ਆ। ਇਹ ਗਲੋਬਲ ਮੈਕੈਨਿਜ਼ਮ ਆ ਟੂ ਟੈਕਲ ਦਾ ਡੀਫੋਰੈਸਟੇਸ਼ਨ ਐਂਡ ਡੀਗ੍ਰੇਡੇਸ਼ਨ ਆਫ ਦਾ ਫੋਰੈਸਟ। ਇਹ ਲਿਸਟ ਆਫ ਅਨਡੈਂਡਰਡ ਆਪਣਾ ਸਪਾਈਸਿਸ ਪ੍ਰੀਪੇਅਰਡ ਬਾਈ IUCN। ਦੱਸੋ ਜੀ। ਸੋ ਇਸ ਥੋੜ੍ਹਾ ਜਿਹਾ ਆਪਾਂ ਸਟੈਟਿਕ GK ਦਾ ਕੁਐਸਚਨ ਵੀ ਕਹਿ ਸਕਦੇ ਹਾਂ, ਥੋੜ੍ਹਾ ਜਿਹਾ ਆਪਾਂ ਕਰੰਟ ਅਫੇਅਰ ਨਾਲ ਰਿਲੇਟ ਹੋ ਕੇ ਵੀ ਇਹੋ ਜਿਹੇ ਕੁਐਸਚਨ ਪੁੱਟ ਹੋ ਜਾਂਦੇ ਨੇ, ਠੀਕ ਆ। ਸੋ ਇਹ ਮਿਕਸਅਪ ਜਿਹਾ ਕੁਐਸਚਨ ਆਪਾਂ ਕਹਿ ਸਕਦੇ ਹਾਂ, ਠੀਕ ਆ। ਸੋ ਵੈਸੇ ਤੁਹਾਨੂੰ ਪਤਾ ਹੀ ਹੋਏਗਾ, ਠੀਕ ਆ। ਸੋ ਇਹ ਇੱਕ ਜਿਹੜੀ ਰੈੱਡ ਪਲੱਸ ਪਲੱਸ ਸੰਸਥਾ ਵਾ ਨਾ, ਇਹ ਵਾਲੀ ਸੰਸਥਾ ਵਾ ਇੱਕ ਜਿਹੜੀ ਗਲੋਬਲ ਮੈਕੈਨਿਜ਼ਮ ਆ, ਠੀਕ ਆ, ਦੁਨੀਆ 'ਤੇ ਉੱਤੇ ਜਿਹੜੀ ਟੈਕਲ ਕਰਦੇ। ਡੀਫੋਰੈਸਟੇਸ਼ਨ ਦਾ ਮਤਲਬ ਕੀ ਹੁੰਦਾ ਵਾ? ਡੀਫੋਰੈਸਟੇਸ਼ਨ ਮਤਲਬ ਜੰਗਲਾਂ ਦੀ ਕਟਾਈ ਅਤੇ ਜਿਹੜੀ ਵਿਨਾਸ਼ ਹੁੰਦਾ ਵਾ ਉਹਨੂੰ ਟੈਕਲ ਕਰਨ ਲਈ, ਇਹ ਨਜਿੱਠਣ ਲਈ ਸੰਸਥਾ ਬਣਾਈ ਗਈ ਆ, ਵਰਲਡ ਸੰਸਥਾ, ਠੀਕ ਆ। ਸੋ ਹੁਣ ਤੁਹਾਨੂੰ ਇਹ ਚੀਜ਼ ਕਦੇ ਵੀ ਨਹੀਂ ਭੁੱਲੇਗੀ, ਠੀਕ ਆ। ਨੈਕਸਟ ਆ ਗਿਆ ਹੁਣ ਜੀ ਆਹ ਵਾਲਾ ਕੁਐਸਚਨ ਆ ਗਿਆ। ਇਹ ਵੀ ਤੁਸੀਂ ਆਪਾਂ ਕਹਿ ਸਕਦੇ ਹਾਂ ਕਿ ਹਾਂਜੀ ਇਹ ਕੁਐਸਚਨ ਵੀ ਸਟੈਟਿਕ GK ਐਂਡ ਆਪਣਾ ਕਰੰਟ ਅਫੇਅਰ ਨਾਲ ਰਿਲੇਟਡ ਆ। ਸੋ ਕਰੰਟ ਅਫੇਅਰ ਤੁਹਾਨੂੰ ਇਹਦੇ ਲਈ PPSC ਲਈ ਸਪੈਸ਼ਲੀ ਬਹੁਤ ਚੰਗੀ ਤਰ੍ਹਾਂ ਕਰਨੇ ਪੈਣਗੇ। ਸੋ ਮੈਚ ਦਾ ਫੋਲੋਇੰਗ 'ਚ ਆ ਗਿਆ। ਚਿਨੂਕ ਕਿਹਦੇ ਨਾਲ ਰਿਲੇਟਡ ਆ? ਰਾਫੇਲ ਕਿਹਦੇ ਨਾਲ ਆ? ਬ੍ਰਹਮੋਸ ਕਿਹਦੇ ਨਾਲ ਆ? ਠੀਕ ਆ, ਦੱਸੋ ਜੀ ਹੁਣ। ਸੋ ਇਹ ਵੀ ਸੇਮ ਟੂ ਸੇਮ ਉਸ ਤਰ੍ਹਾਂ ਤੁਸੀਂ ਕਰ ਸਕਦੇ ਹੋ, ਠੀਕ ਆ। ਉਹ ਕਰਕੇ ਆਪਣਾ ਆਪਸ਼ਨਸ ਐਲੀਮੀਨੇਟ ਕਰਕੇ ਵੀ ਤੁਸੀਂ ਕੀਤਾ ਜਾ ਸਕਦਾ ਵਾ ਇਹਨੂੰ। ਦੱਸੋ ਜੀ ਇਹਦਾ ਕਿਹੜਾ ਆਨਸਰ ਸਹੀ ਬਣੇਗਾ? ਸੋ ਬਿਲਕੁਲ ਸਹੀ ਜੀ, ਇਹਦਾ D ਆਨਸਰ ਸਹੀ ਬਣੇਗਾ ਜੇਕਰ ਤੁਸੀਂ ਥੋੜ੍ਹਾ ਬਹੁਤ ਵੀ ਕੀਤਾ ਹੋਇਆ। ਚਿੰਗਨੌਕ ਆ ਜਿਹੜਾ ਇਹ ਇੱਕ ਹੈਲੀਕਾਪਟਰ ਆ, ਠੀਕ ਆ। ਅਤੇ ਆਪਣਾ ਰਾਫਲ ਆ ਜਿਹੜਾ, ਰਾਫਲ ਕੀ ਆ? ਇਹ ਇੱਕ ਫਾਈਟਰ ਏਅਰਕ੍ਰਾਫਟ ਆ। ਬ੍ਰਹਮੋਸ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਬ੍ਰਹਮੋਸ ਆਪਣੀ ਮਿਸਾਈਲ ਆ, ਠੀਕ ਆ। ਦੇਖੋ ਜੇਕਰ ਤੁਹਾਨੂੰ ਬ੍ਰਹਮੋਸ ਵੀ ਪਤਾ ਸੀ ਕਿ ਮਿਸਾਈਲ ਆ, ਦੋ ਆਪਸ਼ਨਸ ਤਾਂ ਤੁਹਾਡੀਆਂ ਸਿੱਧੀਆਂ ਐਲੀਮੀਨੇਟ ਹੋ ਗਈਆਂ, ਸਿਰਫ ਇਹਦੇ 'ਚ ਟਾਈ ਹੋਇਆ। ਸੋ ਕਿੱਥੇ ਤੁਹਾਨੂੰ ਚਾਰਾਂ ਦੇ ਵਿੱਚੋਂ ਕਨਫਿਊਜ਼ਨ ਸੀ, ਕਿੱਥੇ ਤੁਹਾਨੂੰ ਸਿਰਫ ਦੋ 'ਚ ਆ ਗਏ। ਦੋ ਦੇ ਵਿੱਚ ਵੀ ਜੇ ਤੁਹਾਨੂੰ ਦੋ ਚੀਜ਼ਾਂ ਦਾ ਪਤਾ ਤਾਂ ਤੁਹਾਡਾ ਆਪਸ਼ਨ ਹੋ ਕੇ ਨਿਕਲ ਜਾਂਦਾ ਵਾ ਕੁਐਸਚਨ। ਸੋ ਇਹ ਤਰੀਕਾ ਹੁੰਦਾ ਵਾ ਕਰਨ ਦਾ। ਨੈਕਸਟ ਆ ਗਿਆ ਜੀ, ਹੂ ਅਮੰਗ ਦਾ ਫੋਲੋਇੰਗ ਇਜ਼ ਦਾ ਗਵਰਨਰ ਆਫ ਦਾ RBI। ਇਹ ਕੁਐਸਚਨ ਵੀ ਪੇਪਰ ਦੇ ਵਿੱਚ ਮੋਸਟ ਇੰਪੋਰਟੈਂਟ ਆ। ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਜਿਹੜੇ ਆਪਣੇ ਗਵਰਨਰ ਹੋ ਗਏ, ਇਲੈਕਸ਼ਨ ਕਮਿਸ਼ਨਰ ਹੋ ਗਏ, ਕੈਗ ਹੋ ਗਿਆ, ਇਹਨਾਂ ਦੇ ਨਾਮ ਤੁਸੀਂ ਸਪੈਸ਼ਲੀ ਯਾਦ ਰੱਖਣੇ ਆ। ਪੇਪਰ ਦੇ ਵਿੱਚ ਇਹ ਚੀਜ਼ਾਂ ਕੁਐਸਚਨ ਪੁੱਛਦੇ ਹੀ ਪੁੱਛਿਆ। ਨੀਤੀ ਆਯੋਗ ਹੋ ਗਿਆ। ਸੋ ਸਟੈਟਿਕ GK ਆਪਾਂ ਕਰ ਰਹੇ ਹਾਂ, ਨਾਲ ਦੀ ਨਾਲ ਥੋੜ੍ਹਾ ਮੈਂ ਤੁਹਾਨੂੰ ਉਹਦੇ ਵਿੱਚ ਕਵਰ ਕਰਾਉਂਦਾ ਜਾਵਾਂਗਾ, ਠੀਕ ਆ। ਇਹ ਜਿਹੜੇ ਜਿਵੇਂ ਆਪਣੀ ਆਈ ਜਾਏਗੀ। ਅਤੇ 2 ਨੰਬਰ ਦੇ ਉੱਤੇ ਨਾ ਜਦੋਂ ਤੁਸੀਂ ਮੰਨ ਲਓ ਕਰੰਟ ਅਫੇਅਰ ਆਪਾਂ ਸ਼ੁਰੂ ਕਰ ਦਾਂਗੇ ਬਹੁਤ ਜਲਦੀ। ਮੈਂ ਕੋਸ਼ਿਸ਼ ਕਰਾਂਗੇ ਅਗਲੇ ਮਹੀਨੇ ਜੁਲਾਈ ਦੇ ਵਿੱਚ ਸਟਾਰਟ ਕਰਦਾ, ਠੀਕ ਆ। ਸੋ ਕਰੰਟ ਅਫੇਅਰ ਦੇ ਵਿੱਚ ਮੈਂ ਤੁਹਾਨੂੰ ਇਹ ਪੂਰੀ ਡਿਟੇਲ ਦੇ ਵਿੱਚ ਕਰਾਂਗਾ, ਠੀਕ ਆ। ਸੋ RBI ਦਾ ਜਿਹੜਾ ਗਵਰਨਰ ਆ, ਇਹਨਾਂ 'ਚੋਂ ਕਿਹੜਾ? ਬਹੁਤ ਸੌਖਾ ਕੁਐਸਚਨ। ਸ਼ਕਤੀਕਾਂਤ ਦਾਸ, ਅਮਿਤਾਭ ਕਾਂਤ, ਸੁਭਾਸ਼ ਚੰਦਰ ਗਰਗ ਜਾਂ ਉਰਜਿਤ ਪਟੇਲ। ਸੋ ਇਹ ਤਾਂ ਫਿਲਹਾਲ ਤਾਂ ਹੁਣ ਚੇਂਜ ਹੀ ਹੋ ਗਿਆ, ਠੀਕ ਆ। ਉਸ ਟਾਈਮ ਦੇ ਉੱਤੇ ਸ਼ਕਤੀਕਾਂਤ ਦਾਸ ਸੀਗਾ। ਹੁਣ ਅਗਰ ਆਪਾਂ ਗੱਲ ਕਰੀਏ RBI, ਸੌਰੀ RBI ਗਵਰਨਰ ਸ਼ਕਤੀਕਾਂਤ ਦਾਸ ਹੀ ਆ, ਠੀਕ ਆ ਜੀ। ਸ਼ਕਤੀਕਾਂਤ ਦਾਸ ਹੀ ਆ। ਸੋ ਮੈਨੂੰ ਵੀ ਕਨਫਿਊਜ਼ਨ ਹੋ ਗਈ ਸੀ। ਸੋ ਜਿਹੜਾ ਇਹ ਵਾਲਾ ਕੁਐਸਚਨ ਆ, ਸ਼ਕਤੀਕਾਂਤ ਦਾਸ ਹੈਗਾ RBI ਗਵਰਨਰ। ਉਸ ਟਾਈਮ ਦੇ ਉੱਤੇ ਵੀ ਇਹੀ ਸੀਗਾ। ਹੁਣ ਇਹਦੇ ਵਿੱਚ ਜਿਹੜੀ ਚੀਜ਼ ਦੇਖਣ ਵਾਲੀ ਆ, ਪੇਪਰ ਦੇ ਵਿੱਚ RBI 'ਚੋਂ ਹੋਰ ਕਿਹੜਾ ਕੁਐਸਚਨ ਪੁੱਛਿਆ ਜਾਂਦਾ? RBI ਦੇ ਵਿੱਚ ਕੁਐਸਚਨ ਪੁੱਛਿਆ ਜਾਂਦਾ ਕਿ ਪਹਿਲਾ RBI ਗਵਰਨਰ ਕੌਣ ਸੀ? ਫਸਟ RBI ਗਵਰਨਰ ਕੌਣ ਸੀ? ਮੈਂ ਬਹੁਤ ਚੰਗੀ ਤਰ੍ਹਾਂ ਤੁਹਾਨੂੰ RBI ਬਾਰੇ ਪੜ੍ਹਾਇਆ ਹੋਇਆ ਵਾ। ਕਿਸੇ ਇੱਕ ਟੌਪਿਕ ਦੇ ਵਿੱਚ ਕੁਐਸਚਨ ਆਇਆ ਸੀਗਾ, ਉਹਦੇ ਵਿੱਚ ਮੈਂ ਬਹੁਤ ਚੰਗੀ ਤਰ੍ਹਾਂ ਦੱਸਿਆ ਵਾ ਤੁਹਾਨੂੰ। ਔਸਬੋਰਨ ਸਮਿਥ, ਸਟੈਟਿਕ GK ਦੀ ਕਲਾਸ 'ਚ ਮੈਂ ਤੁਹਾਨੂੰ ਕਰਵਾਇਆ ਹੋਇਆ ਹੈ। ਔਸਬੋਰਨ ਸਮਿਥ ਜਿਹੜਾ ਸੀਗਾ ਨਾ, ਇਹ ਸੀਗਾ RBI ਦਾ ਪਹਿਲਾ ਗਵਰਨਰ। RBI ਨੇ 1934 ਐਕਟ ਦੇ ਤਹਿਤ 1935 'ਚ ਇਹਦੀ ਸਥਾਪਨਾ ਹੋਈ ਸੀ, ਠੀਕ ਆ। ਸੋ ਜੇਕਰ ਆਪਾਂ ਨੂੰ ਕੁਐਸਚਨ ਆਵੇ ਕਿ RBI ਦਾ ਜਿਹੜਾ ਭਾਰਤੀ ਮੂਲ ਦਾ ਗਵਰਨਰ ਕੌਣ ਸੀ, ਠੀਕ ਆ, ਇਹ ਸੀਗਾ CD ਦੇਸ਼ਮੁਖ। ਕਈ ਵਾਰ ਇਸ ਤਰ੍ਹਾਂ ਪੁੱਛ ਲੈਂਦਾ ਹੁੰਦੇ ਆ, ਕਈ ਵਾਰ ਉਹ ਪੁੱਛ ਲੈਂਦੇ ਹੁੰਦੇ ਕਿ ਜਿਹੜੇ ਆਜ਼ਾਦੀ ਦੇ ਟਾਈਮ ਦੇ ਉੱਤੇ ਕੌਣ ਸੀ CD ਦੇਸ਼ਮੁਖ, ਅਤੇ ਕੌਣ ਸੀਗਾ ਆਪਣਾ ਗਵਰਨਰ? CD ਦੇਸ਼ਮੁਖ। ਇੱਕ ਚੀਜ਼ ਹੋਰ ਪੁੱਛਦੇ ਹੁੰਦਾ, RBI ਦਾ ਨੈਸ਼ਨਲਾਈਜੇਸ਼ਨ ਕਦੋਂ ਹੋਇਆ ਸੀ? ਰਾਸ਼ਟਰੀਕਰਨ ਕਦੋਂ ਹੋਇਆ ਸੀ? 1949 ਈਸਵੀ 'ਚ। ਬਸ ਇਹ ਕੁਐਸਚਨ ਬਣਦੇ ਨੇ ਤੁਹਾਡੇ। ਇਹ ਚੀਜ਼ਾਂ ਤੁਹਾਡੇ ਟਿਪਸ ਦੇ ਉੱਤੇ ਹੋਣੀਆਂ ਚਾਹੀਦੀਆਂ ਨੇ। ਬਹੁਤ ਸੌਖੇ ਕੁਐਸਚਨ ਬਣਦੇ ਨੇ, ਠੀਕ ਹੈ। ਇਹਦੇ 'ਚੋਂ ਇਹਨਾਂ 'ਚੋਂ ਕਿਹੜੀ ਸਟੇਟ ਆ ਜਿਹੜੀ ਕਿ ਕੈਬੁਲ ਲਮਜ਼ਾਓ ਨੈਸ਼ਨਲ ਪਾਰਕ ਦਾ ਓਨਲੀ ਫਲੋਟਿੰਗ ਪਾਰਕ ਇਨ ਦਾ ਵਰਲਡ? ਦੁਨੀਆ ਦਾ ਜਿਹੜਾ ਕਿਹੜਾ ਵਾ ਇਹਦੇ ਵਿੱਚ ਇਹ ਲੋਕੇਟਡ ਆ? ਮਨੀਪੁਰ, ਮਿਜ਼ੋਰਮ, ਮੇਘਾਲਿਆ, ਜੰਮੂ ਕਸ਼ਮੀਰ। ਲਓ ਜੀ, ਇਹ ਆਪਣਾ ਸਟੈਟਿਕ GK ਦਾ ਕੁਐਸਚਨ ਆ ਗਿਆ। ਸੋ ਇਹ ਇੰਪੋਰਟੈਂਟ ਕੁਐਸਚਨ ਬਣਦਾ। ਇਹ ਪੇਪਰ ਦੇ ਵਿੱਚ ਬਹੁਤ ਵਾਰ ਰਿਪੀਟ ਹੁੰਦਾ ਸਟੈਟਿਕ GK ਦੇ ਵਿੱਚ, 1 ਲਾਈਨਰ ਦੇ ਵਿੱਚ। ਸੋ ਇਹਦਾ ਆਨਸਰ ਬਣਦਾ ਜੀ ਮਨੀਪੁਰ ਦੇ ਵਿੱਚ ਇਹ ਲਮਜ਼ਾਓ ਨੈਸ਼ਨਲ ਪਾਰਕ ਲੋਕੇਟਡ ਆ। ਇਹ ਵਰਲਡ ਦਾ ਸੀਗਾ ਫਲੋਟਿੰਗ ਪਾਰਕ ਆ, ਠੀਕ ਆ। ਹੁਣ ਅਗਰ ਆਪਾਂ ਇਹਦੇ ਬਾਰੇ ਇੱਕ ਕੁਐਸਚਨ ਹੋਰ ਬਣਦਾ ਕਿ ਇਹਨੂੰ ਸੈਂਚੁਰੀ ਕਦੋਂ ਡਿਕਲੇਅਰ ਕੀਤਾ ਸੀ? 1966 ਦੇ ਵਿੱਚ ਇਹਨੂੰ ਸੈਂਚੁਰੀ ਡਿਕਲੇਅਰ ਕੀਤਾ ਸੀ। ਨੈਕਸਟ ਇੱਕ ਕੁਐਸਚਨ ਹੋਰ ਇਹਦੇ ਉੱਤੇ ਬਣਦਾ ਹੁੰਦਾ, ਸ਼ਾਇਦ ਇਹਦੇ ਉੱਤੇ ਕੁਐਸਚਨ ਕੀ ਬਣਦਾ ਹੁੰਦਾ? ਇੱਕ ਕੁਐਸਚਨ ਬਣਦਾ ਹੁੰਦਾ ਕਿ ਨੈਸ਼ਨਲ ਪਾਰਕ
ਕਿ ਨੈਸ਼ਨਲ ਪਾਰਕ ਕਦੋਂ ਬਣਿਆ। 1977 ਦੇ ਵਿੱਚ ਇਹ ਨੈਸ਼ਨਲ ਪਾਰਕ ਬਣਿਆ ਸੀਗਾ, ਠੀਕ ਆ। ਸੋ ਇੱਕ ਕੁਐਸਚਨ ਇਹਦੇ ਵਿੱਚ, ਸੋ ਅਗਰ ਆਪਾਂ ਗੱਲ ਕਰੀਏ ਤਾਂ ਇਹ ਨਾ ਨਾਰਥ ਈਸਟ ਦੇ ਵਿੱਚ ਸਿਚੁਏਟਡ ਆ, ਠੀਕ ਆ। ਇੱਕ ਹੁੰਦੀ ਆ ਲੋਕਤਕ ਲੇਕ ਆ, ਠੀਕ ਆ, ਉੱਥੇ ਇਹ ਸਥਿਤ ਆ। ਬਸ ਇੰਨੇ ਕੁਐਸਚਨ ਬਣ ਗਏ। ਬਾਕੀ ਜਦੋਂ ਆਪਾਂ ਸਟੈਟਿਕ ਜੀਕੇ 'ਚ ਨੈਸ਼ਨਲ ਪਾਰਕ ਕਰਾਂਗੇ ਉਹਦੇ ਵਿੱਚ ਮੈਂ ਤੁਹਾਨੂੰ ਡਿਟੇਲ 'ਚ ਕਰਵਾ ਦਾਂਗਾ। ਬਹੁਤ ਸੌਖਾ ਕੁਐਸਚਨ ਆਇਆ ਹੋਇਆ ਜੀ ਇਹ ਵੀ ਮੇਰਾ ਤੁਹਾਨੂੰ ਜਿਹੜਾ ਆਪਣਾ ਕਲਾਸ ਸੀਗੀ PYQ ਦੇ ਵਿੱਚ ਕਰਵਾਇਆ ਹੋਇਆ ਕੁਐਸਚਨ ਆ। ਇਹਨਾਂ 'ਚੋਂ ਇਨਕਰੈਕਟ ਮੈਚ ਦੱਸਣਾ, ਅਲਗੋਜ਼ਾ, ਲੁੱਡੀ, ਹੰਸਲੀ। ਮਤਲਬ ਇਹਨਾਂ ਨੇ ਸਾਰਾ ਇਹਦੇ ਬਰਾਬਰ ਇਹ ਮੰਨ ਲਿਆ ਕਿ ਅਲਗੋਜ਼ਾ ਔਰਨਾਮੈਂਟ ਆ, ਲੁੱਡੀ ਇੰਸਟਰੂਮੈਂਟ ਆ, ਹੰਸਲੀ ਡਾਂਸ ਆ। ਕਿਹੜਾ ਗਲਤ ਆ, ਠੀਕ ਆ। ਇਹ ਚੀਜ਼ ਯਾਦ ਰੱਖਣਾ, ਓਨਲੀ 1 1 2 1 3 2 ਐਂਡ 1 2 3। ਦੇਖੋ ਜੀ, ਇਹ ਤੁਹਾਡਾ ਗਲਤ ਨਹੀਂ ਹੋਣਾ ਚਾਹੀਦਾ ਗਾ। ਇਹ ਮੇਰਾ ਤੁਹਾਨੂੰ ਪਹਿਲਾਂ ਕਰਵਾਇਆ, ਇਸ ਲਈ ਮੈਂ ਕਹਿੰਦਾ ਹੁੰਦਾ ਕਿ ਹਰੇਕ ਕਲਾਸ ਤੁਹਾਡੇ ਲਈ ਇੰਪੋਰਟੈਂਟ ਹੁੰਦੀ ਆ। ਇੱਦਾਂ ਨਹੀਂ ਕਿ ਤੁਸੀਂ ਇੱਕ ਥਿਊਰੀ ਕਰ ਲਈ ਤਾਂ ਤੁਹਾਡਾ ਕੰਮ ਬਣ ਜਾਏਗਾ। ਤੁਹਾਨੂੰ PYQ ਵੀ ਕਰਨੇ ਪੈਣੇ ਆ, ਤੁਹਾਨੂੰ ਉਹਦੇ ਨਾਲ ਰਿਲੇਟਡ ਜੋ ਵੀ MCQ ਜਿੱਥੇ ਵੀ ਮੈਂ ਪੁੱਟ ਕਰਦਾ, ਚਾਹੇ ਟੈਲੀਗ੍ਰਾਮ 'ਤੇ ਪੁੱਟ ਕਰਦਾ, ਤੁਸੀਂ ਉਹ ਕਰਨੇ ਹੀ ਕਰਨੇ ਨੇ, ਠੀਕ ਆ। ਉਹ ਇੰਪੋਰਟੈਂਟ ਹੀ ਕਰਾ ਰਹੇ ਆ ਆਪਾਂ, ਕੋਈ ਵੀ ਐਕਸਟਰਾ ਚੀਜ਼ ਮੈਂ ਤੁਹਾਨੂੰ ਕਹਿ ਰਿਹਾ ਨਹੀਂ ਕਰ ਰਹੇਗੇ ਆਪਾਂ, ਠੀਕ ਆ। ਸੋ ਜੋ ਵੀ ਐਗਜ਼ਾਮ ਦੇ ਵਿੱਚ ਬਾਰ-ਬਾਰ ਆ ਰਹੇ ਨੇ ਜਾਂ ਆਉਣ ਦੀ ਸੰਭਾਵਨਾ ਸਿਰਫ ਉਹੀ ਕਰਦੇ ਆ ਆਪਾਂ, ਠੀਕ ਆ। ਸੋ ਦੇਖੋ ਜੀ, ਇਹਦਾ ਆਨਸਰ ਤਿੰਨੇ ਹੀ ਗਲਤ ਨੇ ਇਹ, ਠੀਕ ਆ ਜੀ। 1 2 3 ਇਹ ਤਿੰਨੇ ਗਲਤ ਬਣਾਇਆ ਹੋਇਆ ਇਹਨਾਂ ਨੇ। ਦੇਖੋ ਜੀ, ਹੁਣ ਲੁੱਡੀ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਲੁੱਡੀ ਕੀ ਆ। ਲੁੱਡੀ ਇੱਕ ਡਾਂਸ ਆ। ਆਪਾਂ ਸਾਰਿਆਂ ਨੇ ਕੀਤਾ ਕਿ ਜਿੱਤ ਦੇ ਜਸ਼ਨ ਲਈ, ਪੰਜਾਬੀਆਂ ਦੇ ਕਿਸੇ ਵੀ ਫੀਲਡ ਦੇ ਵਿੱਚ ਜਿੱਤ ਦੀ ਜਸ਼ਨ ਲਈ ਜਿਹੜਾ ਡਾਂਸ ਕੀਤਾ ਜਾਂਦਾ ਉਹਨੂੰ ਆਪਾਂ ਲੁੱਡੀ ਪਾਈ ਜਾਂਦੀ ਆ, ਠੀਕ ਆ। ਇਹ ਡਾਂਸ ਆ। ਹੁਣ ਨੈਕਸਟ ਆਪਾਂ ਗੱਲ ਕਰੀਏ ਜਿਹੜਾ ਅਲਗੋਜ਼ਾ ਹੁੰਦਾ। ਅਲਗੋਜ਼ਾ ਕੀ ਹੁੰਦਾ, ਇਹ ਨਾ ਬੰਸਰੀ ਟਾਈਪ ਹੁੰਦਾ। ਅਲਗੋਜ਼ਾ ਜਿਹੜਾ ਹੁੰਦਾ ਨਾ ਬੰਸਰੀ ਟਾਈਪ ਇੰਸਟਰੂਮੈਂਟ ਆ। ਇਹ ਕਿਹੜਾ ਇੰਸਟਰੂਮੈਂਟ ਆ? ਇਹ ਅਲਗੋਜ਼ਾ ਇੰਸਟਰੂਮੈਂਟ ਆ। ਇੱਕ ਨਾ ਵੁੱਡ ਵਾਈਂਡ ਟਾਈਪ ਹੁੰਦਾ ਬੰਸਰੀ ਟਾਈਪ, ਮੈਂ ਤੁਹਾਨੂੰ ਕਿਹਾ ਵੁੱਡ ਵਾਈਂਡ ਹੁੰਦਾ ਵਾ, ਠੀਕ ਆ। ਨੈਕਸਟ ਆ ਗਿਆ ਹੰਸਲੀ। ਹੰਸਲੀ ਦਾ ਅਗਰ ਆਪਾਂ ਗੱਲ ਕਰੀਏ, ਹੰਸਲੀ ਕਿਹਦੇ ਨਾਲ ਰਿਲੇਟਡ ਆ? ਹੰਸਲੀ ਰਿਲੇਟਡ ਆ ਜੀ ਆਪਣਾ ਔਰਨਾਮੈਂਟ ਆ, ਠੀਕ ਆ ਜੀ। ਸੋ ਲੁੱਡੀ ਆਪਣਾ ਹੋ ਗਿਆ। ਲੁੱਡੀ ਦੇਖੋ ਜੀ, ਹੁਣ ਦਿੱਤੀਆਂ ਇਹਨਾਂ ਨੇ ਆਪਸ਼ਨਸ ਵਿੱਚ ਹੀ ਹੋਈਆਂ ਸੀਗੀਆਂ। ਸੋ ਇਹਦੇ ਵਿੱਚ ਲੁੱਡੀ ਦੀ ਗੱਲ ਕਰੀਏ, ਲੁੱਡੀ ਇੱਕ ਡਾਂਸ ਆ। ਹੰਸਲੀ ਦੀ ਅਗਰ ਆਪਾਂ ਗੱਲ ਕਰੀਏ, ਹੰਸਲੀ ਆਪਣਾ ਇੱਕ ਔਰਨਾਮੈਂਟ ਆ। ਅਲਗੋਜ਼ਾ ਕੀ ਆ? ਆਪਣਾ ਇੰਸਟਰੂਮੈਂਟ। ਬਟ ਇਹਨਾਂ ਨੇ ਇਨਕਰੈਕਟ ਪੇਅਰ ਪੁੱਛ ਲਿਆ ਸੀ, ਠੀਕ ਆ, ਵੀ ਗਲਤ ਕਿਹੜਾ, ਬਰਾਬਰ ਦਿੱਤੇ ਹੋਏ ਸੀ ਇਹਨਾਂ ਨੇ, ਠੀਕ ਆ। ਹੁਣ ਦੇਖੋ ਅਲਗੋਜ਼ਾ ਬਾਰੇ ਮੈਂ ਤੁਹਾਨੂੰ ਦੱਸਤਾ, ਹੰਸਲੀ ਇੱਕ ਔਰਨਾਮੈਂਟ ਆ, ਠੀਕ ਆ। ਪੇਪਰ ਦੇ ਵਿੱਚ ਵੈਸੇ ਕੁਐਸਚਨ ਪੁੱਛਣੇ ਆ, ਵੈਸੇ ਫਿਰ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਵਾ ਕਿ ਇਹ ਇੱਕ ਔਰਨਾਮੈਂਟ ਆ। ਬਸ ਗੱਲ ਖਤਮ। ਨੈਕਸਟ ਕਰਦੇ ਆਪਾਂ। ਨੈਕਸਟ ਆ ਗਿਆ ਜੀ ਸਾਡੇ ਕੋਲੇ ਕੁਐਸਚਨ, ਇਹਦੇ ਵਿੱਚ ਆ ਰਿਹਾ ਜੀ, ਲਓ ਜੀ, ਪੰਜਾਬ GK ਦੇ ਕੁਐਸਚਨ ਸਟਾਰਟ ਹੋ ਗਏ ਆ। ਆਪਾਂ ਬਹੁਤ ਚੰਗੀ ਤਰ੍ਹਾਂ ਕੀਤੇ ਹੋਏ ਨੇ ਇਹ ਕੁਐਸਚਨ। ਇਹ ਮੇਰਾ ਤੁਹਾਨੂੰ ਆਹ ਵਾਲਾ ਕੁਐਸਚਨ ਤੁਹਾਨੂੰ PYQ 'ਚ ਵੀ ਕਰਵਾਇਆ ਹੋਇਆ, ਤੇ ਬਾਕੀ ਆਪਾਂ ਮਹਾਰਾਜਾ ਰਣਜੀਤ ਸਿੰਘ ਬਾਰੇ ਤਾਂ ਬਹੁਤ ਚੰਗੀ ਤਰ੍ਹਾਂ ਆਲਰੇਡੀ ਪੜ੍ਹੇ ਹੀ ਹੋਇਆ, ਠੀਕ ਆ। ਪਹਿਲਾਂ ਇੱਕ ਵਾਰ ਤੁਸੀਂ ਇਹਨੂੰ ਦੇਖ ਲਓ ਕਿ ਇਹ 2 ਸਟੇਟਮੈਂਟਸ ਦਿੱਤੀਆਂ ਨੇ, ਦੱਸੋ ਇਹਨਾਂ ਦੇ ਵਿੱਚੋਂ ਸਹੀ ਕਿਹੜੀ ਆ। ਟ੍ਰੀਟੀ ਆਫ ਲਾਹੌਰ ਆ ਜਿਹੜੀ, ਉਹ ਸਾਈਨ ਹੋਈ ਸੀ ਲਾਰਡ ਹਾਰਡਿੰਗ ਤੇ ਮਹਾਰਾਜਾ ਰਣਜੀਤ ਸਿੰਘ 'ਚ। ਦੂਜੀ ਸਟੇਟਮੈਂਟ ਇਹਨਾਂ ਨੇ ਦਿੱਤੀ ਆ ਮਹਾਰਾਜਾ ਰਣਜੀਤ ਸਿੰਘ ਨੇ ਜਿਹੜੇ ਫੁਲਕੀਆਂ ਮਿਸਲ ਤੋਂ ਤਾਲੁਕਾਤ ਰੱਖਦੇ ਸੀ। ਦੇਖੋ ਜੀ, ਬਹੁਤ ਹੀ ਵਧੀਆ ਕੁਐਸਚਨ ਆ। ਮੇਰੇ ਅਕੋਰਡਿੰਗ ਇਹ ਕੁਐਸਚਨ ਦਾ ਕਿਸੇ ਵੀ ਕੈਂਡੀਡੇਟ ਦਾ ਗਲਤ ਨਹੀਂ ਹੋਣਾ ਚਾਹੀਦਾ ਗਾ। ਤੁਸੀਂ ਲਾਈਵ ਚੈਟ ਦੇ ਵਿੱਚ ਆਪਣੀ ਆਨਸਰ ਦੇਣਾ ਵਾ, ਠੀਕ ਆ ਜੀ। ਸੋ ਸਿਰਫ ਇੱਕ ਸਟੇਟਮੈਂਟ ਸਹੀ ਆ, ਸਿਰਫ ਦੂਜੀ ਸਟੇਟਮੈਂਟ ਸਹੀ ਆ, ਬੋਥ ਦੋਨੇ ਸਟੇਟਮੈਂਟ ਆਈ ਉਹ ਕਹਿੰਦੇ ਸਹੀ ਆ, ਜਾਂ ਡੀ ਬੋਥ ਦੋਨੇ ਹੀ ਸਟੇਟਮੈਂਟਾਂ ਗਲਤ ਨੇ। ਮਤਲਬ ਉਹ ਕਹਿ ਰਹੇ ਆ ਜਾਂ ਤਾਂ ਦੋਨੇ ਸਹੀ ਨੇ ਜਾਂ ਇੱਕ ਸਹੀ ਆ, 2 ਸਹੀ ਆ, ਦੱਸੋ ਜੀ। ਸੋ ਆਪਾਂ ਤੁਹਾਨੂੰ 10 ਸੈਕਿੰਡ ਦਾ ਟਾਈਮ ਦਿੱਤਾ। ਲਓ ਜੀ, ਇਹ ਦੋਨੇ ਹੀ ਸਟੇਟਮੈਂਟਾਂ ਗਲਤ ਆ ਜੀ, ਦੋਨੇ ਸਟੇਟਮੈਂਟਾਂ ਗਲਤ ਆ। ਦੇਖੋ ਹੁਣ ਮਹਾਰਾਜਾ ਰਣਜੀਤ ਸਿੰਘ ਕਿੱਥੋਂ ਬਿਲੋਂਗ ਆ? ਸ਼ੁਕਰ ਚੱਕੀਆ ਮਿਸਲ ਤੋਂ ਬਿਲੋਂਗ ਕਰਦੇ ਸੀ। ਆਪਾਂ ਕੀਤਾ ਹੋਇਆ ਵਾ ਬਹੁਤ ਚੰਗੀ ਤਰ੍ਹਾਂ, ਠੀਕ ਆ। ਸੋ ਇਹ ਤਾਂ ਪੱਕਾ ਹੀ ਗਲਤ ਹੋ ਗਿਆ ਸੀ, ਤੁਹਾਨੂੰ ਪਤਾ ਹੀ ਸੀਗਾ। ਹੁਣ ਜਿਹੜਾ ਟ੍ਰੀਟੀ ਆਫ ਲਾਹੌਰ ਸਾਈਨ ਹੋਈ ਸੀ ਨਾ, ਇਹ ਗਲਤ ਆ ਜੀ। ਟ੍ਰੀਟੀ ਆਫ ਲਾਹੌਰ ਕਿਹਦੇ ਵਿੱਚ ਸਾਈਨ ਹੋਈ ਸੀ? ਮਹਾਰਾਜਾ ਦਲੀਪ ਸਿੰਘ ਦੇ ਨਾਲ ਹੋਈ ਸੀ। ਮਹਾਰਾਜਾ ਦਲੀਪ ਸਿੰਘ ਤੇ ਇੰਗਲਿਸ਼ ਈਸਟ ਇੰਡੀਆ ਬ੍ਰਿਟਿਸ਼ਰ ਦੇ ਖਿਲਾਫ ਹੋਈ ਸੀਗੀ, ਠੀਕ ਆ, ਦੇ ਨਾਲ ਹੋਈ ਸੀ। ਸੋ ਨੈਕਸਟ ਆਪਾਂ ਗੱਲ ਕਰੀਏ ਤਾਂ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੀ ਟ੍ਰੀਟੀ ਸੀ, ਠੀਕ ਆ। ਸੋ ਜਿਹੜੀ ਆਹ ਵਾਲੀ ਟ੍ਰੀਟੀ ਦੀ ਮੈਂ ਗੱਲ ਕਰਦਾ ਨਾ, ਜਿਹੜੀ ਕਿ ਲਾਹੌਰ ਦੀ ਟ੍ਰੀਟੀ ਸੀ, ਇਹਦੀ ਤੁਸੀਂ ਡੇਟ ਵੀ ਯਾਦ ਕਰਨੀ ਆ। ਮੇਰਾ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਦੇ ਨਾਲ ਕਰਵਾਇਆ ਹੋਇਆ ਹੈ। 9 ਮਾਰਚ 1846 ਨੂੰ ਹੋਈ ਸੀ, ਪਹਿਲੇ ਐਂਗਲੋ ਵਿਸ਼ਵ ਯੁੱਧ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਤੇ ਈਸਟ ਇੰਡੀਆ ਕੰਪਨੀ ਦੇ ਵਿਚਕਾਰ। ਜੇਕਰ ਆਪਾਂ ਟ੍ਰੀਟੀ ਆਫ ਅੰਮ੍ਰਿਤਸਰ, ਠੀਕ ਆ, ਅੰਮ੍ਰਿਤਸਰ ਦੀ ਟ੍ਰੀਟੀ ਕਿਹਦੇ ਨਾਲ ਹੋਈ? ਰਣਜੀਤ ਸਿੰਘ, ਮਹਾਰਾਜਾ ਰਣਜੀਤ ਸਿੰਘ ਤੇ ਨਾਲ ਮੈਟ ਕੈਫੇ ਸੀਗਾ ਉਸ ਟਾਈਮ ਦੇ ਉੱਤੇ, ਮੈਟ ਕੈਫੇ ਦੇ ਨਾਲ, ਤੇ ਅੰਗਰੇਜ਼ਾਂ ਦੇ ਵਿੱਚ ਹੋਈ ਸੀ। ਚਾਹੇ ਮੈਟ ਕੈਫੇ ਲਿਖ ਦੇਣਗੇ ਚਾਹੇ ਅੰਗਰੇਜ਼ ਲਿਖ ਦੇਣਗੇ, ਠੀਕ ਆ, ਈਸਟ ਇੰਡੀਆ ਕੰਪਨੀ ਉਹਨਾਂ ਦੇ ਨਾਲ ਹੋਈ ਸੀ। ਇਹਦੇ ਵਿੱਚ ਹੁਣ ਤੁਸੀਂ ਯਾਦ ਰੱਖਣੀ ਆ ਇਹਦੀ ਡੇਟ, 25 ਅਪ੍ਰੈਲ। ਟ੍ਰੀਟੀ ਆਫ ਅੰਮ੍ਰਿਤਸਰ ਦੀ ਮੈਂ ਗੱਲ ਕਰਦਾ, 25 ਅਪ੍ਰੈਲ 1809 'ਚ ਹੋਈ ਸੀ, ਠੀਕ ਆ। ਸੋ ਇਹ ਚੀਜ਼ਾਂ ਬਹੁਤ ਬੇਸਿਕ ਬਣਦੀਆਂ ਨੇ। ਜੇਕਰ ਤੁਸੀਂ ਆਰਾਮ ਦੇ ਨਾਲ ਵੀ ਤੁਸੀਂ ਵਧੀਆ ਤਰੀਕੇ ਨਾਲ ਆਪਣੀ ਕਲਾਸ ਦੇਖੀ ਹੋਈ ਆ ਤੇ ਉਸ ਤੋਂ ਬਾਅਦ ਤੁਸੀਂ ਨਾਲ PDF ਵਧੀਆ ਤਰੀਕੇ ਨਾਲ ਰਿਵਾਈਜ਼ ਕੀਤੀ ਹੋਈ ਆ, ਤਾਂ ਤੁਹਾਡੀ ਇਹ ਕਦੇ ਵੀ ਗਲਤ ਨਹੀਂ ਜਾਂਦੀ। ਹੁਣ ਇਹ ਹੈੱਡ ਤੇ ਕੰਟਰੀ ਕਿ ਇਹਦੇ ਕੰਟਰੀ ਦਾ ਕਿਹੜਾ ਹੈੱਡ ਆ, ਠੀਕ ਆ ਜੀ। ਸੋ ਇਹ ਵਾਲਾ ਕੁਐਸਚਨ ਤੁਸੀਂ ਕਰ ਸਕਦੇ ਹੋ, ਦੱਸਣਾ ਇਹਦਾ ਕਿਹੜਾ ਆਨਸਰ ਬਣਦਾ ਵਾ, ਠੀਕ ਆ ਜੀ। ਸੋ ਇਹ ਤਾਂ ਹੁਣ ਜ਼ਿਆਦਾ ਥੋੜ੍ਹੇ ਜਿਹੇ ਇੰਟਰਨੈਸ਼ਨਲ ਰਿਲੇਸ਼ਨ ਦੇ ਵਿੱਚੋਂ ਆਇਆ ਹੋਇਆ ਕੁਐਸਚਨ ਆ, ਠੀਕ ਆ। ਸੋ ਇਹ ਤੁਸੀਂ ਕਰ ਸਕਦੇ ਹੋ। ਹੁਣ ਆਪਾਂ ਅਗਲਾ ਇੰਪੋਰਟੈਂਟ ਕੁਐਸਚਨ ਕਰਦੇ ਹਾਂ, ਠੀਕ ਆ। ਹੂ ਅਮੋਂਗ ਦਾ ਫੋਲੋਇੰਗ ਇਜ਼ ਦਾ ਪ੍ਰੈਜ਼ੈਂਟ ਚੀਫ ਇਲੈਕਸ਼ਨ ਕਮਿਸ਼ਨਰ ਆਫ ਦਾ ਇੰਡੀਆ, ਠੀਕ ਆ।
ਪ੍ਰੈਜ਼ੈਂਟ ਚੀਫ ਇਲੈਕਸ਼ਨ ਕਮਿਸ਼ਨਰ ਕੌਣ ਆ, ਠੀਕ ਆ। ਉਸ ਟਾਈਮ ਦੀ ਗੱਲ ਹੋ ਰਹੀ ਆ ਇਹ, ਉਸ ਟਾਈਮ ਦੇ ਉੱਤੇ ਕੌਣ ਸੀ? ਸੁਸ਼ੀਲ ਚੰਦਰਾ, ਠੀਕ ਆ। ਸੋ ਇਸ ਟਾਈਮ ਦੇ ਉੱਤੇ ਕੌਣ ਆ? ਸੋ ਇਹਦਾ ਆਨਸਰ ਤੁਸੀਂ ਮੈਨੂੰ ਦੇਣਾ ਵਾ ਆਪਣਾ ਕਮੈਂਟ ਬਾਕਸ ਦੇ ਵਿੱਚ, ਠੀਕ ਆ। ਸੋ ਇਹਦਾ ਹੁਣ ਫਿਲਹਾਲ ਚੀਫ ਇਲੈਕਸ਼ਨ ਕਮਿਸ਼ਨਰ ਕੌਣ ਆ, ਲਾਈਵ ਚੈਟ ਦੇ ਵਿੱਚ ਤੁਸੀਂ ਇਹ ਜਾਂ ਕਮੈਂਟ ਬਾਕਸ ਦੇ ਵਿੱਚ ਆਨਸਰ ਦੇਣਾ। ਸੋ ਚਲੋ ਮੈਂ ਤੁਹਾਨੂੰ ਦੱਸ ਹੀ ਦਿੰਦਾ ਵਾਂ, ਠੀਕ ਆ। ਰਾਜੀਵ ਕੁਮਾਰ ਬਣੇ ਨੇ ਹੁਣ ਆਪਣੇ ਚੀਫ ਇਲੈਕਸ਼ਨ ਕਮਿਸ਼ਨਰ, ਠੀਕ ਆ। ਰਾਜੀਵ ਕੁਮਾਰ ਬਣਿਆ ਮਈ 2022 ਦੇ ਵਿੱਚ ਹੀ ਇਹਨਾਂ ਨੇ ਚਾਰਜ ਸੰਭਾਲਿਆ, ਠੀਕ ਆ। ਸੋ ਇਹ ਵੀ ਹੋ ਗਿਆ, ਠੀਕ ਆ। ਤੁਹਾਨੂੰ ਦੱਸ ਹੀ ਦਿੰਦਾ ਚਲੋ। ਇਹਨਾਂ ਦੇ ਵਿੱਚੋਂ ਕਿਹੜੇ ਗੁਰੂ ਸਾਹਿਬ ਨੇ ਜਿਨ੍ਹਾਂ ਨੇ ਕਿ ਮੰਜੀ ਸਿਸਟਮ ਸਟਾਰਟ ਕੀਤਾ ਸੀ ਸਪਰੈਡ ਕਰਨ ਲਈ ਗੁਰੂ ਨਾਨਕ ਦੇਵ ਜੀ ਦੇ ਮੈਸੇਜ ਨੂੰ, ਠੀਕ ਆ। ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਜਾਂ ਗੁਰੂ ਅਰਜਨ ਦੇਵ ਜੀ? ਬਹੁਤ ਸੌਖਾ ਕੁਐਸਚਨ ਬਣਦਾ ਵਾ ਜੀ ਇਹ, ਮੇਰਾ ਕਰਵਾਇਆ ਹੋਇਆ ਤੁਹਾਨੂੰ ਪੰਜਾਬ ਜੀ ਕੇ ਜੀ ਐਜ਼ ਏ MCQ ਵੀ ਤੁਹਾਨੂੰ ਕਰਾਇਆ। ਸੋ ਇਹਦਾ ਸਹੀ ਆਨਸਰ ਬਣਦਾ ਮੰਜੀ ਸਿਸਟਮ ਕਿਹਨਾਂ ਨੇ ਸਟਾਰਟ ਕੀਤਾ ਸੀ? ਗੁਰੂ ਅਮਰਦਾਸ ਨੇ। ਗੁਰੂ ਅੰਗਦ ਦੇਵ ਜੀ ਦੇ ਬਾਰੇ ਆਪਾਂ ਨੂੰ ਕੁਐਸਚਨ ਆਉਂਦਾ ਹੁੰਦਾ, ਗੁਰਮੁਖੀ ਲਿਪੀ ਦੀ ਸਥਾਪਨਾ ਕਿਹਨਾਂ ਨੇ ਕੀਤੀ ਸੀ? ਗੁਰੂ ਅੰਗਦ ਦੇਵ ਜੀ ਨੇ, ਠੀਕ ਹੈ। ਸਿੱਖਾਂ ਦੇ ਦੂਸਰੇ ਗੁਰੂ। ਗੁਰੂ ਅਮਰਦਾਸ ਜੀ ਆਪਣੇ ਸਿੱਖਾਂ ਦੇ ਤੀਸਰੇ ਗੁਰੂ ਸੀਗੇ। ਗੁਰੂ ਰਾਮਦਾਸ ਜੀ ਆਪਣੇ 4th ਗੁਰੂ ਸੀਗੇ ਤੇ ਗੁਰੂ ਅਰਜਨ ਦੇਵ ਜੀ ਆਪਣੇ 5th ਗੁਰੂ ਸੀਗੇ, ਠੀਕ ਹੈ। ਸੋ ਪੇਪਰ 'ਚ ਅਗਰ ਆਉਂਦਾ ਹੁੰਦਾ ਇੱਕ ਕੁਐਸਚਨ ਕਿ ਮਸੰਦ ਪ੍ਰਥਾ ਕਿਹਨਾਂ ਨੇ ਸਟਾਰਟ ਕੀਤੀ ਸੀ? ਉਹ ਕੀਤੀ ਸੀ ਜੀ ਆਪਣੇ ਗੁਰੂ ਰਾਮਦਾਸ ਜੀ ਨੇ। ਮਸੰਦ ਪ੍ਰਥਾ ਦੇ ਉੱਤੇ ਕੁਐਸਚਨ ਬਣਦਾ ਹੁੰਦਾ, ਗੁਰੂ ਰਾਮਦਾਸ ਜੀ ਨੇ ਸਟਾਰਟ ਕੀਤੀ ਸੀ। ਸੋ ਇਹਨੂੰ ਅਬੋਲਿਸ਼ ਕਿਹਨੇ ਕੀਤਾ ਸੀ, ਖਤਮ ਕਿਹਨੇ ਕੀਤਾ ਸੀਗਾ? ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ, ਠੀਕ ਆ। ਗੁਰੂ ਗੋਬਿੰਦ ਸਿੰਘ ਜੀ ਨੇ ਇਹਨੂੰ ਉਹ ਕੀਤਾ ਸੀ, ਠੀਕ ਆ। ਅਬੋਲਿਸ਼ ਦਾ ਜ਼ਿਕਰ ਆਵੇ ਕਿਉਂਕਿ ਹੁਣੇ ਰੀਸੈਂਟਲੀ ਇੱਕ ਪੇਪਰ 'ਚ ਅਬੋਲਿਸ਼ ਪੁੱਛ ਲਿਆ ਸੀ ਉਹਨਾਂ ਨੇ। ਸੋ ਠੀਕ ਆ ਜੀ, ਇਹ ਆਪਣਾ ਕੁਐਸਚਨ ਬਣਦਾ। 106 ਨੰਬਰ ਕੁਐਸਚਨ ਕਰਦੇ ਆ ਜੀ। ਇਹਨਾਂ ਦੇ ਵਿੱਚੋਂ ਕਿਹਨਾਂ ਨੇ ਨਾਨਕਸ਼ਾਹੀ ਕੁਆਇਨ ਇਸ਼ੂ ਕੀਤੇ ਸੀ? ਬਾਬਾ ਦੀਪ ਸਿੰਘ, ਮਹਾਰਾਜਾ ਰਣਜੀਤ ਸਿੰਘ, ਬਾਬਾ ਬੰਦਾ ਸਿੰਘ ਬਹਾਦਰ ਜਾਂ ਮਹਾਰਾਜਾ ਦਲੀਪ ਸਿੰਘ? ਸੋ ਇਹ ਵੀ ਕੁਐਸਚਨ ਮੈਂ ਤੁਹਾਨੂੰ ਮਹਾਰਾਜਾ ਰਣਜੀਤ ਸਿੰਘ ਟੌਪਿਕ 'ਚ ਬਹੁਤ ਚੰਗੀ ਤਰ੍ਹਾਂ ਕਰਾਇਆ ਹੋਇਆ। ਇਹਦੇ ਵਿੱਚ ਬਹੁਤ ਸਾਰੇ ਬੱਚੇ ਕਨਫਿਊਜ਼ ਹੋ ਕੇ ਬੰਦਾ ਸਿੰਘ ਬਹਾਦਰ ਲਾ ਕੇ ਆਉਣਗੇ। ਇਹ 'ਚ ਮਹਾਰਾਜਾ ਰਣਜੀਤ ਸਿੰਘ ਆਪਣਾ ਬਿਲਕੁਲ ਸਹੀ ਆਨਸਰ ਬਣਦਾ ਵਾ। ਸੋ ਇਹਦੇ ਵਿੱਚ ਤੁਸੀਂ 1% ਵੀ ਕਨਫਿਊਜ਼ ਨਹੀਂ ਹੋਣਾਗਾ, ਠੀਕ ਆ। ਨਾਨਕਸ਼ਾਹੀ ਕੁਆਇਨ ਕਿਹਨਾਂ ਨੇ ਇੰਟਰੋਡਿਊਸ ਕੀਤੇ ਸੀ? ਸੋ ਇਸ਼ੂ ਕੀਤੇ ਸੀ ਇਹ ਮਹਾਰਾਜਾ ਰਣਜੀਤ ਸਿੰਘ ਨੇ। ਇਹਨਾਂ ਦੇ ਵਿੱਚੋਂ ਹੁਣ ਨੈਕਸਟ ਕੁਐਸਚਨ ਆ ਗਿਆ, ਹੂ ਅਮੰਗ ਦਾ ਫੋਲੋਇੰਗ ਰੌਟ ਦਾ ਆਨੰਦ ਨੋਵਲ, ਠੀਕ ਆ ਜੀ। ਨੋਵਲ ਸੀਗਾ ਇੱਕ ਜਿਹੜਾ ਆਨੰਦ ਮੈਥ, ਇਹ ਲਿਖਿਆ ਸੀ ਇਹਨਾਂ ਨੇ ਸੈਟ ਦਾ ਬੈਕਗਰਾਉਂਡ ਆਫ ਸੰਨਿਆਸੀ ਰੈਬੇਲੀਅਨ। ਇਹ ਵੀ ਮੈਂ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਮਾਡਰਨ ਹਿਸਟਰੀ ਦੇ ਵਿੱਚ ਕਰਵਾਇਆ ਹੋਇਆ ਤੇ ਐਜ਼ ਏ MCQ ਵੀ ਤੁਹਾਨੂੰ ਮੈਂ PYQ ਦੇ ਵਿੱਚ ਕਰਵਾਇਆ ਹੋਇਆ। RC ਦੱਤ ਨੇ, ਵੈਕਿਮ ਚੰਦਰ ਚੈਟਰਜੀ ਨੇ, ਰਵਿੰਦਰਨਾਥ ਟੈਗੋਰ ਨੇ ਜਾਂ ਵਿਨੋਦ ਭਾਵੇ ਨੇ? ਦੱਸੋ ਜੀ ਹੁਣ ਤੁਸੀਂ ਇਹਦੇ ਵਿੱਚੋਂ ਕਿਹੜਾ ਕੁਐਸਚਨ, ਇਹਦੇ ਕਿਹੜੀ ਆਪਸ਼ਨ ਸਹੀ ਬਣੇਗੀ, ਠੀਕ ਆ ਜੀ। ਸੋ ਤੁਹਾਨੂੰ ਆਪਾਂ 10 ਸੈਕਿੰਡ ਦਾ ਟਾਈਮ ਦੇ ਰਹੇ ਹਾਂ। ਸੋ 10 ਸੈਕਿੰਡ ਦੇ ਵਿੱਚ ਤੁਸੀਂ ਇਹਦਾ ਆਨਸਰ ਦੇਣਾ। ਇਹ ਕੁਐਸਚਨ ਵੀ ਕਿਸੇ ਦਾ ਵੀ ਗਲਤ ਨਹੀਂ ਹੋਣਾ ਚਾਹੀਦਾ। ਸੋ ਇਹਦਾ B ਆਪਸ਼ਨ ਬਿਲਕੁਲ ਸਹੀ ਜਾਂਦਾ। ਵੈਕਿਮ ਚੰਦਰ ਚੈਟਰਜੀ ਨੇ ਜਿਨ੍ਹਾਂ ਨੇ ਕਿ ਆਨੰਦ ਮੈਥ ਲਿਖਿਆ ਸੀ, ਠੀਕ ਆ। ਹੁਣ ਇੱਕ ਚੀਜ਼ ਹੋਰ ਕੁਐਸਚਨ ਆਊਗਾ ਕਿ ਜਿਹੜਾ ਨੈਸ਼ਨਲ ਸੌਂਗ ਆ ਆਪਣਾ ਬੰਦੇ ਮਾਤਰਮ, ਜਿਹੜਾ ਬੰਦੇ ਮਾਤਰਮ ਨੈਸ਼ਨਲ ਸੌਂਗ ਆ ਉਹ ਵੀ ਆਪਾਂ ਇਸ ਆਨੰਦ ਮੈਥ ਦੇ ਵਿੱਚੋਂ ਹੀ ਲਿਆ ਵਾ, ਠੀਕ ਆ। ਸੋ ਆਨੰਦ ਮੈਥ ਦੇ ਵਿੱਚੋਂ ਹੀ ਲਿਆ। ਸੋ ਇਹਦੇ ਲਈ ਵੀ ਕਈ ਵਾਰ ਕੁਐਸਚਨ ਹੁੰਦਾ ਕਿਹਨਾਂ ਨੇ ਲਿਖਿਆ, ਇਹਦੇ ਵੀ ਵੈਕਿਮ ਚੰਦਰ ਚੈਟਰਜੀ ਹੀ ਆਨਸਰ ਆਊਗਾ। ਕਿਹਨਾਂ ਨੇ ਲਿਖਿਆ, ਠੀਕ ਆ ਜੀ। ਸੋ ਗਾਇਆ ਕਿਹਨਾਂ ਨੇ ਸੀ, ਇਹਦਾ ਤੁਸੀਂ ਆਨਸਰ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੇਣਾ ਵਾ, ਠੀਕ ਆ। ਸੋ ਆਪਾਂ ਇਹ ਵੀ ਆਪਾਂ ਬਹੁਤ ਚੰਗੀ ਤਰ੍ਹਾਂ ਕੀਤਾ ਹੋਇਆ। ਨੈਕਸਟ ਕੁਐਸਚਨ ਆ ਗਿਆ ਜੀ ਸਾਡਾ, ਲਾਈਟ ਕਲਰ ਜਿਹੜੇ ਕਲੋਥਸ ਨੇ ਉਹ ਪ੍ਰੈਫਰ ਕੀਤੇ ਜਾਂਦੇ ਨੇ ਸਮਰਸ ਦੇ ਵਿੱਚ, ਮਤਲਬ ਗਰਮੀਆਂ ਦੇ ਵਿੱਚ ਨਾ ਲਾਈਟ ਕਲਰ ਦੇ ਕਲੋਥ, ਠੀਕ ਆ। ਫਿੱਕੇ ਰੰਗ ਦੇ ਆਪਾਂ ਕੱਪੜੇ ਕਿਉਂ ਪ੍ਰੈਫਰ ਕਰਦੇ ਹਾਂ? ਕਿਉਂਕਿ ਜਿਹੜੇ ਲਾਈਟ ਕਲਰ ਹੁੰਦੇ ਨੇ ਉਹ ਗੁੱਡ ਹੁੰਦੇ ਨੇ, ਰੇਡੀਏਟਰ ਆਫ ਹੀਟਸ। ਲਾਈਟ ਕਲਰ ਆਰ ਪੂਅਰ ਅਬਜ਼ਰਵਰ ਆਫ ਦਾ ਹੀਟ, ਦੇ ਸੋਕ ਸਵੀਟ ਫਾਸਟ, ਮਤਲਬ ਗਰਮੀ ਜਲਦੀ ਸੋਖ ਲੈਂਦੇ ਨੇ, ਜਾਂ ਦੇ ਅਲਾਓ ਹੀਟ ਟੂ ਅਸਕੇਪ ਫਾਸਟਰ। ਸੋ ਇਹ ਵੀ ਕੁਐਸਚਨ ਮੈਂ ਤੁਹਾਨੂੰ ਕਰਵਾਇਆ ਹੋਇਆ ਵਾ PPSC PYQ ਕੁਐਸਚਨ ਦੇ ਵਿੱਚ, ਠੀਕ ਆ। ਸੋ ਵੈਸੇ ਇਹ ਸਾਇੰਸ ਦਾ ਕੁਐਸਚਨ ਬਣ ਜਾਂਦਾ ਵਾ। ਸੋ ਜ਼ਿਆਦਾ ਔਖਾ ਕੁਐਸਚਨ ਨਹੀਂ, ਇਹ ਤਾਂ ਤੁਹਾਨੂੰ ਵੈਸੇ ਯਾਦ ਹੀ ਹੋਊਗਾ, ਠੀਕ ਆ। ਹੁਣ ਦੇਖੋ ਜੀ, ਇਹਦਾ ਆਨਸਰ ਬਣਦਾ ਵਾ B, ਕਿਉਂਕਿ ਲਾਈਟ ਕਲਰ ਜਿਹੜੇ ਹੁੰਦੇ ਨੇ ਉਹ ਬਹੁਤ ਪੂਅਰ ਹੁੰਦੇ ਨੇ ਅਬਜ਼ਰਵ, ਮਤਲਬ ਹੀਟ ਨੂੰ ਜ਼ਿਆਦਾ ਮਤਲਬ ਅਬਜ਼ਰਵ ਨਹੀਂ ਕਰਦੇਗੇ। ਸੋ ਕਾਮਨ ਸੈਂਸ ਜੀ ਵਾਲੀ ਗੱਲ ਆ ਨਾ, ਲਾਈਟ ਕਲਰ ਆਪਾਂ ਤਾਂ ਹੀ ਪਾਉਂਦੇ ਆ ਨਾ ਵੀ ਕਿਉਂਕਿ ਇਹ ਮਤਲਬ ਪੂਅਰ ਅਬਜ਼ਰਵ ਨਹੀਂ ਕਰਦੇਗੇ, ਪੂਅਰ ਹੁੰਦੇ ਨੇ ਅਬਜ਼ਰਵ ਕਰਨ ਦੇ ਵਿੱਚ, ਹੀਟ ਨਹੀਂ ਜ਼ਿਆਦਾ ਇਹ ਅਬਜ਼ਰਵ ਕਰਦੇ। ਤਾਂ ਹੀ ਆਪਾਂ ਦੇਖਦੇ ਹਾਂ ਕਿ ਵਾਈਟ ਕਲਰ ਜ਼ਿਆਦਾ ਪ੍ਰੈਫਰ ਕਰਦੇ ਆ ਜਾਂ ਲਾਈਟ ਕਲਰ ਜ਼ਿਆਦਾ ਗਰਮੀਆਂ ਦੇ ਵਿੱਚ ਆਪਾਂ ਪਾਉਣੇ ਪਸੰਦ ਕਰਦੇ ਹਾਂ, ਠੀਕ ਆ। ਕਿਉਂਕਿ ਜਿਹੜੇ ਡਾਰਕ ਕਲਰ ਹੁੰਦੇ ਨੇ ਉਹ ਆਪਣੇ ਬਹੁਤ ਜ਼ਿਆਦਾ ਅਬਜ਼ਰਵ ਕਰ ਸਕਦੇ ਹੁੰਦੇ ਨੇ ਹੀਟ, ਠੀਕ ਆ। ਸੋ ਤਾਂ ਕਰਕੇ ਆਪਾਂ ਲਾਲ ਮਤਲਬ ਜ਼ਿਆਦਾ ਗੂੜੇ ਰੰਗ ਨਹੀਂ ਪਾਉਂਦੇਗੇ। ਚਿਲਡਰਨ ਹੂ ਆਰ ਰਿਸੀਵ ਫਰੋਮ ਵੈਰੀ ਲਿਟਲ ਸਨਸ਼ਾਈਨ, ਜਿਹੜੇ ਚਿਲਡਰਨ ਹੁੰਦੇ ਨੇ ਬਹੁਤ ਜ਼ਿਆਦਾ ਲਿਟਲ ਸਨਸ਼ਾਈਨ ਕਿੱਥੋਂ ਲੈਂਦੇ ਨੇ, ਠੀਕ ਆ ਜੀ। ਰਿਕੇਟਸ, ਡਿਟਰਮਿਟਿਸ ਤੇ ਸਕਰੂਬੀ ਜਾਂ ਸਟੈਰੀਲਿਟੀ? ਦੱਸੋ ਜੀ ਇਹਦਾ ਆਨਸਰ ਤੁਸੀਂ ਦੇਣਾ ਵਾ। ਬਹੁਤ ਹੀ ਇੰਪੋਰਟੈਂਟ ਕੁਐਸਚਨ ਬਣਦਾ ਵਾ ਪੇਪਰ ਦੇ ਵਿੱਚ, ਠੀਕ ਆ। ਸੋ ਇਹਦੇ ਲਈ ਆਨਸਰ ਬਣਦਾ, ਇਹ ਵੀ ਮੇਰਾ ਤੁਹਾਨੂੰ ਕਰਵਾਇਆ ਹੋਇਆ ਵਾ PPSC PYQ ਸੀਰੀਜ਼ ਦੇ ਵਿੱਚ। ਇਹ ਆਨਸਰ ਬਿਲਕੁਲ ਸਹੀ ਜਾਏਗਾ। ਰਿਕੇਟਸ ਦੇ ਹੁੰਦਾ ਆ, ਠੀਕ ਆ। ਸੋ ਰਿਕੇਟਸ ਦੇ ਨਾਲ ਕੀ ਹੁੰਦਾ, ਇਹਦੇ ਨਾਲ ਕੀ ਹੁੰਦਾ ਵਾ ਜੀ, ਸੌਫਟ ਮਤਲਬ ਕਿ ਮੰਨ ਲਓ ਸੌਫਟਨਿੰਗ, ਮਤਲਬ ਬੋਨਸ ਦੀ ਜਿਹੜੀ ਹੁੰਦੀ ਆ ਬੋਨਸ ਵੀਕ ਹੋ ਜਾਂਦੀਆਂ ਨੇ, ਠੀਕ ਆ। ਬੋਨਸ ਵੀਕ ਹੋ ਜਾਂਦੀਆਂ ਜਿਹਦੇ ਕਰਕੇ ਥੋੜੀ ਪ੍ਰੋਬਲਮ ਹੋਣ ਲੱਗ ਜਾਂਦੀ ਆ। ਸੋ ਉਹਦੇ ਕਰਕੇ ਇਹ ਚੀਜ਼ ਪੁੱਛੀ ਹੋਈ ਆ ਉਹਨਾਂ ਨੇ। ਜਦੋਂ ਆਪਾਂ ਇਹਨੂੰ ਡਿਟੇਲ ਦੇ ਵਿੱਚ ਕਰਾਂਗੇ ਤਾਂ ਉਹਦੇ ਵਿੱਚ ਆਪਾਂ ਕਰਾਂਗੇ। ਹੁਣ ਇੱਕ ਕੁਐਸਚਨ ਬਣਦਾ,
ਲਾਫਿੰਗ ਗੈਸ ਕਿਹੜੀ ਆ, ਇਹ ਵੀ ਮੈਂ ਤੁਹਾਨੂੰ PPSC ਦੇ PYQ ਚ ਕਰਵਾਇਆ ਹੋਇਆ, NO, N2O3, N2O, N2O5। ਜਿਹੜਾ ਆਪਣਾ ਕੀਤਾ ਹੋਇਆ ਮੈਂ ਤੁਹਾਨੂੰ ਬਾਰ-ਬਾਰ ਕਿਹਾ ਉਹ ਤੁਹਾਡਾ ਗਲਤ ਨਹੀਂ ਹੋਣਾ ਚਾਹੀਦਾ, ਤੁਸੀਂ ਆਪਣਾ ਇਹਦਾ ਆਨਸਰ ਦੇਣਾ ਵਾ। ਸੋ ਆਪਾਂ ਤੁਹਾਨੂੰ ਥੋੜੇ ਸੈਕਿੰਡ ਦੇ ਰਹੇ ਹਾਂ ਕਿ ਹਾਂ ਤੁਸੀਂ ਦੇਖ ਲਓ, ਯਾਦ ਕਰ ਲਓ, ਠੀਕ ਆ। ਸੋ ਇਹਦਾ ਆਨਸਰ ਬਿਲਕੁਲ ਸਹੀ ਬਣੇਗਾ ਜੀ 110 ਦਾ N2O ਆਨਸਰ ਆਪਣਾ ਸਹੀ ਬਣ ਗਿਆ। N2O ਦੀ ਅਗਰ ਆਪਾਂ ਗੱਲ ਕਰੀਏ, N2O ਜਿਹੜਾ ਹੁੰਦਾ ਇਹਨੂੰ ਆਪਾਂ ਕਹਿ ਦਿੰਦੇ ਆ, ਫੁੱਲ ਫਾਰਮ ਇਹਦੀ ਹੁੰਦੀ ਆ ਨਾਈਟ੍ਰੋਸ ਆਕਸਾਈਡ, ਠੀਕ ਆ ਜੀ। ਸਾਇੰਸ ਦਾ ਕੁਐਸਚਨ ਬਣਦਾ ਵਾ, ਜਦੋਂ ਸਾਇੰਸ ਕਰਾਂਗੇ ਆਪਾਂ ਉਹਦੇ ਵਿੱਚ ਇਹ ਕੰਪਲੀਟ ਨਾਈਟ੍ਰੋਸ ਆਕਸਾਈਡ, ਠੀਕ ਆ। ਕਈ ਵਾਰ ਤੁਹਾਨੂੰ ਫੁੱਲ ਫਾਰਮ ਇਹਦੇ ਵਿੱਚ ਦੇ ਦੇਣਗੇ। ਦੈਟ ਸਾਈਜ਼ ਆਫ ਦਾ ਨੈਨੋ ਪਾਰਟੀਕਲਰ ਇਜ਼ ਇਨ ਦਾ ਰੇਂਜ 10 ਦੀ ਪਾਵਰ -9 ਸੈਂਟੀਮੀਟਰ ਦਿੱਤਾ, ਇੱਥੇ m ਦਿੱਤਾ, -19 ਸੈਂਟੀਮੀਟਰ ਦਿੱਤਾ। ਸੋ ਇਹਦੇ ਵਿੱਚ ਇਕੱਲੀ 19 ਸੈਂਟੀਮੀਟਰ ਦਿੱਤਾ। ਦੱਸੋ ਜੀ। ਸੋ ਇਹ ਥੋੜਾ ਜਿਹਾ ਔਖਾ ਲੈਵਲ ਦਾ ਕੁਐਸਚਨ ਆਪਾਂ ਕਹਿ ਸਕਦੇ ਹਾਂ ਕਿ ਜਿਨ੍ਹਾਂ ਨੇ ਨਹੀਂ ਪੜਿਆ ਹੋਇਆ ਸੋ 10 - 9 ਦੀ ਆ, ਠੀਕ ਆ ਜੀ। ਨੈਕਸਟ ਆਪਾਂ ਕੁਐਸਚਨ ਕਰਦੇ ਹਾਂ ਜੀ 112 ਨੰਬਰ ਕੁਐਸਚਨ ਹੁਣ ਆਪਾਂ ਕਰਨ ਜਾ ਰਹੇ ਹਾਂ। 112 ਨੰਬਰ ਕੁਐਸਚਨ ਦੇ ਵਿੱਚ ਉਹਨਾਂ ਨੇ ਆਪਾਂ ਨੂੰ ਪੁੱਛਿਆ ਕਿ ਇਹ ਵੀ ਆਪਣਾ ਬਹੁਤ ਚੰਗੀ ਤਰ੍ਹਾਂ ਕੀਤਾ, ਜਿਹੜਾ ਕਾਪਰ ਹੀਰਾ ਦਾ ਨਾ ਇੱਕ ਮੈਮੋਰੀਅਲ ਹੁੰਦਾ, ਸਮਾਰਕ ਕਹਿ ਦਿੰਦੇ ਆਪਾਂ ਨੂੰ, ਠੀਕ ਆ। ਮੈਮੋਰੀਅਲ ਬਣਾਇਆ ਵਾ, ਸੋ ਕਿਹਨਾਂ ਦੀ ਯਾਦ ਦੇ ਵਿੱਚ, ਮਲੇਰਕੋਟਲਾ ਦੇ ਵਿੱਚ ਬਣਿਆ ਹੋਇਆ, ਕਿਹਦੀ ਯਾਦ ਦੇ ਵਿੱਚ ਬਣਿਆ ਹੋਇਆ ਵਾ, ਠੀਕ ਆ। ਛੋਟਾ ਘੱਲੂਘਾਰਾ, ਵੱਡਾ ਘੱਲੂਘਾਰਾ, ਬੈਟਲ ਆਫ ਨਦੌਣ ਜਾਂ ਬੈਟਲ ਆਫ ਚਮਕੌਰ। ਇਹ ਤੁਹਾਡਾ ਬਿਲਕੁਲ ਵੀ ਗਲਤ ਨਹੀਂ ਹੋਣਾ ਚਾਹੀਦਾ ਜੀ। ਬਹੁਤ 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 ਇੰਪੋਰਟੈਂਟ ਕੁਐਸਚਨ ਬਣਦਾ ਵਾ ਇਹ ਜੀ। ਸੋ ਆਪਾਂ ਤੁਹਾਨੂੰ ਥੋੜਾ ਟਾਈਮ ਦੇ ਰਹੇ ਹਾਂ, ਸੋ ਤੁਸੀਂ ਇਹਨੂੰ ਸੋਚਣਾ ਵਾ ਤੇ ਆਨਸਰ ਇਹਦਾ ਬਿਲਕੁਲ ਸਹੀ ਆਉਣਾ ਚਾਹੀਦਾ ਵਾ, ਤੁਹਾਡਾ ਕਿਸੇ ਦਾ ਵੀ ਇਹ ਗਲਤ ਨਹੀਂ ਹੋਣਾ ਚਾਹੀਦਾ ਗਾ। ਬਿਲਕੁਲ ਸਹੀ ਜੀ। ਵੱਡੇ ਘੱਲੂਘਾਰੇ ਲਈ ਕਾਪਰ ਹੀਰਾ ਆਪਣਾ ਮੈਮੋਰੀਅਲ ਲੋਕੇਟਡ ਆ ਮਲੇਰਕੋਟਲਾ ਦੇ ਵਿੱਚ। ਸੋ ਇਹ ਕਿਹੜਾ ਆਪਣਾ ਕਦੋਂ ਹੋਇਆ ਸੀ? ਇਹ 1762 ਈਸਵੀ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਨਾਲ ਰਿਲੇਟਡ ਆ ਇਹ, ਠੀਕ ਆ। ਸੋ ਬਹੁਤ ਚੰਗੀ ਤਰ੍ਹਾਂ ਆਪਣਾ ਕਰਵਾਇਆ ਹੋਇਆ ਪੰਜਾਬ GK 'ਚ, ਤੁਸੀਂ ਉਹਦੇ ਵਿੱਚ ਕਰ ਸਕਦੇ ਹੋ। ਛੋਟਾ ਘੱਲੂਘਾਰਾ ਕਦੋਂ ਹੋਇਆ ਸੀ? ਪੇਪਰ ਦੇ ਵਿੱਚ ਕਈ ਵਾਰ ਕੁਐਸਚਨ ਆ ਜਾਂਦਾ, 1746 'ਚ ਹੋਇਆ ਸੀ। ਇਹਦਾ ਤੁਸੀਂ ਆਨਸਰ ਦੇਣਾ ਕਿ ਛੋਟਾ ਘੱਲੂਘਾਰਾ, ਕਮੈਂਟ ਬਾਕਸ ਦੇ ਵਿੱਚ ਆਨਸਰ ਕਰਨਾ ਕਿ ਛੋਟਾ ਘੱਲੂਘਾਰਾ ਕਿੱਥੇ ਹੋਇਆ ਸੀ, ਕਿਹੜੀ ਜਗ੍ਹਾ ਦੇ ਵਿੱਚ ਹੋਇਆ ਸੀ। ਸੋ ਇਹ ਤੁਹਾਡੇ ਲਈ ਹੋਮਵਰਕ ਆ, ਠੀਕ ਆ। ਨੈਕਸਟ ਕੁਐਸਚਨ ਹੈਗਾ ਮੈਚ ਦੀ ਕਾਲਮ। ਇਹ ਵੀ ਮੈਂ ਤੁਹਾਨੂੰ PYQ ਦੇ ਵਿੱਚ ਕਰਵਾਇਆ ਹੋਇਆ ਵਾ ਕਿ ਰਿਵੈਲੂਏਸ਼ਨ ਤੇ ਇਹਦੀਆਂ ਐਸੋਸੀਏਟਸ ਵਿਦ ਕਿਹਦੇ ਸੈਕਟਰ ਦੇ ਨਾਲ ਆ, ਠੀਕ ਆ। ਰਿਵੈਲੂਏਸ਼ਨ ਇਹ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਵੀ ਕਰਵਾਇਆ ਹੋਇਆ ਕਿ ਯੈਲੋ ਕਿਹਦੇ ਨਾਲ ਆ, ਬਲੂ ਕਿਹਦੇ ਨਾਲ, ਵਾਈਟ ਕਿਹਦੇ ਨਾਲ ਆ, ਗ੍ਰੀਨ ਕਿਹਦੇ ਨਾਲ ਆ। ਸੋ ਇਹਦਾ ਤੁਸੀਂ ਇੱਕ ਵਾਰੀ ਦੇਖ ਸਕਦੇ ਹੋ। ਥੋੜਾ ਮੈਂ ਛੋਟਾ ਕਰ ਦੇਵਾਂ, ਸੋ ਇਹਨੂੰ ਤੁਸੀਂ ਦੇਖਣਾ ਵਾ ਕਿ ਇਹਦਾ ਕਿਹੜਾ ਆਨਸਰ ਸਹੀ ਬਣਦਾ ਵਾ। ਬਾਕੀ ਮੈਂ ਤੁਹਾਨੂੰ ਬਾਅਦ ਵਿੱਚ ਕਰਵਾ ਹੀ ਦੇਵਾਂਗਾ, ਠੀਕ ਆ। ਸੋ ਇਹਦਾ ਆਪਾਂ ਤੁਹਾਨੂੰ ਦੱਸ ਹੀ ਦਿੰਦੇ ਹਾਂ, ਠੀਕ ਆ। ਸੋ ਇਹ ਥੋੜੀ ਜੀ ਇਹਦੇ ਵਿੱਚ ਨਹੀਂ ਦਿੱਕਤ ਜੀ ਆ ਰਹੀ ਆ, ਥੋੜਾ ਜਿਹਾ ਵੱਡਾ ਕੁਐਸਚਨ ਸ਼ੋ ਹੋ ਰਿਹਾ ਵਾ। ਦੇਖੋ ਜੀ, ਇਹਦੇ ਵਿੱਚ ਆਨਸਰ ਬਣ ਰਿਹਾ ਜੀ ਆਪਣਾ ਯੈਲੋ ਰੈਵੋਲੂਸ਼ਨ ਆਇਲ ਸੀਡਸ ਦੇ ਨਾਲ ਤਾਲੁਕਾਤ ਆ, ਬਲੂ ਰੈਵੋਲੂਸ਼ਨ ਫਿਸ਼ ਪ੍ਰੋਡਕਸ਼ਨ ਦੇ ਨਾਲ ਤਾਲੁਕਾਤ ਆ, ਤੇ ਆਪਣੀ ਵਾਈਟ ਰੈਵੋਲੂਸ਼ਨ ਮਿਲਕ ਪ੍ਰੋਡਕਸ਼ਨ ਦੇ ਨਾਲ ਤਾਲੁਕਾਤ ਆ, ਤੇ ਗ੍ਰੀਨ ਰੈਵੋਲੂਸ਼ਨ ਫੂਡ ਕ੍ਰੌਪਸ ਨਾਲ। ਬਹੁਤ ਸੌਖਾ ਕੁਐਸਚਨ ਆ, ਇਸ ਤੋਂ ਸੌਖਾ ਕੁਐਸਚਨ ਮੇਰੇ ਅਕੋਰਡਿੰਗ ਨਹੀਂ ਆ ਸਕਦਾ ਹੈਗਾ ਪੇਪਰ ਦੇ ਵਿੱਚ। ਸੋ ਤੁਸੀਂ ਦੇਖੋਗੇ ਥੋੜੇ ਜਿਹੇ ਕੁਐਸਚਨ ਇਦਾਂ ਦੇ ਆਏ ਹੋਏ ਆ ਜਿਹੜੇ ਕਿ ਨਹੀਂ ਅਟੈਂਪਟ ਹੋ ਰਹੇ, ਬਟ ਜਿਹੜੇ ਅਟੈਂਪਟ ਹੋ ਰਹੇ ਨੇ ਉਹ ਆਪਾਂ ਬਹੁਤ ਚੰਗੀ ਤਰ੍ਹਾਂ ਕੀਤੇ ਹੋਏ ਨੇ, ਉਹ ਆਪਣੇ ਗਲਤ ਨਹੀਂ ਹੋਣੇ ਚਾਹੀਦੇ। ਆਹ ਕੁਐਸਚਨ ਆਪਣਾ ਬਹੁਤ ਚੰਗੀ ਤਰ੍ਹਾਂ ਇੰਡੀਅਨ ਨੈਸ਼ਨਲ ਆਰਮੀ ਕੀਤਾ ਹੋਇਆ। ਇੰਡੀਅਨ ਨੈਸ਼ਨਲ ਆਰਮੀ ਕੇਮ ਇਨਟੂ ਐਗਜ਼ਿਸਟੈਂਸ ਇਨ ਦਾ 1943 ਦੇ ਵਿੱਚ ਕਿੱਥੇ ਐਗਜ਼ਿਸਟ ਹੋਈ ਸੀ? ਜਾਪਾਨ 'ਚ, ਬਰਮਾ 'ਚ, ਸਿੰਗਾਪੁਰ ਜਾਂ ਮਲੇਸ਼ੀਆ 'ਚ। ਬਹੁਤ ਇੰਪੋਰਟੈਂਟ ਕੁਐਸਚਨ ਬਣਦਾ ਵਾ ਜੀ ਇਹ ਕੁਐਸਚਨ। ਇਹ ਵੀ ਆਪਣਾ ਬਹੁਤ ਚੰਗੀ ਤਰ੍ਹਾਂ ਕੀਤਾ ਹੋਇਆ ਵਾ, ਕਲਾਸ ਦੇ ਵਿੱਚ ਥਿਊਰੀ ਵੀ ਕੀਤੀ ਹੋਈ ਆ, MCQ ਵੀ ਕੀਤਾ ਹੋਇਆ, ਤੇ PYQ MCQ ਦੇ ਵਿੱਚ ਵੀ ਇਹ ਕੁਐਸਚਨ ਕਵਰ ਹੋਇਆ, ਬਹੁਤ ਵਾਰ ਰਿਪੀਟ ਹੋਇਆ ਸੀਗਾ। ਸਿੰਗਾਪੁਰ ਦੇ ਵਿੱਚ 1943 ਦੇ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਆਰਮੀ ਜਿਹੜੀ ਸੀ ਉਹ ਆਈ ਸੀ ਐਗਜ਼ਿਸਟ ਦੇ ਵਿੱਚ, ਠੀਕ ਆ। ਰੋਬਲਟ ਐਕਟ ਦਾ ਜਿਹੜਾ ਆਇਆ ਸੀ, ਠੀਕ ਆ, ਰੋਬਲਟ ਐਕਟ ਕਦੋਂ ਆਇਆ ਸੀ? 1919 ਦੇ ਵਿੱਚ ਆਇਆ ਸੀ। ਇਹਦਾ ਏਮ ਕੀ ਸੀ? ਇਹ ਕੰਪਲਸਰੀ ਇਕਨੋਮਿਕ ਸਪੋਰਟ ਲਈ ਸੀਗਾ, ਵਾਰ ਐਫਰਟ ਲਈ, ਇੰਪੈਰਿਸਮੈਂਟ ਵਿਦਾਊਟ ਟਰਾਇਲ ਐਂਡ ਸਮਰੀ ਪ੍ਰੋਸੀਜਰ ਫॉर ਟਰਾਇਲ, ਸੁਪਰੈਂਸ ਆਫ ਦਾ ਖਿਲਾਫਤ ਮੂਵਮੈਂਟ, ਇੰਪੋਜ਼ਨ ਆਫ ਦਾ ਰਿਸਟ੍ਰਿਕਸ਼ਨ ਔਨ ਦਾ ਫਰੀडम ਆਫ ਦਾ ਪ੍ਰੈਸ। ਦੱਸੋ ਜੀ। ਸੋ ਇਹ ਤਾਂ ਤੁਹਾਨੂੰ ਪਤਾ ਹੀ ਹੋਏਗਾ, ਆਪਾਂ ਬਹੁਤ ਚੰਗੀ ਤਰ੍ਹਾਂ ਕੀਤਾ ਹੀ ਹੋਇਆ ਵਾ। ਸੋ ਇਹ ਤਾਂ ਕੁਐਸਚਨ ਕਿਸੇ ਦਾ ਵੀ ਗਲਤ ਨਹੀਂ ਹੋਇਆ। PSSS ਵਿੱਚ ਵੀ ਇਹ 2-3 ਵਾਰ ਰਿਪੀਟ ਹੋ ਚੁੱਕਿਆ ਵਾ ਕੁਐਸਚਨ, ਠੀਕ ਆ। ਸੋ PPSC ਦਾ ਤਾਂ ਇਹ ਫੇਵਰਟ ਕੁਐਸਚਨ ਆ, ਹਰੇਕ ਤੀਜੇ ਪੇਪਰ 'ਚ ਚੱਕ ਕੇ ਆ ਕੁਐਸਚਨ ਪਾ ਦਿੰਦੇ ਨੇ ਉਹ ਕਿ ਰੋਬਲਟ ਐਕਟ ਕਿਹਦੇ ਲਈ ਸੀਗਾ। ਸੋ ਇਹ ਤੁਸੀਂ ਬਿਲਕੁਲ, ਤੁਹਾਨੂੰ ਕਦੇ ਵੀ ਇਹ ਚੀਜ਼ ਕੁਐਸਚਨ ਨਹੀਂ ਭੁੱਲੇਗਾ ਅਗਰ ਤੁਸੀਂ ਆਪਣੀ ਇਹ ਕਲਾਸ ਦੇਖੀ ਹੋਈ ਆ, ਕਿਉਂਕਿ ਮਾਡਰਨ ਹਿਸਟਰੀ ਦੇ ਵਿੱਚ ਜਿਹੜਾ ਇੰਡੀਅਨ ਫਰੀडम ਸਟਰਗਲ ਆ ਨਾ, ਆਪਾਂ ਬਹੁਤ ਚੰਗੀ ਤਰ੍ਹਾਂ ਕੀਤਾ ਹੋਇਆ ਮਾਡਰਨ ਹਿਸਟਰੀ 'ਚ। ਇਹਦੇ ਵਿੱਚੋਂ PPSC ਹੋ ਗਿਆ, PSSS ਵੀ ਹੋ ਗਿਆ, ਕੁਐਸਚਨ ਬਹੁਤ ਪੁੱਛੇ ਜਾਂਦੇ ਨੇ, ਜਿਹੜੇ ਤੁਸੀਂ ਦੇਖੋਗੇ ਕਿ ਖਾਸ ਕਰ 1905 ਤੋਂ ਲੈ ਕੇ ਤੁਸੀਂ ਦੇਖੋਗੇ 1947 ਤੱਕ ਸਭ ਤੋਂ ਵੱਧ ਕੁਐਸਚਨ ਬਣਦੇ ਨੇ, ਠੀਕ ਆ। ਸੋ ਆਪਾਂ ਪੀਰੀਅਡ ਬਹੁਤ ਚੰਗੀ ਤਰ੍ਹਾਂ ਕੀਤਾ ਹੋਇਆ ਵਾ। ਸੋ B ਬਿਲਕੁਲ ਸਹੀ ਹੋ ਜਾਏਗਾ। ਇੰਪੋਰਸਮੈਂਟ ਵਿਦਾਊਟ ਆਲ, ਮਤਲਬ ਕਿ ਬਿਨਾਂ ਕਿਸੇ ਟ੍ਰਾਇਲ ਤੇ ਸਮਰੀ ਦੇ, ਮਤਲਬ ਉਹ ਸਜ਼ਾ ਹੋ ਜਾਂਦੀ ਹੁੰਦੀ ਸੀਗੀ ਉਸ ਟਾਈਮ, ਉਹਦੇ ਲਈ ਟ੍ਰਾਇਲ ਆਪਣਾ ਰੋਬਲਟ ਐਕਟ ਏਮ ਸੀਗਾ, ਠੀਕ ਆ। ਸੋ ਅੰਗਰੇਜ਼ ਇਹ ਕਰਨ ਲੱਗੇ ਸੀਗੇ ਉਸ ਟਾਈਮ ਦੇ ਉੱਤੇ। ਸੋ ਇਹਦੇ ਕਰਕੇ ਹੀ ਬਾਅਦ ਚੋਂ ਆਪਾਂ ਦੇਖਿਆ ਸੀ ਕਿ ਰੋਬਲਟ ਐਕਟ ਦੇ ਅਗੇਂਸਟ ਸੱਤਿਆਗ੍ਰਹਿ ਵੀ ਹੋਏ ਸੀ। ਉਸ ਤੋਂ ਬਾਅਦ ਆਪਾਂ ਦੇਖਿਆ ਸੀ ਕਿ ਜੋ ਆਪਣੀ ਉਸ ਟਾਈਮ ਦਾ ਜਲਿਆਂਵਾਲਾ ਬਾਗ ਦਾ ਸਾਕਾ ਵੀ ਹੋਇਆ ਸੀ। ਉਹ ਸਾਰਾ ਆਪਾਂ ਬਹੁਤ ਚੰਗੀ ਤਰ੍ਹਾਂ ਕੀਤਾ ਹੋਇਆ ਵਾ। ਇਹਨਾਂ ਦੇ ਵਿੱਚੋਂ ਕਿਹੜੀ ਟੈਰੀਟਰੀ ਆ ਜਿਹੜੀ ਕਿ ਇਫੈਕਟ ਨਹੀਂ ਗਈ ਰਿਵੋਲਟ ਆਫ 1857? ਬਹੁਤ ਚੰਗੀ ਤਰ੍ਹਾਂ 1857 ਦਾ ਯੁੱਧ ਕੀਤਾ ਹੋਇਆ। ਹੁਣ ਜੇ ਤੁਸੀਂ ਇਹ ਚੀਜ਼ਾਂ ਨਹੀਂ ਕੀਤੀਆਂ ਹੋਈਆਂ, ਠੀਕ ਆ, ਪਹਿਲਾਂ ਆਪਣੀਆਂ ਕਲਾਸਾਂ ਨਹੀਂ ਦੇਖੀਆਂ, ਕਿਤੋਂ ਵੀ ਤੁਸੀਂ ਨਹੀਂ ਕੀਤੀ ਹੋਈ ਆ,
ਤਾਂ ਤੁਹਾਡੀ ਇਹ ਗਲਤੀ ਹੈ। ਇਹਦਾ ਮਤਲਬ ਤੁਸੀਂ ਪਤਾ ਨਹੀਂ ਕੀ ਪੜ੍ਹ ਰਹੇ ਹੋ, ਤੁਸੀਂ ਕੋਈ ਗਲਤ ਚੀਜ਼ ਪੜ੍ਹ ਰਹੇ ਹੋ ਜੇਕਰ ਤੁਹਾਡੇ ਅਜੇ ਵੀ ਇਹ ਕੁਐਸਚਨ ਗਲਤ ਹੋ ਰਹੇ ਨੇ, ਠੀਕ ਆ। ਸੋ ਤੁਹਾਨੂੰ ਥੋੜ੍ਹਾ ਜਿਹਾ ਸਮਾਰਟ ਵਰਕ ਕਰਨਾ ਪੈਣਾ। ਜਿਹੜੇ ਕੁਐਸਚਨ ਤੁਹਾਨੂੰ ਪਤਾ ਕਿ ਪੇਪਰ ਦੇ ਵਿੱਚ ਪੁੱਛੇ ਹੀ ਜਾਣੇ ਆ 100% ਤੁਹਾਨੂੰ ਪਤਾ ਕਿ 1857 ਵਿਦਰੋਹ ਚੋਂ ਕੁਐਸਚਨ ਆਉਣਾ ਹੀ ਆਉਣਾ, 1905 ਤੋਂ ਲੈ ਕੇ 1947 ਤੱਕ ਦੇ ਕੁਐਸਚਨ ਆਉਣੇ ਹੀ ਆਉਣੇ ਨੇ ਮਾਡਰਨ ਹਿਸਟਰੀ। ਤੁਹਾਨੂੰ ਪਤਾ ਕਿ ਪੋਲਿਟੀ ਹੋ ਗਈ, ਪੋਲਿਟੀ ਦੇ ਵਿੱਚੋਂ ਤੁਹਾਨੂੰ ਪਤਾ ਕਿ ਫੰਡਾਮੈਂਟਲ ਰਾਈਟ, ਡਿਊਟੀ, ਸਿਟੀਜ਼ਨਸ਼ਿਪ, ਪਾਰਲੀਮੈਂਟ, ਪ੍ਰੈਜ਼ੀਡੈਂਟ, ਇਹਨਾਂ ਚੋਂ ਕੁਐਸਚਨ ਆਉਣੇ ਨੇ। ਸੋ ਸਾਰਿਆਂ ਤੋਂ ਪਹਿਲਾਂ ਤੁਸੀਂ ਉਹ ਚੀਜ਼ਾਂ ਕਰਨੀਆਂ ਨੇ, ਬਾਕੀ ਚੀਜ਼ਾਂ ਫਿਰ ਤੁਸੀਂ ਹੌਲੀ ਹੌਲੀ ਕਰਕੇ ਅੱਗੇ ਵੱਧਦੇ ਜਾ ਸਕਦੇ ਹੋ, ਉਹਦੇ ਦੀ ਕੋਈ ਦਿੱਕਤ ਨਹੀਂ। ਸੋ ਚਿਤੌੜ ਸੀਗਾ ਜੀ, ਇਹਦਾ ਇਹ ਇਫੈਕਟ ਨਹੀਂ ਸੀ ਰਿਵੋਲਟ ਆਫ 1857 ਦੇ ਵਿੱਚ ਜਦੋਂ, ਠੀਕ ਆ। ਸੋ ਉਸ ਟਾਈਮ ਦਾ ਜੋ ਵਿਦਰੋਹ ਹੋ ਗਿਆ ਸੀ 1857 'ਚ। ਸੋ ਤੁਸੀਂ ਆਪਣੀ ਕਲਾਸ ਜਾ ਕੇ ਮਾਡਰਨ ਹਿਸਟਰੀ ਦੀ ਦੇਖ ਸਕਦੇ ਹੋ। ਦੇਖੋ ਜੀ ਹੁਣ ਜਿਹੜਾ ਝਾਂਸੀ ਆ, ਠੀਕ ਆ, ਝਾਂਸੀ ਕਿੱਥੇ ਆ? ਝਾਂਸੀ ਸੀਗਾ ਜੀ ਰਾਣੀ ਲక్ష్ਮੀ ਬਾਈ ਨੇ ਲੀਡ ਕੀਤਾ ਸੀ ਇੱਥੋਂ। ਹੁਣ ਇੱਕ ਪੇਪਰ ਦੇ ਵਿੱਚ, ਹੁਣ ਪ੍ਰੀਵੀਅਸਲੀ ਪੇਪਰ ਦੇ ਵਿੱਚ ਇੱਕ ਕੁਐਸਚਨ ਆ ਗਿਆ ਕਾਨਪੁਰ ਤੋਂ ਕਿਹਨੇ ਲੀਡ ਕੀਤਾ ਸੀ, ਇਹ ਵੀ PPSC ਨੇ ਪੁੱਛਿਆ ਹੋਇਆ। ਨਾਨਾ ਸਾਹਿਬ ਨੇ ਕਾਨਪੁਰ ਤੋਂ ਲੀਡ ਕੀਤਾ ਸੀ, ਠੀਕ ਆ। ਸੋ ਲੀਡਰ ਵੀ ਯਾਦ ਕਰਨੇ ਨੇ, ਇਹ ਵੀ ਮੇਰੇ ਤੁਹਾਨੂੰ ਕਰਵਾਇਆ। ਲਖਨਊ ਤੋਂ ਕਿਹਨੇ ਕੀਤਾ ਸੀ? ਬੇਗਮ ਹਜ਼ਰਤ ਮਹਿਲ ਨੇ ਕੀਤਾ ਸੀ। ਸੋ ਇਹ ਸਾਰਾ ਬਹੁਤ ਚੰਗੀ ਤਰ੍ਹਾਂ ਕੀਤਾ ਹੋਇਆ। ਜਦੋਂ ਤੁਸੀਂ 2 ਵਾਰੀ ਪੜ੍ਹ ਲਿਆ ਤੁਹਾਨੂੰ ਇਹ ਕੁਐਸਚਨ ਕਦੇ ਭੁੱਲਣੇ ਹੀ ਨਹੀਂ ਗਏ, ਠੀਕ ਆ ਜੀ। ਸੋ ਇਹੋ ਜਿਹੇ ਕੁਐਸਚਨ ਜ਼ਰੂਰੀ ਨੇ ਯਾਦ ਕਰਨੇ। ਆਹ ਕੁਐਸਚਨ ਮੈਂ ਤੁਹਾਨੂੰ PYQ ਦੇ ਵਿੱਚ ਕਰਵਾਇਆ ਹੋਇਆ ਵਾ। ਸੋ ਇੱਕ ਵਾਰੀ ਹੋਰ ਕਰ ਲੈਂਦੇ ਹਾਂ ਆਪਾਂ। ਇਹਨਾਂ ਦੇ ਵਿੱਚੋਂ ਕਿਹੜੀ ਬੈਸਟ ਡਿਸਕ੍ਰਿਪਸ਼ਨ ਆ ਈਕੋਸਿਸਟਮ ਦੀ, ਠੀਕ ਆ। ਈਕੋਸਿਸਟਮ ਵਾਤਾਵਰਨ ਸਿਸਟਮ 'ਚ ਇਹ ਇੱਕ ਕਮਿਊਨਿਟੀ ਆ ਜਿਹੜੇ ਆਰਗੇਨਾਈਜ਼ਮ ਜਿਹੜੀ ਇੰਟਰੈਕਟ ਕਰਦੀ ਆ, ਮਤਲਬ ਇੱਕ ਦੂਜੇ ਦੇ ਨਾਲ। ਦੈਟ ਪਾਰਟ ਆਫ ਦਾ ਇਹੋ ਜਿਹਾ ਅਰਥ ਦਾ ਪਾਰਟ ਜਿੱਥੇ ਕਿ ਲਿਵਿੰਗ ਆਰਗੇਨਿਜ਼ਮ ਰਹਿੰਦੇ ਨੇ। ਕਮਿਊਨਿਟੀ ਆ ਕੋਈ ਜਿਹੜੀ ਆਰਗੇਨਿਜ਼ਮ ਦੀ, ਤੇ ਜਿਹੜੀ ਟੁਗੈਦਰ ਰਹਿੰਦੀ ਆ ਐਨਵਾਇਰਨਮੈਂਟ ਦੇ ਵਿੱਚ, ਠੀਕ ਆ ਜੀ। ਵਿਚ ਦੇ ਲਿਵ ਦਾ ਫਲੋਰਾ ਐਂਡ ਫੌਨਾ ਆਫ ਦਾ ਜਿਓਗ੍ਰਾਫੀਕਲ ਏਰੀਆ। ਦੱਸੋ ਜੀ, ਇਹ ਆਪਣਾ ਕੀਤਾ ਹੋਇਆ ਵਾ ਬਹੁਤ ਚੰਗੀ ਤਰ੍ਹਾਂ। ਸੋ ਬਿਲਕੁਲ ਸਹੀ ਜੀ। ਅਗਰ ਤੁਸੀਂ ਆਪਣੀ PYQ ਦੀ ਸੀਰੀਜ਼ ਦੇਖੀ ਹੋਈ ਆ ਤਾਂ ਉਹਦੇ ਵਿੱਚ ਮੈਂ ਤੁਹਾਨੂੰ ਥੋੜ੍ਹਾ ਜਿਹਾ ਐਕਸਪਲੇਨ ਵੀ ਕੀਤਾ ਹੋਇਆ। ਸੋ ਇਹਨੂੰ ਆਪਾਂ ਜ਼ਿਆਦਾ ਐਕਸਪਲੇਨ ਨਹੀਂ ਕਰਾਂਗੇ। ਸੋ C ਆਪਸ਼ਨ ਸਹੀ ਬਣੇਗੀ, ਜਿਹਦੇ ਵਿੱਚ ਆਰਗੇਨਿਜ਼ਮ ਟੁਗੈਦਰ ਰਹਿੰਦੇ ਨੇ ਐਨਵਾਇਰਨਮੈਂਟ ਦੇ ਨਾਲ ਮਿਲ ਕੇ, ਵਿਚ ਦੇ ਲਿਵ, ਠੀਕ ਆ। ਸੋ ਨੈਕਸਟ ਆਪਾਂ ਕਰਦੇ ਹਾਂ ਕਮਿਊਨਿਟੀ ਆਫ ਆਰਗੇਨਿਜ਼ਮ ਦੀ। ਨੈਕਸਟ ਹੋ ਗਿਆ ਹੁਣ 118 ਨੰਬਰ ਕੁਐਸਚਨ ਆ ਗਿਆ। ਕਹਿੰਦੇ ਜੀ ਜੇਕਰ ਤੁਸੀਂ ਟਰੈਵਲ ਕਰਨਾ ਵਾ ਹਿਮਾਲਿਆ ਤਾਂ ਤੁਹਾਨੂੰ ਲਾਈਕਲੀ ਟੂ ਸੀ ਵਿਚ ਆਫ ਦਾ ਫੋਲੋਇੰਗ ਪਲਾਂਟਸ, ਇਹਨਾਂ ਚੋਂ ਕਿਹੜੇ ਪਲਾਂਟਸ ਤੁਸੀਂ ਦੇਖੋਗੇ ਉੱਥੇ ਗਰੋ ਹੋ ਰਹੇ ਨੇ। ਇਹ ਥੋੜਾ ਜਿਹਾ ਕੁਐਸਚਨ ਮੈਂ ਕਹਿ ਸਕਦਾ ਕਿ ਹਾਂ ਇਹ ਇਦਾਂ ਦਾ ਕੁਐਸਚਨ ਆ ਕਿ ਬਹੁਤ ਸਾਰੇ ਕੈਂਡੀਡੇਟ ਦਾ ਨਹੀਂ ਵੀ ਹੋਏਗਾ ਜੇਕਰ ਚੰਗੀ ਤਰ੍ਹਾਂ ਨਹੀਂ ਪੜ੍ਹਿਆ ਹੋਏਗਾ, ਠੀਕ ਆ। ਸੋ ਜੀਓਗ੍ਰਾਫੀਕਲ ਵਾਈਜ਼ ਆਪਾਂ ਕਹਿ ਸਕਦੇ ਹਾਂ ਇਹਨੂੰ, ਠੀਕ ਆ। ਸੋ ਓਕ ਹੋ ਗਿਆ, ਰਹੋਡੋਨ ਹੋ ਗਿਆ, ਜਾਂ ਸੈਂਡਲਵਲਸ ਹੋ ਗਿਆ। ਸੋ ਇਹਦੇ ਵਿੱਚ ਦੱਸਣਾ ਇਹਨਾਂ ਨੇ ਕਿਹੜੀ ਚੀਜ਼ ਸਹੀ ਆ। 1 2 ਸਹੀ ਆ, ਓਨਲੀ 3 ਸਹੀ ਆ, ਜਾਂ 1 and 3 ਸਹੀ ਆ। ਦੱਸੋ ਜੀ। ਸੋ ਬਿਲਕੁਲ ਸਹੀ ਜੀ, ਇਹਦਾ A ਆਪਸ਼ਨ ਸਹੀ, ਜਿਹੜਾ ਓਕ ਹੋ ਜਾਊਗਾ, ਰਹੋਡੋਡੈਨ ਹੋ ਜਾਏਗਾ, ਠੀਕ ਆ ਜੀ। A ਆਪਸ਼ਨ ਇਹਦੀ ਆਪਣੀ ਸਹੀ ਬਣਦੀ ਆ। 119 ਨੰਬਰ ਕੁਐਸਚਨ ਆਪਾਂ ਕਰ ਰਹੇ ਹਾਂ। ਇਹ ਕੁਐਸਚਨ ਮੈਂ ਤੁਹਾਨੂੰ ਬਿਲਕੁਲ ਵੀ ਐਕਸਪਲੇਨ ਨਹੀਂ ਕਰਨਾਗਾ। ਇਹ ਤੁਹਾਡਾ ਹੋਮਵਰਕ ਹੀ ਤੁਸੀਂ ਸਮਝ ਲਓ ਕਿ ਤੁਹਾਡਾ ਹੋਮਵਰਕ ਆ, ਨਾ ਮੈਂ ਤੁਹਾਨੂੰ ਇਹਦਾ ਆਨਸਰ ਦੱਸਣਾ ਵਾ, ਠੀਕ ਆ। ਇਹ ਕੁਐਸਚਨ ਮੈਂ ਤੁਹਾਨੂੰ ਪਾਰਲੀਮੈਂਟ ਦੇ ਵਿੱਚ ਵੀ ਕਰਵਾਇਆ ਹੋਇਆ ਵਾ, ਤੇ ਨੈਕਸਟ ਆਪਾਂ ਇਹ ਵਾਲਾ ਕੁਐਸਚਨ ਮੈਂ ਤੁਹਾਨੂੰ PPSC ਦੇ ਜਿਹੜੇ PYQ ਸੀਰੀਜ਼ ਦੇ ਵਿੱਚ ਵੀ ਕਰਵਾਇਆ ਹੋਇਆ। 2 ਵਾਰੀ ਇਹ ਕੁਐਸਚਨ ਰਿਪੀਟ ਹੋ ਗਿਆ। ਇਹਨਾਂ ਚੋਂ ਦੱਸੋ ਜੀ ਕਿਹੜਾ ਕਰੈਕਟਲੀ ਮੈਚ ਵਾ। ਮੈਚ ਮਤਲਬ ਸਟਾਰ ਕੁਐਸਚਨ ਸਪਲੀਮੈਂਟਰੀ ਕੁਐਸਚਨ ਹੁੰਦੇ ਨੇ ਜਿਹੜੇ ਫੋਲੋ ਨਹੀਂ ਹੁੰਦੇ, ਅਨਸਟਾਰ ਕੁਐਸਚਨ ਸਪਲੀਮੈਂਟਰੀ ਕੁਐਸਚਨ ਹੁੰਦੇ ਨੇ ਜਿਹੜੇ ਫੋਲੋ ਹੁੰਦੇ ਨੇ, ਸ਼ਾਰਟ ਨੋਟਿਸ ਕੁਐਸਚਨ ਰਿਟਨ ਆਨਸਰ ਦੀ ਲੋੜ ਹੁੰਦੀ ਆ। ਦੱਸੋ ਜੀ ਇਹਦੇ ਵਿੱਚ ਕਿਹੜਾ ਆਨਸਰ ਸਹੀ ਬਣਦਾ ਵਾ, ਕੀ ਇਹ ਸਹੀ ਮਿਲੇ ਹੋਏ ਨੇ ਜਾਂ ਗਲਤ ਮਿਲੇ ਹੋਏ ਨੇ। ਸੋ ਤੁਹਾਨੂੰ ਚਲੋ ਮੈਂ ਆਨਸਰ ਦੱਸ ਦਿੰਦਾ, ਮੈਂ ਤੁਹਾਨੂੰ ਇਹ ਸਾਰੇ ਗਲਤ ਮਿਲਾਏ ਹੋਏ ਨੇ ਇਹਨਾਂ ਨੇ, ਕੋਈ ਵੀ ਸਹੀ ਨਹੀਂ ਗਾ ਇਹਨਾਂ ਚੋਂ, ਠੀਕ ਆ। ਇਹ ਤੁਸੀਂ ਜਾ ਕੇ ਪਾਰਲੀਮੈਂਟ ਦੀ ਆਪਣੀ ਕਲਾਸ ਦੇਖੋ, 1 ਨੰਬਰ ਜਾਂ 2 ਨੰਬਰ ਕਲਾਸ, ਉਹਦੇ ਵਿੱਚ ਜਾ ਕੇ ਤੁਹਾਨੂੰ ਇਹ ਮਿਲੇਗਾ। ਤੇ ਇਹ ਕੁਐਸਚਨ ਇੰਪੋਰਟੈਂਟ ਬਣਦਾ PPSC ਲਈ, ਸਪੈਸ਼ਲੀ PPSC 'ਚ ਇਦਾਂ ਦੇ ਕੁਐਸਚਨ ਆਉਂਦੇ ਨੇ। 120 ਨੰਬਰ ਕੁਐਸਚਨ ਤੇ ਆ ਗਏ ਜੀ। ਆਹ ਕੁਐਸਚਨ ਆਪਾਂ ਬਹੁਤ ਚੰਗੀ ਤਰ੍ਹਾਂ ਕੀਤਾ ਹੋਇਆ। ਇਹਨਾਂ ਦੇ ਵਿੱਚੋਂ ਕੌਣ ਆ ਜਿਹੜਾ ਕਿ ਅਬੋਲਿਸ਼ ਕਰ ਸਕਦਾ ਸਟੇਟ ਲੈਜਿਸਲੇਟਿਵ ਕਾਉਂਸਲ ਨੂੰ? ਪਾਰਲੀਮੈਂਟ ਕਰ ਸਕਦੀ ਆ, ਪ੍ਰੈਜ਼ੀਡੈਂਟ ਕਰ ਸਕਦਾ, ਗਵਰਨਰ ਕਰ ਸਕਦਾ, ਜਾਂ ਸਟੇਟ ਅਸੈਂਬਲੀ ਕਰ ਸਕਦੀ ਆ। ਦੱਸੋ ਜੀ। ਬਹੁਤ ਚੰਗੀ ਤਰ੍ਹਾਂ ਮੇਰਾ ਇਹ ਵੀ ਤੁਹਾਨੂੰ ਕਰਵਾਇਆ। ਸਟੇਟ ਲੈਜਿਸਲੇਟਿਵ ਕਾਉਂਸਲ ਹੁੰਦੀ ਆ ਜਿਹੜੀ ਕਿ ਰਾਜ ਵਿਧਾਨ ਪਰਿਸ਼ਦ, ਇਹ ਯਾਦ ਰੱਖਣਾ, ਕਾਉਂਸਲ ਦਾ ਮਤਲਬ ਪਰਿਸ਼ਦ ਹੋ ਗਿਆ, ਠੀਕ ਆ, ਅਸੈਂਬਲੀ ਨਹੀਂ, ਠੀਕ ਹੈ। ਇੱਕ ਹੁੰਦੀ ਆ ਸਟੇਟ ਲੈਜਿਸਲੇਟਿਵ ਅਸੈਂਬਲੀ, ਵਿਧਾਨ ਸਭਾ ਜਿਹਨੂੰ ਆਪਾਂ ਕਹਿ ਦਿੰਦੇ ਆ। ਇੱਕ ਹੁੰਦੀ ਆ ਸਟੇਟ ਲੈਜਿਸਲੇਟਿਵ ਕਾਉਂਸਲ, ਵਿਧਾਨ ਪਰਿਸ਼ਦ। ਸੋ ਇਹ ਵੈਸੇ ਕੁਐਸਚਨ ਮੇਰਾ ਤੁਹਾਨੂੰ ਕਰਵਾਇਆ ਹੋਇਆ ਵਾ। ਵੈਸੇ ਡਿਟੇਲ ਦੇ ਵਿੱਚ ਸਟੇਟ ਲੈਜਿਸਲੇਚਰ ਅਜੇ ਆਪਣਾ ਰਹਿੰਦਾ ਵਾ। ਥੋੜਾ ਬਹੁਤ ਮੈਂ ਤੁਹਾਨੂੰ ਐਕਸਪਲੇਨ ਗਵਰਨਰ ਟੌਪਿਕ 'ਚ ਕਰਤਾ ਸੀ। ਇਸ ਤੋਂ ਅਗਲੀ ਕਲਾਸ ਇਸੇ ਹਫਤੇ ਆਪਣੀ ਸਟੇਟ ਲੈਜਿਸਲੇਚਰ ਦੀ ਮੈਂ ਤੁਹਾਨੂੰ ਕੰਪਲੀਟ ਕਰਵਾ ਦਾਂਗਾ 45-46 ਮਿੰਟ 'ਚ, ਠੀਕ ਹੈ ਜੀ। ਸੋ ਉਸ ਤੋਂ ਬਾਅਦ ਕੋਈ ਕੁਐਸਚਨ ਤੁਹਾਡਾ ਸਟੇਟ ਲੈਜਿਸਲੇਟਿਵ 'ਚੋਂ ਆ ਜਾਵੇ, ਬਾਹਰ ਨਹੀਂ ਜਾਂਦਾ, ਠੀਕ ਹੈ ਜੀ। ਸੋ ਇਹਦੀ ਆਪਣੀ ਆਨਸਰ ਆਪਣਾ ਬਣਦਾ ਵਾ ਕੀ ਸੀ ਨਾ, ਸਟੇਟ ਲੈਜਿਸਲੇਟਿਵ ਜਿਹੜੀ ਕਾਉਂਸਲ ਆ ਉਹਨੂੰ ਕੌਣ ਆਪਣੀ ਅਬੋਲਿਸ਼ ਕਰਦਾ। ਸੋ ਇਹ ਆਪਸ਼ਨ ਇਹਦੀ ਸਹੀ ਬਣਦੀ ਆ ਜੀ। ਸੋ ਪਾਰਲੀਮੈਂਟ ਆ ਜਿਹੜੀ ਕਿ ਸਟੇਟ ਵਿਧਾਨ ਲੈਜਿਸਲੇਟਿਵ ਕਾਉਂਸਲ ਨੂੰ ਅਬੋਲਿਸ਼ ਕਰ ਸਕਦੀ ਆ, ਕ੍ਰੀਏਟ ਕਰ ਸਕਦੀ ਆ। ਕਿੰਨੇ ਨੰਬਰ ਆਰਟੀਕਲ 'ਚ ਇਹ ਲਿਖਿਆ ਹੋਇਆ? 169 ਨੰਬਰ ਆਰਟੀਕਲ ਦੇ ਵਿੱਚ ਇਹ ਚੀਜ਼ ਦਰਜ ਆ। ਸੋ ਦੇਖੋ ਜੀ, ਹੁਣ ਇਹ ਆਪਾਂ 40 ਕੁਐਸਚਨ ਕੀਤੇ ਨੇ ਵਿਦ ਐਕਸਪਲੇਨੇਸ਼ਨ ਮੈਂ ਤੁਹਾਨੂੰ ਕਰਵਾਏ ਨੇ। ਕੋਈ ਇਦਾਂ ਨਹੀਂ ਕਿ ਇੱਕ ਰੀਡਿੰਗ ਕੀਤੀ ਆ ਕਿ ਇੱਕ ਹਾਂ ਕੁਐਸਚਨ ਬੋਲਿਆ ਤੇ ਰੀਡਿੰਗ ਕਰਕੇ। ਮੈਂ ਤੁਹਾਨੂੰ ਜਿਹੜੀਆਂ ਚੀਜ਼ਾਂ ਵੀ ਮੈਂ ਤੁਹਾਨੂੰ ਨਾਲ ਐਕਸਪਲੇਨ ਕੀਤੀਆਂ ਨੇ ਉਹ ਤੁਹਾਨੂੰ ਯਾਦ ਕਰਨੀਆਂ ਬਣਦੀਆਂ ਨੇ।
ਜੇ 40 ਕੁਐਸਚਨ ਸੀ ਤਾਂ ਆਪਾਂ ਜੇਕਰ ਇੱਕ ਕੁਐਸਚਨ ਨੂੰ 2-2 3-3 ਚੀਜ਼ਾਂ ਰਿਪੀਟ ਕੀਤੀਆਂ ਨਾ, ਤੁਹਾਡੇ 120 ਕੁਐਸਚਨ ਆਲਰੇਡੀ ਕਵਰ ਹੋ ਚੁੱਕੇ ਨੇ। ਇਹ ਜਿੰਨੇ ਪੁਆਇੰਟ ਮੈਂ ਤੁਹਾਨੂੰ ਦੱਸੇ ਨੇ ਪੇਪਰ ਦੇ ਵਿੱਚ, ਇਹਦੇ ਵਿੱਚੋਂ ਕੁਐਸਚਨ ਬਣਦੇ ਹੀ ਬਣਦੇ ਨੇ, ਕਿਸੇ ਮਰਜ਼ੀ ਪੇਪਰ 'ਚ ਬਹਿ ਜਾਓ। ਬਾਕੀ ਤੁਸੀਂ ਆਪਣੇ ਜਾ ਕੇ ਹੁਣ ਪੋਲਿਟੀ ਦੀਆਂ ਕਲਾਸਾਂ ਵੀ ਦੇਖਣੀਆਂ ਨੇ ਜਿਹਨੇ ਨਹੀਂ ਦੇਖੀਆਂ, ਠੀਕ ਆ। ਮਾਡਰਨ ਹਿਸਟਰੀ ਦੀਆਂ ਕਲਾਸਾਂ ਦੇਖਣੀਆਂ ਨੇ, ਸਟੈਟਿਕ ਜੀਕੇ ਦੀਆਂ ਕਲਾਸਾਂ ਚੱਲ ਰਹੀਆਂ ਨੇ ਆਪਣੀਆਂ, ਪੰਜਾਬ ਜੀਕੇ ਦੀਆਂ ਕਲਾਸਾਂ ਚੱਲ ਰਹੀਆਂ ਨੇ, ਟੈਲੀਗ੍ਰਾਮ ਤੇ ਆਪਣੇ ਕੁਇਜ਼ ਚੱਲ ਰਹੇ ਆ, PSSB ਦੇ PYQ ਸੀਰੀਜ਼ ਚੱਲ ਰਹੀ ਆ। ਸਾਰੇ ਪੇਪਰਾਂ ਦੇ ਆਪਾਂ ਜੀਕੇ ਐਨਾਲਾਈਜ਼ ਕਰ ਰਹੇ ਆ 2021 ਦੇ। ਸੋ ਬਹੁਤ ਹੀ ਆਪਾਂ ਚੰਗੀ ਤਰ੍ਹਾਂ ਦੇ ਨਾਲ ਸਾਰੀ ਜੀਕੇ ਕਰ ਰਹੇ ਹਾਂ, ਇੰਪੋਰਟੈਂਟ ਤਰੀਕੇ ਦੇ ਨਾਲ ਕਰ ਰਹੇ ਹਾਂ ਕਿ ਜਿਹੜੇ ਇੰਪੋਰਟੈਂਟ ਆਪਣੀ ਚੀਜ਼ਾਂ ਬਣਦੀਆਂ ਨੇ ਸਭ ਤੋਂ ਪਹਿਲਾਂ ਉਹ ਹੋਣ। ਸੋ ਬਾਕੀ ਤੁਸੀਂ ਜਾ ਕੇ ਦੇਖ ਸਕਦੇ ਹੋ, ਆਪਣੇ ਪ੍ਰੀਵੀਅਸ ਈਅਰ ਪੇਪਰ ਚੈੱਕ ਕਰਕੇ ਤੁਸੀਂ ਆਪਣਾ ਦੇਖ ਸਕਦੇ ਹੋ ਕਿ ਜਿਹੜੀ ਚੀਜ਼ ਅਸੀਂ ਪੜ੍ਹ ਰਹੇ ਹਾਂ ਉਹਦੇ ਵਿੱਚੋਂ ਪੁਰਾਣੇ ਪੇਪਰਾਂ ਦੇ ਵਿੱਚ ਕੁਐਸਚਨ ਕਿੰਨੇ ਕੁ ਪੁੱਛੇ ਗਏ ਨੇ। ਸੋ ਜਿੰਨੇ ਜੋ ਵੀ ਕੈਂਡੀਡੇਟ ਆਪਣੀਆਂ ਕਲਾਸਾਂ ਫੋਲੋ ਕਰ ਰਿਹਾ ਸਾਰੀਆਂ, ਤੁਸੀਂ ਦੇਖੋਗੇ, ਆਪ ਦੇਖੋ, ਮੈਂ ਤੁਹਾਨੂੰ ਕੁਛ ਨਹੀਂ ਕਹਿੰਦਾ ਕਿ ਮੇਰੇ ਦੇ ਵਿੱਚੋਂ 40 ਚੋਂ 25 ਕੁਐਸਚਨ ਕਵਰ ਹੋ ਗਏ, 26 ਹੋ ਗਏ, 30 ਹੋ ਗਏ, 22 ਹੋ ਗਏ, 24 ਹੋ ਗਏ, ਮੈਂ ਤੁਹਾਨੂੰ ਕੁਛ ਨਹੀਂ ਕਹਿੰਦਾ। ਤੁਸੀਂ ਆਪ ਦੇਖੋਗੇ ਕਿੰਨੇ ਕੁਐਸਚਨ ਕਵਰ ਹੋਏ ਨੇ ਜਿਹੜੇ ਆਪਾਂ ਪੜ੍ਹੇ ਨੇ। ਮਤਲਬ ਕਿ ਜਿਹੜੇ ਆਪਾਂ ਟੌਪਿਕ ਅਜੇ ਤੱਕ ਆਪਾਂ ਪੋਲਿਟੀ ਦੇ ਕਿੰਨੀ ਟੌਪਿਕ ਕਰ ਚੁੱਕੇ ਹਾਂ, ਮਾਡਰਨ ਹਿਸਟਰੀ ਕਿੰਨੀ ਕਰ ਲਈ ਆ ਆਪਾਂ, ਸਟੈਟਿਕ ਜੀਕੇ PYQ ਆਪਾਂ ਕਿੰਨੇ ਕਰ ਚੁੱਕੇ ਹਾਂ, PYQ ਵੀ ਆਪਾਂ ਬਹੁਤ ਅਮਾਊਂਟ 'ਚ ਆਪਾਂ ਕਰ ਚੁੱਕੇ ਹਾਂ PYQ, ਕਿਉਂਕਿ PPSC ਦੇ ਵੀ ਪਹਿਲਾਂ ਆਪਾਂ 200 ਕੀਤੇ ਸੀ। ਉਸ ਤੋਂ ਬਾਅਦ ਆਪਾਂ ਜਿਹੜੇ 9 ਪੇਪਰ 8-9 ਪੇਪਰ ਦਾ ਆਪਾਂ PSSB ਦੇ ਕਰ ਚੁੱਕੇ ਹਾਂ। ਸੋ ਇਹ ਸਾਰਿਆਂ ਦੇ ਵਿੱਚੋਂ ਤੁਹਾਨੂੰ, ਬਾਕੀ ਮੈਂ ਟੈਲੀਗ੍ਰਾਮ ਦੇ ਉੱਤੇ ਵੀ ਕਿਉਜ਼ ਪਾ ਰਿਹਾ ਮੈਂ ਨਾਲ ਦੀ ਨਾਲ। ਸੋ ਤੁਸੀਂ ਦੇਖਣਾ ਵਾ, ਆਪ ਤੁਸੀਂ ਚੈੱਕ ਕਰਨਾ ਵਾ ਕਿ ਹਾਂ ਕਿੰਨੇ ਕੁਐਸਚਨ ਕਵਰ ਹੋ ਰਹੇ ਨੇ ਇਹਦੇ ਵਿੱਚੋਂ। ਇੱਕ ਪੇਪਰ ਦੇ ਵਿੱਚ, ਜਿਹੜੇ ਪੁਰਾਣੇ ਪੇਪਰਾਂ ਦੇ ਵਿੱਚੋਂ ਜ਼ਰੂਰੀ ਨਹੀਂ ਹੁੰਦਾ ਕਿ ਇੱਕ ਹੀ ਚੈੱਕ ਕਰਨਾ, ਸਾਰਿਆਂ ਦੇ ਵਿੱਚ ਦੇਖੋ ਕਿ ਹਾਂ ਜਿਹੜੀ ਚੀਜ਼ ਆਪਾਂ ਪੜ੍ਹ ਰਹੇ ਹਾਂ, ਜਿਹੜੀ ਚੀਜ਼ ਸਾਨੂੰ ਜੀਕੇ ਅਕੈਡਮੀ ਪੰਜਾਬ ਦੇ ਉੱਤੇ ਪੜ੍ਹਾਈ ਜਾ ਰਹੀ ਆ, ਉਹਦੇ ਵਿੱਚੋਂ ਪੇਪਰ 'ਚੋਂ ਕੁਐਸਚਨ ਆਏ ਨੇ ਪਿਛਲੇ ਪੇਪਰਾਂ 'ਚ ਜਾਂ ਨਹੀਂ, ਬਸ ਇਹ ਚੀਜ਼ ਦੇਖਣੀ ਆ ਤੁਸੀਂ। ਬਾਕੀ ਤੁਸੀਂ ਬਹੁਤ ਵਧੀਆ ਪਿਆਰ ਦੇ ਰਹੇ ਹੋ ਚੈਨਲ ਨੂੰ, ਸੋ ਬਹੁਤ ਵਧੀਆ ਤੁਹਾਡਾ ਸਪੋਰਟ ਦੇ ਨਾਲ ਹੀ ਆਪਾਂ ਇੰਨੀ ਮਿਹਨਤ ਕਰਕੇ ਨਾਲ ਕੰਟੈਂਟ ਤਿਆਰ ਕਰਦੇ ਹਾਂ ਤੁਹਾਡੇ ਲਈ। ਸੋ ਤੁਹਾਡੀ ਇਹੀ ਸਪੋਰਟ ਤੁਸੀਂ ਬਣਾਈ ਰੱਖਿਓ, ਟੈਲੀਗ੍ਰਾਮ ਚੈਨਲ ਜੁਆਇਨ ਕਰੋ, ਵੀਡੀਓ ਨੂੰ ਲਾਈਕ ਕਰੋ ਤੇ ਸ਼ੇਅਰ ਜ਼ਰੂਰ ਕਰਨਾ ਵਾ ਤੁਸੀਂ, ਠੀਕ ਆ। ਸੋ ਇਹ ਸਾਰਾ ਕੰਮ ਤੁਹਾਡਾ ਵਾ ਹੁਣ, ਕਿ ਤੁਸੀਂ ਵੀਡੀਓ ਨੂੰ ਕਿਸ ਤਰ੍ਹਾਂ ਸ਼ੇਅਰ ਕਰਨਾ ਵਾ ਤੇ ਆਪਣੇ ਚੈਨਲ ਨੂੰ ਕਿਸ ਤਰ੍ਹਾਂ ਤੁਸੀਂ ਪਿਆਰ ਦੇ ਨਾਲ ਸਪੋਰਟ ਕਰਨੀ ਆ। ਸੋ ਤੁਹਾਡੇ ਤੋਂ ਆਪਾਂ ਸਾਰਾ ਕੁਝ ਫ੍ਰੀ ਆਫ ਕਾਸਟ ਕਰਾ ਰਹੇ ਹਾਂ, 1 ਰੁਪਿਆ ਵੀ ਤੁਹਾਡਾ ਨਹੀਂ ਲੈ ਰਹੇਗੇ ਆਪਾਂ। ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ, ਤੁਹਾਡੇ ਤੋਂ 1 ਰੁਪਿਆ ਵੀ ਨਹੀਂ ਲੈ ਰਹੇਗੇ, ਸਾਰਾ ਕੁਝ ਫ੍ਰੀ ਆਫ ਕਾਸਟ ਮਿਲ ਰਿਹਾ ਵਾ ਤੁਹਾਨੂੰ। ਸੋ ਸਿਰਫ ਇੱਕ ਚੀਜ਼ ਆ ਕਿ ਇੱਕ ਤੁਸੀਂ ਸਿਰਫ ਸ਼ੇਅਰ ਕਰਨਾ ਵਾ, ਇਹਨੂੰ ਸ਼ੇਅਰ ਕਰਨਾ ਵਾ, ਤੇ ਇੱਕ ਤੁਸੀਂ ਜਿੰਨਾ ਵੀ ਹੋ ਸਕੇ ਇਹਨੂੰ ਆਪਣੇ ਚੈਨਲ ਨੂੰ ਪਿਆਰ ਦੇਣ ਲਈ ਆਪਣਾ ਸਬਸਕ੍ਰਾਈਬ ਕਰ ਸਕਦੇ ਹੋ ਤੇ ਨਾਲ ਆਪਣੇ ਦੋਸਤਾਂ ਤੋਂ ਵੀ ਤੇ ਕਰਵਾ ਸਕਦੇ ਹੋ, ਠੀਕ ਆ। ਸੋ ਠੀਕ ਆ ਜੀ, ਧੰਨਵਾਦ। ਮਿਲਦੇ ਹਾਂ ਹੁਣ ਆਪਾਂ ਆਪਣੀ ਅੱਜ ਦੀ ਅਗਲੀ ਕਲਾਸ ਦੇ ਵਿੱਚ।